ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ ਦਾ 26ਵਾਂ ਅੰਕ। ਦਿਨ ਇੰਨੀ ਛੇਤੀ ਲੰਘ ਗਏ ਕਿ ਮਾਂ ਨੂੰ ਮਈ ਦਿਨ ਦੀ ਆਉਂਦ ਬਾਰੇ ਸੋਚਣ ਦੀ ਵੇਲ ਤੱਕ ਨਾ ਮਿਲੀ। ਪਰ ਰਾਤੀ ਜਦੋਂ ਉਹ ਦਿਨ ਭਰ ਦੀ ਸ਼ਰੀਲੀ ਉਤੇਜਿਤ ਕਰਦੀ ਹਿਲਜੁਲ ਕਾਰਨ ਚੂਰ ਹੋ ਕੇ ਬਿਸਤਰੇ ਉੱਤੇ ਲੇਟਦੀ ਤਾਂ ਉਹਦੇ ਦਿਲ ਵਿੱਚ ਨਿੰਮੀ ਨਿੰਮੀ ਪੀੜ ਹੁੰਦੀ ਜਾਪਦੀ। ਜੇ ਕਿਤੇ ਛੇਤੀ ਆ ਜਾਵੇ, ਉਹ ਸੋਚਦੀ। ਪੌ ਫੁੱਟਦੇ ਹੀ ਸੀਟੀ ਵੱਜਦੀ ਅਤੇ ਕਾਲ ਨਾਲ ਸ਼ਾਹ ਵੇਲਾ ਕਰਕੇ ਉਹਦਾ ਪੁੱਤਰ ਅਤੇ ਆਂਦਰੇਈ ਚਲੇ ਜਾਂਦੇ, ਉਹਦੇ ਲਈ ਕਰਨ ਜੋਗੇ ਦਰਜਨ ਕੰਮ ਛੱਡ ਕੇ। ਸਾਰਾ ਦਿਨ ਉਹ ਕਿਸੇ ਪਿੰਜਰੇ ਵਿੱਚ ਫਸੀ ਗੁਲੈਰੀ ਵਾਂਗ ਇੱਧਰ ਉੱਧਰ ਨੱਠਦੀ ਫਿਰਦੀ, ਖਾਣਾ ਤਿਆਰ ਕਰਦੀ, ਉਹਨਾਂ ਦੇ ਇਸ਼ਤਿਹਾਰਾਂ ਲਈ ਕਿਰਮਚੀ ਸਿਆਹੀ ਤੇ ਲੇਵੀ ਤਿਆਰ ਕਰਦੀ, ਅਣਜਾਣੇ ਲੋਕਾਂ ਨਾਲ ਗੱਲਾਂ ਕਰਦੀ ਜਿਹੜੇ ਭੇਤ ਭਰੇ ਢੰਗ ਨਾਲ ਪ੍ਰਗਟ ਹੁੰਦੇ ਉਹਨੂੰ ਪਾਵੇਲ ਲਈ ਸੁਨੇਹੇ ਦੇ ਜਾਂਦੇ ਅਤੇ ਉਸੇ ਹੀ ਭੇਦ ਭਰੇ ਢੰਗ ਨਾਲ ਲੋਪ ਹੋ ਜਾਂਦੇ ਅਤੇ ਆਪਣੀ ਉਤਸੁਕਤਾ ਦਾ ਕੁਝ ਹਿੱਸਾ ਉਹਨੂੰ ਦੇ ਜਾਂਦੇ। ਲਗਭਗ ਹਰ ਰਾਤ ਕਿਰਤੀਆਂ ਦੇ ਨਾਂ ਮਈ ਦਿਵਸ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਣ ਦੀਆਂ ਅਪੀਲਾਂ ਜੰਗਲਿਆਂ ਅਤੇ ਇੱਥੋਂ ਤੱਕ ਕਿ ਥਾਣੇ ਦੇ ਦਰਵਾਜ਼ੇ ਉੱਤੇ ਵੀ ਚਿਪਕਾ ਦਿੱਤੀਆਂ ਜਾਂਦੀਆਂ ਅਤੇ ਕਾਰਖਾਨੇ ਵਿੱਚ ਰੋਜ਼ ਇਸ਼ਤਿਹਾਰ ਖਿਲਰੇ ਹੁੰਦੇ। ਸਵੇਰੇ ਪੁਲਸੀਏ ਕਿਰਤੀਆਂ ਦੀ ਬਸਤੀ ਵਿੱਚੋਂ ਲੰਘਦੇ ਅਤੇ ਗਾਲਾਂ ਕੱਢਦੇ ਹੋਏ ਕਿਰਮਚੀ ਇਸ਼ਤਿਹਾਰ ਪਾੜਦੇ ਅਤੇ ਵਲੂੰਦਰਦੇ। ਪਰ ਦੁਪਹਿਰ ਦੇ ਖਾਣੇ ਤੱਕ ਹਵਾ ਦੁਬਾਰਾ ਲੋਕਾਂ ਦੇ ਪੈਰਾਂ ਹੇਠ ਨਵੇਂ ਇਸ਼ਤਿਹਾਰ ਉਡਾ ਕੇ ਲੈ ਆਉਂਦੀ। ਸ਼ਹਿਰੋਂ ਸੂਈਏ ਭੇਜੇ ਗਏ ਅਤੇ ਉਹ ਸੜਕਾਂ ਦੇ ਮੋੜਾਂ ਉੱਤੇ ਖੜੇ ਹੋ ਜਾਂਦੇ ਕਿਰਤੀਆਂ ਦੇ ਮੂੰਹਾਂ ਨੂੰ ਘੋਖਦੇ, ਜਿਹੜੇ ਹੱਸਦੇ ਹੱਸਦੇ ਦੁਪਹਿਰ ਦੇ ਖਾਣੇ ਸਮੇਂ ਕਾਰਖਾਨੇ ਦੇ ਅੰਦਰ ਬਾਹਰ ਆਉਂਦੇ ਜਾਂਦੇ। ਸਾਰੇ ਪੁਲਿਸ ਦੀ ਪਰਿਸਥਿਤੀ ਦਾ ਮੁਕਾਬਲਾ ਕਰਨੋਂ ਅਸਮਰਥਾ ਦਾ ਸਵਾਦ ਮਾਣਦੇ, ਇੱਥੋਂ ਤੱਕ ਕਿ ਵਡੇਰੀ ਉਮਰ ਦੇ ਕਿਰਤੀ ਵੀ ਮੁਸਕਰਾਉਂਦੇ। ਜਰਾ ਵੇਖੋ ਉਹ ਕੀ ਪਏ ਕਰਦੇ ਨੇ, ਉਹ ਕਹਿੰਦੇ। ਕਿਰਤੀਆਂ ਦੀਆਂ ਟੋਲੀਆਂ ਹਰ ਥਾਂ ਅਪੀਲ ਉੱਤੇ ਗਰਮਾ ਗਰਮ ਬਹਿਸ ਕਰਦੀਆਂ ਦਿਸਦੀਆਂ। ਬਹੁਤ ਉਤਸੁਕਤਾ ਸੀ ਅਤੇ ਉਸ ਸਾਲ ਬਸੰਤ ਦੀ ਰੁੱਤੇ ਹਰ ਇੱਕ ਨੂੰ ਜ਼ਿੰਦਗੀ ਵਧੇਰੇ ਦਿਲਚਸਪ ਲੱਗੀ ਕਿਉਂਕਿ ਇਹਦੇ ਵਿੱਚ ਕੁਝ ਨਵਾਂ ਸੀ। ਕੁਝ ਲੋਕ ਪਹਿਲਾਂ ਨਾਲੋਂ ਵੱਧ ਗੁੱਸੇ ਸਨ ਅਤੇ ਬਾਗੀਆਂ ਨੂੰ ਖੋਰੀ ਗਾਲਾਂ ਕੱਢਦੇ। ਹੋਰਨਾਂ ਨੂੰ ਧੁੰਦਲੀ ਜਿਹੀ ਆਸ ਅਤੇ ਤੌਖਲੇ ਦਾ ਅਨੁਭਵ ਹੁੰਦਾ। ਕੁਝ ਹੋਰਨਾਂ ਨੂੰ, ਅਤੇ ਉਹ ਘੱਟ ਗਿਣਤੀ ਵਿੱਚ ਸਨ, ਇਹ ਜਾਣਨ ਦੀ ਤਿੱਖੀ ਖੁਸ਼ੀ ਪ੍ਰਾਪਤ ਸੀ ਕਿ ਉਹਨਾਂ ਹੀ ਲੋਕਾਂ ਵਿੱਚ ਹਿਲਜੁਲ ਪੈਦਾ ਕੀਤੀ ਹੈ। ਪਾਵੇਲ ਅਤੇ ਆਂਦਰੇਈ ਨੂੰ ਸੌਣ ਦਾ ਸਮਾਂ ਲਗਭਗ ਉੱਕਾ ਹੀ ਨਾ ਮਿਲਦਾ। ਪੀਲੇ ਪਏ ਗਲੇ ਬੈਠੇ ਉੱਕਾ ਹੀ ਥੱਕੇ ਉਹ ਪੌ ਫਟਾਲੇ ਸਮੇਂ ਘਰ ਮੁੜਦੇ। ਮਾਂ ਜਾਣਦੀ ਸੀ ਕਿ ਉਹ ਜੰਗਲ ਅਤੇ ਜਿਲਣਾ ਵਿੱਚ ਮੀਟਿੰਗਾਂ ਕਰ ਰਹੇ ਨੇ। ਉਹ ਇਹ ਵੀ ਜਾਣਦੀ ਸੀ ਕਿ ਘੋੜਸਵਾਰ ਪੁਲਿਸ ਰਾਤੀ ਬਸਤੀ ਦੇ ਦੁਆਲੇ ਇਲਾਕੇ ਵਿੱਚ ਗਸ਼ਤ ਲਾਉਂਦੀ ਅਤੇ ਇਹ ਕਿ ਸੂਈਏ ਹਰ ਪਾਸੇ ਭਏ ਘੁੰਮਦੇ ਸਨ। ਕੁਝ ਕਿਰਤੀਆਂ ਨੂੰ ਫੜਦੇ ਤੇ ਉਹਨਾਂ ਦੀ ਤਲਾਸ਼ੀ ਲੈਂਦੇ। ਲੋਕਾਂ ਦੀਆਂ ਜਿਹੜੀਆਂ ਟੋਲੀਆਂ ਉਹਨਾਂ ਨੂੰ ਦਿਸਦੀਆਂ ਉਹਨਾਂ ਨੂੰ ਖਿੰਡਾ ਦਿੰਦੇ ਅਤੇ ਕਦੀ-ਕਦੀ ਗ੍ਰਿਫਤਾਰੀਆਂ ਕਰਦੇ। ਉਹ ਜਾਣਦੀ ਸੀ ਕਿ ਉਹਦੇ ਪੁੱਤਰ ਅਤੇ ਆਂਦਰੇਈ ਦੇ ਕਿਸੇ ਘੜੀ ਫੜੇ ਜਾਣ ਦਾ ਡਰ ਹੈ ਅਤੇ ਉਹ ਲਗਭਗ ਚਾਹੁੰਦੀ ਸੀ ਕਿ ਉਹ ਗ੍ਰਿਫਤਾਰ ਹੋ ਜਾਣ, ਇਹ ਸੋਚਦੇ ਹੋਏ ਕਿ ਇਹ ਉਹਨਾਂ ਲਈ ਚੰਗੇਰਾ ਹੋਵੇਗਾ। ਪਤਾ ਨਹੀਂ ਕਿਉਂ ਟਾਈਮਕੀਪਰ ਦੇ ਕਤਲ ਦਾ ਮਾਮਲਾ ਇੱਧਰ-ਉੱਧਰ ਕਰ ਦਿੱਤਾ ਗਿਆ। 2 ਕੁ ਦਿਨ ਸਥਾਨਕ ਪੁਲਿਸ ਤਫਤੀਸ਼ ਕਰਦੀ ਰਹੀ, ਪਰ ਦਰਜਨ ਕੁ ਲੋਕਾਂ ਤੋਂ ਪੁੱਛ ਪੜਤਾਲ ਕਰਨ ਪਿੱਛੋਂ ਉਹਨਾਂ ਮਾਮਲਾ ਛੱਡ ਦਿੱਤਾ। ਇੱਕ ਦਿਨ ਮਾਰੀਆ ਕੋਰਸੂਨੋਵਾ ਨੇ, ਜਿਸ ਦੀ ਕਿਸੇ ਹੋਰ ਵਾਂਗ ਪੁਲਿਸ ਨਾਲ ਖੂਬ ਬਣਦੀ ਸੀ, ਮਾਂ ਨੂੰ ਆਪਣੀ ਰਾਏ ਦੱਸੀ, ਜਿਹੜੀ ਬਿਨਾਂ ਸ਼ੱਕ ਪੁਲਿਸ ਦੀ ਰਾਏ ਸੀ। ਕਾਤਲ ਦਾ ਪਤਾ ਲੱਗਣ ਦੀ ਭਲੀ ਪੁੱਛੀ ਉਹਨੇ ਕਿਹਾ, ਉਸ ਸਵੇਰ ਈਸਾਈ 100 ਤੋਂ ਵੱਧ ਲੋਕਾਂ ਨੂੰ ਮਿਲਿਆ ਹੋਣਾ ਅਤੇ ਉਹਨਾਂ ਵਿੱਚੋਂ 90 ਤੋਂ ਵੱਧ ਉਹਦਾ ਫਸਤਾ ਵੱਢ ਕੇ ਹੀ ਖੁਸ਼ ਹੁੰਦੇ। 7 ਵਰ੍ਹਿਆਂ ਤੋਂ ਉਹ ਲੋਕਾਂ ਨੂੰ ਉਕਸਾਉਂਦਾ ਰਿਹਾ। ਖੁਖੋਲ ਵਿੱਚ ਪ੍ਰਤੱਖ ਤਬਦੀਲੀ ਆ ਗਈ। ਉਹਦਾ ਮੂੰਹ ਪਤਲਾ ਅਤੇ ਸੂਤਿਆ ਹੋ ਗਿਆ ਅਤੇ ਉਹਦੀਆਂ ਅੱਖਾਂ ਦੀਆਂ ਗੰਨੀਆਂ ਸੁੱਜ ਗਈਆਂ, ਜਿਸ ਨਾਲ ਉਹਦੀਆਂ ਉੱਭਰਵੀਆਂ ਅੱਖਾਂ ਲਗਭਗ ਅੱਧੀਆਂ ਬੰਦ ਰਹਿੰਦੀਆਂ। ਉਹਦੀਆਂ ਨਾਸਾਂ ਤੋਂ ਉਹਦੇ ਮੂੰਹ ਦੀਆਂ ਨੁਕਰਾਂ ਤੱਕ ਝੁਰੜੀਆਂ ਪੈ ਗਈਆਂ। ਉਹ ਸਧਾਰਨ ਗੱਲਾਂ ਬਾਰੇ ਘੱਟ ਹੀ ਬੋਲਦਾ, ਪਰ ਸਦਾ ਵਧੇਰੇ ਉਹਨੂੰ ਵਿਸਮਾਦ ਦੇ ਦੌਰੇ ਪੈਂਦੇ ਜਦੋਂ ਆਪਣੇ ਸਰੋਤਿਆਂ ਨੂੰ ਅਜਿਹੇ ਭਵਿੱਖ ਬਾਰੇ ਆਪਣੇ ਨਕਸ਼ਿਆਂ ਨਾਲ ਝੂਣ ਦਿੰਦਾ ਜਿਸ ਵਿੱਚ ਤਰਕ ਅਤੇ ਆਜ਼ਾਦੀ ਜੇਤੂ ਹੋਣਗੇ। ਈਸਾਈ ਦੇ ਕਤਲ ਬਾਰੇ ਦੰਦ ਕਥਾ ਛੇਤੀ ਹੀ ਮੁੱਕ ਗਈ। ਉਹਨਾਂ ਦੀਆਂ ਅੱਖਾਂ ਵਿੱਚ ਇਨਸਾਨਾਂ ਦਾ ਮੁੱਲ ਕੌਡੀ ਬਰਾਬਰ ਨਹੀਂ, ਉਹਨਾਂ ਦਾ ਵੀ ਨਹੀਂ ਜਿਨ੍ਹਾਂ ਨੂੰ ਉਹ ਸਾਡੇ ਖਿਲਾਫ ਵਰਤਦੇ ਨੇ, ਆਂਦਰੇਈ ਨੇ ਘ੍ਰਿਣਾ ਅਤੇ ਉਦਾਸੀ ਨਾਲ ਭਰੀ ਮੁਸਕਾਨ ਨਾਲ ਕਿਹਾ। ਤੇ ਉਹਨਾਂ ਨੂੰ ਆਪਣੇ ਚਾਟੜਿਆਂ ਦੇ ਮਰਮੁੱਕ ਜਾਣ ਤੇ ਵੀ ਅਫਸੋਸ ਨਹੀਂ, ਉਹਨਾਂ ਨੂੰ ਸਿਰਫ ਆਪਣੇ ਧਨ ਦਾ ਫਿਕਰ ਹੈ। ਅਜਿਹੀ ਗੱਲਬਾਤ ਬਹੁਤ ਹੋ ਚੁੱਕੀ ਹੈ, ਆਂਦਰੇਈ, ਪਾਵੇਲ ਨੇ ਦ੍ਰਿੜਤਾ ਨਾਲ ਕਿਹਾ। ਸਿਉਂ ਖਾਧੀ ਸ਼ੈ ਹੱਥ ਲੱਗਦਿਆਂ ਹੀ ਭੁਰ ਗਈ। ਬਸ ਇੰਨੀ ਹੀ ਗੱਲ ਹੈ, ਮਾਂ ਨੇ ਕਿਹਾ। ਸੱਚੀ ਗੱਲ ਹੈ, ਪਰ ਇਹਦੇ ਨਾਲ ਕੋਈ ਬਹੁਤਾ ਸੁੱਖ ਨਹੀਂ ਮਿਲਦਾ, ਖੁਖੋਲ ਨੇ ਉਦਾਸੀ ਨਾਲ ਕਿਹਾ।
ਉਹ ਅਕਸਰ ਇਹ ਗੱਲ ਕਹਿੰਦਾ ਅਤੇ ਜਦੋਂ ਇਹ ਕਹਿੰਦਾ ਤਾਂ ਉਹਦੇ ਸ਼ਬਦ ਵਿਸ਼ਾਲ ਹੋ ਕੇ ਇੱਕ ਕਾਟਵਾਂ ਅਤੇ ਕੌੜਾ ਆਮੇ ਆਇਆ ਬਿਆਨ ਬਣ ਜਾਂਦੇ। ਅਖੀਰ ਚਿਰਾਂ ਉੜੇਕਿਆ ਦਿਨ ਆ ਗਿਆ, 1 ਮਈ ਦਾ ਦਿਹਾੜਾ। ਸੀਟੀ ਸਦਾ ਵਾਂਗ ਹਾਕਮਾਨਾ ਢੰਗ ਨਾਲ ਚੀਕੀ। ਮਾਂ ਨੇ ਸਾਰੀ ਰਾਤ ਅੱਖ ਨਹੀਂ ਸੀ ਝਪਕੀ। ਉਹ ਛਾਲ ਮਾਰ ਕੇ ਬਿਸਤਰੇ ਵਿੱਚੋਂ ਬਾਹਰ ਨਿਕਲੀ ਅਤੇ ਸਾਮਾਵਰ ਬਾਲਿਆ ਜਿਹੜਾ ਉਹਨੇ ਰਾਤੀ ਹੀ ਤਿਆਰ ਕਰ ਰੱਖਿਆ ਸੀ। ਉਹ ਸਦਾ ਵਾਂਗ ਮੁੰਡਿਆਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ ਸੀ ਕਿ ਕੁਝ ਸੋਚ ਕੇ ਰੁਕ ਗਈ ਅਤੇ ਬਾਰੀ ਤੇ ਬਹਿ ਗਈ, ਇੱਕ ਹੱਥ ਆਪਣੇ ਮੂੰਹ ਉੱਤੇ ਰੱਖ ਕੇ ਜਿਵੇਂ ਉਹਦੀ ਦਾੜ ਦੁਖਦੀ ਹੋਵੇ। ਪੀਲੀ ਭਾਂ ਮਾਰਦੇ ਨੀਲੇ ਅਸਮਾਨ ਵਿੱਚ ਪਤਲੇ ਗੁਲਾਬੀ ਤੇ ਚਿੱਟੇ ਬੱਦਲਾਂ ਦਾ ਇੱਕ ਝੁੰਡ ਤੈਰ ਰਿਹਾ ਸੀ, ਜਿਵੇਂ ਉਹ ਵੱਡੇ ਪੰਛੀਆਂ ਦੀ ਇੱਕ ਡਾਰ ਹੋਣ ਜਿਸ ਨੂੰ ਕਾਰਖਾਨੇ ਤੋਂ ਆਉਂਦੀ ਭਾਫ ਦੀ ਸਾਂ ਨੇ ਡਰਾ ਦਿੱਤਾ ਹੋਵੇ। ਮਾਂ ਸੁਪਨਿਆਲੇ ਢੰਗ ਨਾਲ ਬੱਦਲਾਂ ਵੱਲ ਵੇਖਣ ਲੱਗ ਪਈ। ਰਾਤ ਦੇ ਉਨੀਂਦੇ ਕਾਰਨ ਉਹਦਾ ਸਿਰ ਭਾਰਾ ਸੀ ਅਤੇ ਉਹਦੀਆਂ ਅੱਖਾਂ ਸੁੱਕੀਆਂ ਅਤੇ ਸੁੱਜੀਆਂ ਹੋਈਆਂ ਸਨ। ਉਹਦੇ ਅੰਦਰ ਇੱਕ ਅਜੀਬ ਸ਼ਾਂਤੀ ਸੀ। ਉਹਦਾ ਦਿਲ ਇਕਸਾਰ ਧੜਕ ਰਿਹਾ ਸੀ ਤੇ ਉਹਦਾ ਮਨ ਸਾਦੇ ਵਿਚਾਰਾਂ ਨੇ ਮੱਲਿਆ ਹੋਇਆ ਸੀ। ਮੈਂ ਸਾਮਾਵਾਰ ਬਹੁਤ ਛੇਤੀ ਬਾਲ ਦਿੱਤਾ ਹੈ, ਪਾਣੀ ਉਬਲ ਕੇ ਸੁੱਕ ਜਾਵੇਗਾ। ਉਹ ਦੋਵੇਂ ਹੁੱਟੇ ਹੋਏ ਨੇ। ਜੱਜ ਦੀ ਸਵੇਰ ਥੋੜੀ ਦੇਰ ਹੋਰ ਸੌਂ ਲੈਣ ਦਿਓ। ਸਵੇਰ ਦੇ ਸੂਰਜ ਦੀ ਇੱਕ ਹਸੂ ਕਰਦੀ ਕਿਰਨ ਨੇ ਕਮਰੇ ਵਿੱਚ ਝਾਂਕਿਆ। ਮਾਂ ਨੇ ਆਪਣਾ ਹੱਥ ਵਧਾਇਆ ਤੇ ਜਦੋਂ ਲਿਸ਼ਕਦਾ ਨਿੱਘ ਉਹਦੇ ਹੱਥ ਉੱਤੇ ਟਿਕ ਗਿਆ ਤਾਂ ਉਹਨੇ ਸੋਚਦੇ ਹੋਏ ਆਪਣੇ ਦੂਜੇ ਹੱਥ ਨਾਲ ਉਹਨੂੰ ਪਿਆਰ ਨਾਲ ਪਲੋਸਿਆ। ਅਖੀਰ ਉਹ ਉੱਠੀ ਅਤੇ ਚੁੱਪਚਾਪ ਦੂਧ ਕਸ਼ ਸਾਮਾਵਾਰ ਵਿੱਚੋਂ ਕੱਢ ਲਿਆ। ਫਿਰ ਸ਼ੋਰ ਨਾ ਕਰਨ ਦਾ ਯਤਨ ਕਰਦੇ ਹੋਏ ਉਹਨੇ ਮੂੰਹ ਹੱਥ ਧੋਤਾ ਤੇ ਦੁਆ ਕਰਨ ਲੱਗ ਪਈ, ਆਪਣੇ ਉੱਤੇ ਬੜੀ ਲਗਨ ਨਾਲ ਸਲੀਬ ਦਾ ਨਿਸ਼ਾਨ ਬਣਾਉਂਦੀ ਅਤੇ ਚੁੱਪਚਾਪ ਆਪਣੇ ਬੁੱਲ ਹਿਲਾਉਂਦੀ। ਉਹਦਾ ਮੂੰਹ ਭਖਣ ਲੱਗ ਪਿਆ ਤੇ ਉਹਦਾ ਸੱਜਾ ਭਰਵੱਟਾ ਜਾਂ ਤਾਂ ਹੌਲੀ ਉੱਪਰ ਉੱਠਦਾ ਅਤੇ ਜਾਂ ਅਚਾਨਕ ਹੇਠਾਂ ਲੈ ਜਾਂਦਾ। ਦੂਜੀ ਸੀਟੀ ਇੰਨੀ ਉੱਚੀ ਤੇ ਹਾਕਮਾਨਾ ਨਹੀਂ ਸੀ। ਇਹਦੇ ਮੋਟੇ ਸਿੱਲੇ ਬੋਲ ਵਿੱਚ ਮਾੜਾ ਜਿਹਾ ਕਾਂਬਾ ਸੀ ਅਤੇ ਮਾਂ ਨੂੰ ਜਾਪਿਆ ਕਿ ਇਹ ਸਧਾਰਨ ਨਾਲੋਂ ਵਧੇਰੇ ਸਮਾਂ ਵੱਜਦੀ ਰਹੀ ਹੈ। ਦੂਜੇ ਕਮਰੇ ਵਿੱਚੋਂ ਖਖੋਲ ਦੀ ਡੂੰਗੀ ਸਾਫ਼ ਆਵਾਜ਼ ਆਈ, ਸੁਣਦੈਂ ਪਾਵੇਲ? ਕਿਸੇ ਦੇ ਨੰਗੇ ਪੈਰ ਠੱਕ ਕਰਕੇ ਫਰਸ਼ ਉੱਤੇ ਵੱਜੇ ਅਤੇ ਮੁੰਡਿਆਂ ਵਿੱਚੋਂ ਇੱਕ ਨੇ ਲੰਬੀ ਉਬਾਸੀ ਲਈ। ਸਾਮਾਵਰ ਤਿਆਰ ਹੈ, ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ। ਅਸੀਂ ਉੱਠਣ ਹੀ ਲੱਗੇ ਵਾਂ, ਪਾਵੇਲ ਨੇ ਹਸੂ ਕਰਦਾ ਜਵਾਬ ਦਿੱਤਾ। ਸੂਰਜ ਉੱਗ ਰਿਹਾ, ਖਖੋਲ ਨੇ ਕਿਹਾ, ਤੇ ਅਸਮਾਨ ਵਿੱਚ ਬੱਦਲ ਨੇ। ਅੱਜ ਸਾਨੂੰ ਬਦਲਾਂ ਦੀ ਲੋੜ ਨਹੀਂ ਸੀ। ਉਹ ਨੀਂਦ ਨਾਲ ਮਧੋਲਿਆ ਤੇ ਵੱਟ ਪਿਆ ਰਸੋਈ ਵਿੱਚ ਆਇਆ, ਪਰ ਉਹਦਾ ਰੌ ਅਤਿਅੰਤ ਸੋਹਣਾ ਸੀ। ਸ਼ੁਭ ਸਵੇਰ ਨੈਣਕੋ, ਰਾਤ ਕਿਵੇਂ ਲੰਘੀ? ਮਾਂ ਉਹਦੇ ਕੋਲ ਗਈ। ਤੂੰ ਉਹਦੇ ਨਾਲ ਮਾਰਚ ਕਰੀ ਆਂਦਰੀਊਸ਼ਾ, ਉਹਨੇ ਪੋਲੇ ਜਿਹੇ ਕਿਹਾ। ਜ਼ਰੂਰ, ਮੈਂ ਇੰਝ ਹੀ ਕਰਾਂਗਾ, ਖਖੋਲ ਨੇ ਫੁਸਫੁਸ ਕੀਤੀ। ਯਕੀਨ ਰੱਖ ਨੈਣਕੋ, ਜਿੰਨਾ ਚਿਰ ਅਸੀਂ ਇਕੱਠੇ ਵਾਂ ਅਸੀਂ ਇੱਕ ਦੂਜੇ ਦੇ ਨਾਲ ਮਾਰਚ ਕਰਾਂਗੇ। ਤੁਸੀਂ ਕੀ ਫੁਸਫੁਸ ਪਏ ਕਰਦੇ ਹੋ? ਪਾਵੇਲ ਨੇ ਪੁੱਛਿਆ। ਕੋਈ ਖਾਸ ਗੱਲ ਨਹੀਂ ਪਾਸ਼ਾ, ਉਹ ਮੈਨੂੰ ਕਹਿ ਰਹੀ ਹੈ ਕਿ ਮੈਂ ਕੰਨਾਂ ਦੇ ਪਿੱਛੋਂ ਸਫਾਈ ਕਰਾਂ। ਕੁੜੀਆਂ ਅੱਜ ਮੈਨੂੰ ਤਾੜ ਕੇ ਵੇਖਣਗੀਆਂ। ਖਖੋਲ ਨੇ ਮੂੰਹ ਹੱਥ ਧੋਣ ਲਈ ਡਿਓੜੀ ਵਿੱਚ ਜਾਂਦੇ ਹੋਏ ਜਵਾਬ ਦਿੱਤਾ। ਜਾਗੋ ਕਿਰਤੀਓ ਜਾਗੋ, ਘੋਲ ਕਰਨ ਲਈ ਜਾਗੋ, ਪਾਵੇਲ ਹੌਲੀ ਗਾਉਣ ਲੱਗ ਪਿਆ। ਜਿਉਂ ਦਿਨ ਚੜ੍ਹਦਾ ਗਿਆ ਮੌਸਮ ਚੰਗੇਰਾ ਹੁੰਦਾ ਗਿਆ ਤੇ ਹਵਾ ਨੇ ਪਤਲੇ ਬੱਦਲਾਂ ਨੂੰ ਉਡਾ ਦਿੱਤਾ। ਮਾਂ ਨੇ ਨਾਸ਼ਤੇ ਲਈ ਮੇਜ਼ ਪਰੋਸਦੇ ਹੋਏ ਆਪਣਾ ਸਿਰ ਹਿਲਾਇਆ। ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇਹ ਕਿੰਨੀ ਅਜੀਬ ਗੱਲ ਹੈ। ਸਵੇਰੇ ਉਹ ਹੱਸ ਰਹੇ ਤੇ ਠੱਠਾ ਉਡਾ ਰਹੇ ਨੇ, ਪਰ ਕਿਸੇ ਨੂੰ ਪਤਾ ਨਹੀਂ ਦਿਨੇ ਉਹਨਾਂ ਨਾਲ ਕੀ ਵਾਪਰੇਗੀ ਅਤੇ ਪਤਾ ਨਹੀਂ ਕਿਉਂ ਉਹ ਆਪ ਸ਼ਾਂਤ ਅਤੇ ਲਗਭਗ ਖੁਸ਼ ਹੋ ਗਈ। ਉਹ ਸਮਾਂ ਤੇਜ਼ੀ ਨਾਲ ਲੰਘਾਉਣ ਲਈ ਹੌਲੀ ਚਾਹ ਪੀਂਦੇ ਰਹੇ। ਪਾਵੇਲ ਆਪਣੀ ਆਦਤ ਮੁਤਾਬਕ ਧਿਆਨ ਨਾਲ ਗਲਾਸ ਵਿੱਚ ਖੰਡ ਹਿਲਾਉਂਦਾ ਰਿਹਾ ਅਤੇ ਆਪਣੀ ਰੋਟੀ ਉੱਤੇ ਇਕਸਾਰ ਲੂਣ ਛਿੜਕਦਾ ਰਿਹਾ, ਡਬਲ ਰੋਟੀ ਦੇ ਉੱਪਰਲੇ ਹਿੱਸੇ ਉੱਤੇ ਜਿਹੜਾ ਉਹਨੂੰ ਸਦਾ ਚੰਗਾ ਲੱਗਦਾ ਸੀ। ਖਖੋਲ ਆਪਣੇ ਪੈਰ ਮੇਜ਼ ਹੇਠ ਇੱਧਰ ਉੱਧਰ ਕਰਦਾ ਰਿਹਾ ਅਤੇ ਚਾਹ ਵਿੱਚੋਂ ਪਰਤਾਈ ਸੂਰਜ ਦੀ ਇੱਕ ਕਿਰਨ ਨੂੰ ਸਾਰੀ ਕੰਧ ਅਤੇ ਛੱਤ ਉੱਤੇ ਨੱਚਦੇ ਵੇਖਦਾ ਰਿਹਾ। ਜਦੋਂ ਮੇਰੀ ਉਮਰ 10 ਕੁ ਵਰ੍ਹਿਆਂ ਦੀ ਸੀ, ਮੇਰਾ ਖਿਆਲ ਸੀ ਮੈਂ ਧੁੱਪ ਨੂੰ ਗਲਾਸ ਵਿੱਚ ਪਕੜ ਲਵਾਂਗਾ, ਉਹਨੇ ਕਿਹਾ। ਸੋ ਮੈਂ ਗਲਾਸ ਲਿਆ, ਪੋਲੇ ਪੈਰੀ ਧੁੱਪ ਦੇ ਕਟੋਟੇ ਤੱਕ ਗਿਆ ਅਤੇ ਗਲਾਸ ਧੜਾਮ ਕਰਕੇ ਮਾਰਿਆ। ਮੇਰਾ ਹੱਥ ਫਟਿਆ ਗਿਆ ਤੇ ਨਾਲੇ ਮੇਰੀ ਝੱਗੀ ਝੰਬ ਹੋਈ। ਕੁੱਟ ਪੈਣ ਪਿੱਛੋਂ ਮੈਂ ਵਿਹੜੇ ਵਿੱਚ ਗਿਆ ਤਾਂ ਮੈਂ ਇੱਕ ਛੱਪੜੀ ਵਿੱਚ ਸੂਰਜ ਦਾ ਪਰਛਾਵਾਂ ਵੇਖਿਆ। ਮੈਂ ਪੂਰਾ ਜ਼ੋਰ ਲਾ ਕੇ ਇਹਨੂੰ ਮਧੋਲ ਦਿੱਤਾ। ਮੇਰੇ ਕੱਪੜਿਆਂ ਉੱਤੇ ਚਿੱਕੜ ਦੇ ਛਿੱਟੇ ਪੈ ਗਏ ਤੇ ਮੈਨੂੰ ਇੱਕ ਵਾਰ ਫਿਰ ਕੁੱਟ ਪਈ, ਪਰ ਕੀਤਾ ਵੀ ਕੀ ਜਾਵੇ। ਮੈਂ ਸੂਰਜ ਨੂੰ ਆਪਣੀ ਜੀਭ ਚੜਾ ਕੇ ਤੇ ਜ਼ੋਰ ਦੀ ਬੋਲ ਕੇ ਕਿਹਾ, ਉੱਕਾ ਹੀ ਪੀੜ ਨਹੀਂ ਹੋਈ। ਸਾਲੇ ਸੁਰਖਿਆ, ਉੱਕਾ ਹੀ ਪੀੜ ਨਹੀਂ ਹੋਈ। ਅਤੇ ਮੈਂ ਆਪਣੀ ਜੀਭ ਬਾਹਰ ਕੱਢੀ ਗਿਆ
ਪਤਾ ਨਹੀਂ ਕਿਉਂ ਇਸ ਨਾਲ ਮੇਰਾ ਰੌਂਕ ਕੁਝ ਚੰਗਾ ਹੋ ਗਿਆ। ਤੂੰ ਉਹਨੂੰ ਸੁਰਖਾ ਕਿਉਂ ਕਿਹਾ? ਪਾਵੇਲ ਹੱਸਿਆ। ਸਾਡੇ ਘਰ ਦੇ ਸਾਹਮਣੇ ਗਲੀ ਦੇ ਦੂਜੇ ਪਾਸੇ ਇੱਕ ਵੱਡਾ ਲਾਲ ਮੂੰਹ ਵਾਲਾ ਲੋਹਾਰ ਰਹਿੰਦਾ ਸੀ, ਜਿਹਦੀ ਦਾੜੀ ਵੀ ਲਾਲ ਸੀ। ਉਹ ਖੁਸ਼ ਰਹਿਣਾ, ਮਿਹਰਬਾਨ ਦਿਲ ਵਾਲਾ ਬੰਦਾ ਸੀ ਅਤੇ ਮੈਨੂੰ ਜਾਪਦਾ ਕਿ ਸੂਰਜ ਉਹਦੇ ਵਰਗਾ ਸੀ। ਜਦੋਂ ਮਾਂ ਹੋਰ ਸਹਿ ਨਾ ਸਕੀ ਤਾਂ ਉਹਨੇ ਕਿਹਾ, ਤੁਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ ਕਿ ਤੁਸੀਂ ਅੱਜ ਮਾਰਚ ਕਿਵੇਂ ਕਰੋਗੇ? ਜਿਸ ਬਾਰੇ ਪਹਿਲਾਂ ਹੀ ਨਿਰਣਾ ਹੋ ਚੁੱਕਾ ਹੈ ਉਹਦੇ ਬਾਰੇ ਗੱਲਬਾਤ ਕਰਨ ਨਾਲ ਘਚੋਲਾ ਹੀ ਪਵੇਗਾ। ਖਖੋਲ ਨੇ ਨਰਮੀ ਨਾਲ ਕਿਹਾ। ਜੇ ਫਰਜ਼ ਕਰੋ ਉਹਨਾਂ ਸਾਨੂੰ ਸਾਰਿਆਂ ਨੂੰ ਫੜ ਲਿਆ ਨੈਨਕੋ, ਤਾਂ ਨਿਕੋਲਾਈ ਇਵਾਨੋਵਿਚ ਆਵੇਗਾ ਤੇ ਤੈਨੂੰ ਦੱਸੇਗਾ ਕੀ ਕਰਨਾ ਹੈ। ਬਹੁਤ ਅੱਛਾ, ਮਾਂ ਨੇ ਹੌਂਕਾ ਲੈ ਕੇ ਕਿਹਾ। ਜਰਾ ਸੈਰ ਨਾ ਹੋ ਜਾਏ? ਪਾਵੇਲ ਨੇ ਸੁਪਨਿਆਲੇ ਢੰਗ ਨਾਲ ਕਿਹਾ। ਹਾਲ ਦੀ ਘੜੀ ਘਰੇ ਰਹੀਏ ਤਾਂ ਚੰਗਾ, ਆਂਦਰੇਈ ਨੇ ਜਵਾਬ ਦਿੱਤਾ। ਵੇਲੇ ਤੋਂ ਪਹਿਲਾਂ ਹੀ ਪੁਲਿਸ ਨੂੰ ਕਿਉਂ ਝਕਾਈਏ? ਉਹ ਪਹਿਲਾਂ ਹੀ ਤੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਫਿਓਦੋਰ ਮਾਜ਼ੀਨ ਨੱਠਦਾ ਹੋਇਆ ਆਇਆ। ਉਹਦਾ ਮੂੰਹ ਲਿਸ਼ਕ ਰਿਹਾ ਸੀ ਅਤੇ ਉਹਦੀਆਂ ਗੱਲਾਂ ਭਖ ਰਹੀਆਂ ਸਨ। ਉਹਦੀ ਖੁਸ਼ੀ ਭਰੀ ਉਤੇਜਨਾ ਨੇ ਉਡੀਕ ਦੇ ਖਿਚਾਅ ਨੂੰ ਤੋੜ ਦਿੱਤਾ। ਮਾਮਲਾ ਸ਼ੁਰੂ ਹੋ ਗਿਆ, ਉਹਨੇ ਕਿਹਾ। ਲੋਕ ਹਿੱਲ ਪਏ ਨੇ। ਉਹ ਦ੍ਰਿੜ ਮੂੰਹਾਂ ਨਾਲ ਸੜਕਾਂ ਉੱਤੇ ਆ ਰਹੇ ਨੇ। ਵੈਸਵੋ ਸਚੀਕੋਵ ਅਤੇ ਵਾਸੀਆ ਗੁਸੇਵ ਅਤੇ ਸਮੋਇਲੋਵ ਕਾਰਖਾਨੇ ਦੇ ਫਾਟਕ ਕੋਲ ਤਕਰੀਰਾਂ ਕਰਦੇ ਖੜੇ ਨੇ। ਅਨੇਕਾਂ ਕਿਰਤੀ ਘਰਾਂ ਨੂੰ ਮੁੜ ਗਏ ਨੇ। ਚਲੋ ਚੱਲਣ ਦਾ ਵੇਲਾ ਹੋ ਗਿਆ, 10 ਤਾਂ ਵੱਜ ਵੀ ਗਏ ਨੇ। ਮੈਂ ਆਉਂਦਾ, ਪਾਵੇਲ ਨੇ ਨਿਰਣਾਇਕ ਢੰਗ ਨਾਲ ਕਿਹਾ। ਵੇਖ ਲਵੀਂ, ਦੁਪਹਿਰ ਦੇ ਖਾਣੇ ਤੋਂ ਪਿੱਛੋਂ ਕਾਰਖਾਨੇ ਦੇ ਸਾਰੇ ਮਜ਼ਦੂਰ ਬਾਹਰ ਆ ਜਾਣਗੇ। ਫਿਓਦੋਰ ਨੱਠ ਕੇ ਬਾਹਰ ਜਾਂਦੇ ਹੋਏ ਕੂਕਿਆ। ਉਹ ਤਾਂ ਹਵਾ ਵਿੱਚ ਰੱਖੀ ਮੋਮਬੱਤੀ ਵਾਂਗ ਮੱਚ ਰਿਹਾ, ਮਾਂ ਨੇ ਠਰ੍ਹੰਮੇ ਨਾਲ ਕਿਹਾ। ਫਿਰ ਉਹ ਉੱਠੀ ਅਤੇ ਕੱਪੜੇ ਬਦਲਣ ਲਈ ਰਸੋਈ ਵਿੱਚ ਗਈ। ਤੂੰ ਕਿੱਧਰ ਚੱਲੀ ਏ ਨੈਨਕੋ? ਤੁਹਾਡੇ ਨਾਲ, ਮਾਂ ਨੇ ਜਵਾਬ ਦਿੱਤਾ। ਆਂਦਰੇਈ ਨੇ ਆਪਣੀ ਮੁੱਛ ਖਿੱਚੀ ਅਤੇ ਪਾਵੇਲ ਵੱਲ ਵੇਖਿਆ। ਪਾਵੇਲ ਨੇ ਆਪਣੇ ਵਾਲਾਂ ਵਿੱਚ ਉਂਗਲਾਂ ਫੇਰੀਆਂ ਤੇ ਮਾਂ ਕੋਲ ਗਿਆ। ਮਾਂ, ਮੈਂ ਤੈਨੂੰ ਰੋਕਣ ਲਈ ਕੁਝ ਨਹੀਂ ਕਹਾਂਗਾ ਤੇ ਤੂੰ ਵੀ ਮੈਨੂੰ ਕੁਝ ਨਾ ਕਹੀਂ, ਠੀਕ ਹੈ? ਠੀਕ ਹੈ, ਠੀਕ ਹੈ, ਰੱਬ ਤੁਹਾਡੇ ਅੰਗ ਸੰਗ ਰਹੇ, ਉਹ ਬੁੜਬੁੜਾਈ। ਅੰਕ 27ਵਾਂ। ਜਦੋਂ ਉਹ ਬਾਹਰ ਆਈ ਅਤੇ ਹਵਾ ਵਿੱਚ ਆਵਾਜ਼ਾਂ ਦੀ ਉਤੇਜਿਤ ਆਸ ਭਰਪੂਰ ਕੂਕਰ ਸੁਣੀ ਅਤੇ ਜਦੋਂ ਉਹਨੇ ਲੋਕਾਂ ਦੀਆਂ ਟੋਲੀਆਂ ਨੂੰ ਫਾਟਕਾਂ ਕੋਲ ਅਤੇ ਮਕਾਨਾਂ ਦੀਆਂ ਬਾਰੀਆਂ ਵਿੱਚ ਖੜੇ ਆਪਣੇ ਪੁੱਤਰ ਅਤੇ ਆਂਦਰੇਈ ਵੱਲ ਉਤਸੁਕਤਾ ਨਾਲ ਵੇਖਦੇ ਤੱਕਿਆ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹਰੇ ਅਤੇ ਭੂਰੇ ਰੰਗ ਦੇ ਧੁੰਦਲੇ ਮਿਸ਼ਰਣ ਵਿੱਚ ਤੈਰਨ ਲੱਗ ਪਿਆ। ਲੋਕ ਉਹਨਾਂ ਨੂੰ ਸ਼ੁਭ ਇਸ਼ਾਵਾਂ ਭੇਟਾਂ ਕਰਦੇ ਅਤੇ ਉਹਨਾਂ ਦੇ ਬੋਲਾਂ ਵਿੱਚ ਵਿਸ਼ੇਸ਼ ਮਹੱਤਤਾ ਸੀ। ਉਹਨੇ ਖਰਵੀਆਂ ਸ਼ਾਂਤ ਆਵਾਜ਼ਾਂ ਵਿੱਚ ਕਹੀਆਂ ਗੱਲਾਂ ਸੁਣੀਆਂ। ਉਹ ਨੇ ਸਾਡੇ ਲੀਡਰ। ਸਾਨੂੰ ਕੀ ਪਤਾ ਲੀਡਰ ਕੌਣ ਨੇ? ਮੇਰੀ ਨੀਅਤ ਕੋਈ ਮਾੜੀ ਨਹੀਂ ਸੀ। ਇੱਕ ਵਿਹੜੇ ਵਿੱਚੋਂ ਕੋਈ ਗੁੱਸੇ ਨਾਲ ਕੂਕਿਆ। ਪੁਲਿਸ ਨੇ ਉਹਨਾਂ ਨੂੰ ਫੜ ਲੈਣਾ ਤੇ ਬਸ ਫਸਤਾ ਮੁੱਕ ਜਾਣਾ। ਉਹਨਾਂ ਪਹਿਲਾਂ ਵੀ ਇੱਕ ਵਾਰ ਫੜਿਆ ਸੀ। ਇੱਕ ਇਸਤਰੀ ਦੀ ਰੂੰ ਬਾਰੀ ਵਿੱਚੋਂ ਸੜਕ ਤੇ ਆਈ। ਜਰਾ ਸੋਚ ਕੀ ਪਿਆ ਕਰਨਾ, ਯਾਦ ਰੱਖੀ ਤੂੰ ਟੱਬਰ ਨੂੰ ਪਾਲਣਾ ਵੇ। ਉਹ ਲੱਤਹੀਨ ਜੋਸ਼ੀ ਮੂਵ ਦੇ ਘਰ ਅੱਗੋਂ ਲੰਘੇ, ਜਿਸ ਨੂੰ ਕੰਮ ਕਰਦੇ ਹੋਏ ਅਪਾਹਿਜ ਹੋ ਜਾਣ ਕਾਰਨ ਕਾਰਖਾਨੇ ਤੋਂ ਮਾਹਵਾਰ ਪੈਨਸ਼ਨ ਮਿਲਦੀ ਸੀ। ਪਾਵੇਲ, ਉਹਨੇ ਸਿਰ ਬਾਰੀ ਚੋਂ ਬਾਹਰ ਕੱਢਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ। ਬਦਮਾਸ਼, ਇਸ ਕੰਮ ਲਈ ਉਹ ਤੇਰੀ ਧੌਣ ਤੋੜ ਦੇਣਗੇ। ਤੈਨੂੰ ਕਰਨੀ ਦਾ ਫਲ ਮਿਲ ਜਾਏਗਾ। ਮਾਂ ਕੰਬੀ ਅਤੇ ਐਲ ਖੜੀ ਹੋ ਗਈ। ਗੁੱਸੇ ਦੀ ਇੱਕ ਕਟਾਰ ਨੇ ਉਹਦਾ ਅੰਦਰਲਾ ਚੀਰ ਦਿੱਤਾ। ਉਹਨੇ ਅਪਾਹਿਜ ਦੇ ਖੁੱਲੇ ਮੂੰਹ ਵੱਲ ਨਜ਼ਰ ਚੁੱਕ ਕੇ ਵੇਖਿਆ ਅਤੇ ਉਹਨੇ ਗਾਲ ਕੱਢ ਕੇ ਆਪਣਾ ਸਿਰ ਅੰਦਰ ਕਰ ਲਿਆ। ਮਾਂ ਨੇ ਆਪਣੀ ਚਾਲ ਤੇਜ਼ ਕਰ ਦਿੱਤੀ ਅਤੇ ਆਪਣੇ ਪੁੱਤਰ ਦੀ ਪੈੜ ਦਬਦੀ ਚੱਲ ਪਈ, ਪਿੱਛੇ ਨਾ ਰਹਿ ਜਾਣ ਦਾ ਯਤਨ ਕਰਦੀ ਹੋਈ। ਜਾਪਦਾ ਸੀ ਪਾਵੇਲ ਅਤੇ ਆਂਦਰੇਈ ਕਿਸੇ ਗੱਲ ਵੱਲ ਧਿਆਨ ਨਹੀਂ ਸਨ ਦੇ ਰਹੇ ਅਤੇ ਉਹਨਾਂ ਉੱਤੇ ਜਿਹੜੀਆਂ ਟਿਚਕਰਾਂ ਕੀਤੀਆਂ ਜਾਂਦੀਆਂ ਸਨ ਉਹਨਾਂ ਵੱਲੋਂ ਉੱਕਾ ਹੀ ਬੇਧਿਆਨ ਸਨ। ਉਹ ਆਰਾਮ ਨਾਲ ਅਤੇ ਬਿਨਾਂ ਕਾਲ ਟੁਰੀ ਗਏ। ਇੱਕ ਵਾਰ ਮਰੋਨੋਵ ਨੇ ਉਹਨਾਂ ਨੂੰ ਰੋਕਿਆ। ਉਹ ਨਿਰਮਾਨ ਅਧਗੜ ਬੰਦਾ ਸੀ, ਜਿਸ ਦਾ ਸਾਰੇ ਉਹਦੇ ਗੰਭੀਰ ਇਮਾਨਦਾਰ ਜੀਵਨ ਢੰਗ ਕਾਰਨ ਸਤਿਕਾਰ ਕਰਦੇ ਸਨ। ਸੋ ਤੁਸੀਂ ਅੱਜ ਕੰਮ ਤੇ ਨਾ ਜਾਣ ਦਾ ਫੈਸਲਾ ਕੀਤਾ ਹੈ, ਦਾਨੀਨਲੋ ਇਵਾਨੋਵਿਚ, ਪਾਵੇਲ ਨੇ ਕਿਹਾ। ਮੇਰੀ ਘਰਵਾਲੀ ਦੇ ਬੱਚਾ ਹੋਣ ਵਾਲਾ ਹੈ, ਨਾਲੇ ਅੱਜ ਜਿਹਾ ਦਿਨ ਤੁਹਾਨੂੰ ਬੇਚੈਨ ਕਰ ਦਿੰਦਾ ਹੈ। ਉਹਨੇ ਨੀਵੀਂ ਆਵਾਜ਼ ਵਿੱਚ ਪੁੱਛਦੇ ਹੋਏ ਆਪਣੇ ਸਾਥੀਆਂ ਵੱਲ ਇੱਕ ਟੱਕ ਵੇਖਿਆ। ਸੁਣਿਆ ਤੁਸੀਂ ਅੱਜ ਡਾਇਰੈਕਟਰ ਨੂੰ ਤੰਗ ਕਰਨ ਦੀ ਨੀਅਤ ਧਾਰੀ ਹੈ, ਕੁਝ ਬਾਰੀਆਂ ਭੰਨੋਗੇ ਹੈਂ? ਅਸੀਂ ਸ਼ਰਾਬੀ ਨਹੀਂ, ਪਾਵੇਲ ਨੇ ਉੱਚੀ ਜਿਹੀ ਕਿਹਾ। ਸਾਡੀ ਮਨਸ਼ਾ ਤਾਂ ਬਸ ਆਪਣੇ ਝੰਡੇ ਲੈ ਕੇ ਸੜਕ ਉੱਤੇ ਮਾਰਚ ਕਰਨ ਅਤੇ ਕੁਝ ਗੀਤ ਗਾਉਣ ਦੀ ਏ, ਖਖੋਲ ਨੇ ਕਿਹਾ। ਜਰਾ ਸਾਡੇ ਗੀਤ ਸੁਣੋ, ਸਾਡੇ ਵਿਸ਼ਵਾਸ ਦਾ ਪ੍ਰਗਟਾ ਨੇ। ਮੈਨੂੰ ਤੁਹਾਡੇ ਵਿਸ਼ਵਾਸ ਦਾ ਖੂਬ ਪਤਾ ਹੈ, ਮਿਰੋਨੋਵ ਨੇ ਸੋਚਦੇ ਹੋਏ ਕਿਹਾ। ਮੈਂ ਤੁਹਾਡੇ ਅਖਬਾਰ ਪੜ੍ਹੇ ਨੇ। ਆਹ ਪੈਲਾਗੀਆ ਨੀਲੋਵਨਾ, ਉਹਨੇ ਸਿਆਣੀਆਂ ਅੱਖਾਂ ਨਾਲ ਮੁਸਕਰਾ ਕੇ ਮਾਂ ਵੱਲ ਵੇਖਦੇ ਹੋਏ
ਉੱਚੀ ਆਵਾਜ਼ ਵਿੱਚ ਕਿਹਾ, ਤੂੰ ਵੀ ਬਗਾਵਤ ਵਿੱਚ ਸ਼ਾਮਿਲ ਹੋ ਗਈ ਏ। ਮਰਨ ਤੋਂ ਪਹਿਲਾਂ ਇੱਕ ਵਾਰ ਤਾਂ ਇਨਸਾਫ ਦੀ ਧਿਰ ਨਾਲ ਚੱਲਣਾ ਹੀ ਪੈਣਾ। ਚੰਗਾ ਚੰਗਾ, ਮਿਰੋਨੋਵ ਨੇ ਕਿਹਾ। ਜਾਪਦੇ ਉਹਨਾਂ ਦਾ ਇਹ ਕਹਿਣਾ ਠੀਕ ਸੀ ਕਿ ਤੂੰ ਹੀ ਇਸ਼ਤਿਹਾਰ ਕਾਰਖਾਨੇ ਵਿੱਚ ਲਿਆਇਆ ਕਰਦੀ ਸੈਂ। ਕਿਸਨੇ ਕਿਹਾ ਸੀ ਇਹ? ਪਾਵੇਲ ਨੇ ਪੁੱਛਿਆ। ਲੋਕ ਇਹੋ ਕਹਿੰਦੇ ਸਨ। ਚੰਗਾ, ਰੱਬ ਰਾਖਾ, ਆਪਣੇ ਆਪ ਉੱਤੇ ਕਾਬੂ ਰੱਖਿਓ। ਮਾਂ ਚੁੱਪਚਾਪ ਮੁਸਕਰਾਈ। ਉਹ ਖੁਸ਼ ਸੀ ਕਿ ਉਹਨਾਂ ਉਹਦੇ ਬਾਰੇ ਅਜਿਹੀਆਂ ਗੱਲਾਂ ਕਹੀਆਂ ਸਨ। ਮਾਂ, ਤੂੰ ਵੀ ਜੇਲ੍ਹ ਜਾ ਕੇ ਰਹੇਂਗੀ, ਪਾਵੇਲ ਨੇ ਹੱਸ ਕੇ ਕਿਹਾ। ਸੂਰਜ ਉੱਪਰ ਉੱਠਦਾ ਗਿਆ, ਆਪਣਾ ਨਿੱਘ ਬਸੰਤ ਦੇ ਦਿਨ ਦੀ ਕਰਾਰੀ ਤਾਜ਼ਗੀ ਵਿੱਚ ਡੋਲਦਾ। ਬੱਦਲਾਂ ਦੀ ਹਰਕਤ ਮੱਧਮ ਪੈ ਗਈ ਅਤੇ ਉਹਨਾਂ ਦੇ ਪਰਛਾਵੇਂ ਪਤਲੇ ਤੇ ਵਧੇਰੇ ਪਾਰਦਰਸ਼ੀ ਹੋ ਗਏ। ਉਹ ਹੌਲੀ-ਹੌਲੀ ਸੜਕ ਅਤੇ ਮਕਾਨਾਂ ਦੀਆਂ ਛੱਤਾਂ ਉੱਤੇ ਤੈਰ ਰਹੇ ਸਨ। ਲੋਕਾਂ ਉੱਤੇ ਛਾਂ ਕਰਦੇ ਅਤੇ ਬਸਤੀ ਨੂੰ ਸਾਫ਼ ਕਰਦੇ। ਮਕਾਨਾਂ ਦੀਆਂ ਕੰਧਾਂ ਅਤੇ ਛੱਤਾਂ ਤੋਂ ਗੰਧ ਤੇ ਮਿੱਟੀ ਅਤੇ ਲੋਕਾਂ ਦੇ ਮੂੰਹਾਂ ਉੱਤੇ ਅਕੇਵਾਂ ਪੂੰਝਦੇ। ਸਭ ਕੁਝ ਵਧੇਰੇ ਖੁਸ਼ ਰਹਿਣਾ ਜਾਪ ਰਿਹਾ ਸੀ। ਆਵਾਜ਼ਾਂ ਦਾ ਸ਼ੋਰ ਵੱਧਦਾ ਗਿਆ, ਇੱਥੋਂ ਤੱਕ ਕਿ ਇਹਨੇ ਮਸ਼ੀਨਾਂ ਦੀ ਦੁਰਾਡੀ ਘੂਕਰ ਨੂੰ ਡਬੋ ਦਿੱਤਾ। ਇੱਕ ਵਾਰ ਫਿਰ ਬਾਰੀਆਂ ਅਤੇ ਵਿਹੜਿਆਂ 'ਚੋਂ ਲਫ਼ਜ਼ ਉੱਠਦੇ ਅਤੇ ਰਿੜ੍ਹਦੇ ਹੋਏ ਮਾਂ ਦੇ ਕੰਨਾਂ ਤੱਕ ਆਏ। ਲਫ਼ਜ਼ ਜਿਹੜੇ ਖੋਰੀ ਅਤੇ ਤੋਖਲੇ ਭਰੇ ਸਨ, ਵਿਚਾਰਾਂ ਭਰੇ ਅਤੇ ਦਿਲ ਵਧਾਉਣ ਵਾਲੇ ਸਨ। ਪਰ ਹੁਣ ਉਹ ਤਰਦੀਦ ਕਰਨ, ਸਮਝਾਉਣ, ਆਪਣਾ ਧੰਨਵਾਦ ਪ੍ਰਗਟ ਕਰਨ ਲਈ ਉਤਸੁਕ ਸੀ। ਉਸ ਦਿਨ ਦੀ ਅਜੀਬ ਵੰਨ-ਸੁਵੰਨੀ ਜ਼ਿੰਦਗੀ ਵਿੱਚ ਸਰਗਰਮ ਹਿੱਸਾ ਲੈਣ ਲਈ ਲਗਭਗ 100 ਲੋਕਾਂ ਦੀ ਭੀੜ ਇੱਕ ਤੰਗ ਗਲੀ ਵਿੱਚ ਇਕੱਠੀ ਹੋ ਗਈ ਸੀ ਅਤੇ ਉਹਨਾਂ ਦੇ ਵਿਚਕਾਰੋਂ ਵੈਸਵੋ ਸਚੀਕੋਵ ਦੀ ਆਵਾਜ਼ ਆ ਰਹੀ ਸੀ। ਉਹ ਰਸ ਭਰੀਆਂ ਦੇ ਰਸ ਵਾਂਗ ਸਾਡਾ ਲਹੂ ਨਿਚੋੜ ਲੈਂਦੇ ਨੇ। ਉਹਦੇ ਬੇਤੁਕੇ ਬੋਲ ਲੋਕਾਂ ਦੇ ਸਿਰਾਂ ਉੱਤੇ ਬੋਝਲ ਤਰ੍ਹਾਂ ਪਏ। ਕਿਵੇਂ ਨਿਚੋੜਦੇ ਨੇ? ਕਈ ਆਵਾਜ਼ਾਂ ਇੱਕੋ ਦਮ ਗੂੰਜਦੀਆਂ। ਮੁੰਡਾ ਯਤਨ ਕਰ ਰਿਹਾ, ਖਖੋਲ ਨੇ ਕਿਹਾ। ਮੇਰਾ ਖਿਆਲ ਹੈ ਮੈਂ ਜਾ ਕੇ ਉਹਦਾ ਹੱਥ ਵਟਾਵਾਂ। ਅਤੇ ਇਸ ਤੋਂ ਪਹਿਲਾਂ ਕਿ ਪਾਵੇਲ ਨੂੰ ਉਹਨੂੰ ਰੋਕਣ ਦਾ ਅਵਸਰ ਮਿਲਦਾ, ਉਹਨੇ ਆਪਣੀ ਲੰਮੀ ਸ਼ੋਲ ਦੇ ਭੀੜ ਵਿੱਚੋਂ ਇਉਂ ਮਰੋੜ ਲਈ ਜਿਵੇਂ ਡੱਟਾ ਕੱਢਣ ਵਾਲਾ ਪੇਚ ਡੱਟੇ ਵਿੱਚ ਘੁਸ ਜਾਂਦਾ ਹੈ। ਸਾਥੀਓ, ਉਹਨੇ ਆਪਣੀ ਭਰਵੀਂ ਆਵਾਜ਼ ਵਿੱਚ ਕਿਹਾ, ਉਹ ਕਹਿੰਦੇ ਨੇ ਧਰਤੀ ਉੱਤੇ ਵੱਖ-ਵੱਖ ਕੌਮਾਂ ਰਹਿੰਦੀਆਂ ਨੇ, ਯਹੂਦੀ ਤੇ ਜਰਮਨ, ਅੰਗਰੇਜ਼ ਤੇ ਤਾਤਾਰ। ਪਰ ਮੈਂ ਇਹ ਗੱਲ ਨਹੀਂ ਮੰਨਦਾ। ਸਿਰਫ 2 ਕੌਮਾਂ ਨੇ, 2 ਅਣਮੋਲ ਕੌਮਾਂ, ਅਮੀਰ ਅਤੇ ਗਰੀਬ। ਲੋਕ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨਦੇ ਨੇ ਅਤੇ ਵੱਖ-ਵੱਖ ਤਰ੍ਹਾਂ ਗੱਲਾਂ ਕਰਦੇ ਨੇ। ਪਰ ਜਦੋਂ ਅਸੀਂ ਵੇਖਦੇ ਵਾਂ ਕਿ ਕਿਸੇ ਅਮੀਰ ਫਰਾਂਸੀਸੀ, ਜਰਮਨ ਅਤੇ ਅੰਗਰੇਜ਼ ਕਿਰਤੀ ਲੋਕਾਂ ਨਾਲ ਸਲੂਕ ਕਰਦੇ ਨੇ, ਤਾਂ ਅਸੀਂ ਸਮਝ ਜਾਂਦੇ ਵਾਂ ਕਿ ਸਾਡੇ ਕਿਰਤੀਆਂ ਲਈ ਉਹ ਸਭੇ ਛਟੇ ਬਦਮਾਸ਼ ਨੇ। ਉਹਨਾਂ ਉੱਤੇ ਰੱਬ ਦੀ ਮਾਰ। ਭੀੜ ਵਿੱਚੋਂ ਕੋਈ ਹੱਸਿਆ। ਦੂਜੇ ਹੱਥ ਜੇ ਤੁਸੀਂ ਨੇੜਵੀਂ ਨਿਗਾਹ ਮਾਰੋ ਤਾਂ ਤੁਸੀਂ ਵੇਖੋਗੇ ਕਿ ਫਰਾਂਸੀਸੀ ਅਤੇ ਤਾਤਾਰ ਅਤੇ ਤੁਰਕ ਕਿਰਤੀ ਸਭ ਉਹ ਕੁੱਤਿਆਂ ਜਿਹੀ ਜ਼ਿੰਦਗੀ ਜਿਉਂਦੇ ਨੇ ਜਿਹੋ ਜਿਹੀ ਅਸੀਂ ਰੂਸੀ ਕਿਰਤੀ ਜਿਉਂਦੇ ਵਾਂ। ਸਦਾ ਵਧੇਰੇ ਲੋਕ ਗਲੀ ਵੱਲ ਮੁੜਦੇ ਗਏ। ਉਹ ਚੁੱਪਚਾਪ ਆਪਣੀਆਂ ਧੌਣਾਂ ਅੱਗੇ ਵਧਾਉਂਦੇ ਅਤੇ ਪੱਬਾਂ ਭਾਰ ਖੜੇ ਹੋ ਜਾਂਦੇ। ਆਂਦਰੇਈ ਦੀ ਆਵਾਜ਼ ਉਚੇਰੀ ਹੋ ਗਈ। ਵਿਦੇਸ਼ਾਂ ਵਿੱਚ ਕਿਰਤੀਆਂ ਨੇ ਪਹਿਲਾਂ ਹੀ ਇਹ ਸਾਦਾ ਸੱਚ ਸਮਝ ਲਿਆ ਹੈ ਅਤੇ ਅੱਜ ਇਸ ਲਿਸ਼ਕਦੇ ਮਈ ਦਿਵਸ ਤੇ ਪੁਲਿਸ ਕੋਈ ਕੂਕਿਆ। 4 ਘੋੜਸਵਾਰ ਪੁਲਸੀਏ ਸਿੱਧੇ ਘੋੜੇ ਵਧਾਉਂਦੇ ਗਲੀ ਵਿੱਚ ਆਏ। ਆਪਣੇ ਛਾਂਟੇ ਲਹਿਰਾਉਂਦੇ ਹੋਏ ਘੋੜਸਵਾਰ ਪੁਲਸੀਏ ਸਿੱਧੇ ਲੋਕਾਂ ਵੱਲ ਆ ਰਹੇ ਸਨ ਅਤੇ ਕੂਕ ਰਹੇ ਸਨ, ਖਿੰਡ ਪੁੰਡ ਜਾਓ। ਲੋਕਾਂ ਨੇ ਘੂਰੀਆਂ ਵੱਟੀਆਂ ਤੇ ਅਣਮਨਵੇਂ ਢੰਗ ਨਾਲ ਘੋੜਿਆਂ ਲਈ ਰਾਹ ਛੱਡਿਆ। ਕੁਝ ਜੰਗਲਿਆਂ ਉੱਤੇ ਚੜ੍ਹ ਗਏ। ਉਹ ਆਪਣੇ ਆਪ ਨੂੰ ਬਹਾਦਰ ਸਿਪਾਹੀ ਸਮਝਦੇ ਨੇ, ਪਰ ਹੈ ਉਹ ਐਨ ਸੂਰ ਨੇ। ਕਿਸੇ ਨੇ ਨਿਝੱਕ ਹੋ ਕੇ ਆਵਾਜ਼ ਕੱਸਿਆ। ਖਖੋਲ ਗਲੀ ਦੇ ਵਿਚਕਾਰ ਜਿੱਥੇ ਸੀ ਉੱਥੇ ਖੜਾ ਰਿਹਾ ਅਤੇ 2 ਘੋੜੇ ਆਪਣੇ ਸਿਰ ਸੁੱਟਦੇ ਉਹਦੇ ਵੱਲ ਵਧੇ। ਉਹ ਇੱਕ ਪਾਸੇ ਹੋ ਗਿਆ ਤੇ ਉਸੇ ਛਿਨ ਮਾਂ ਨੇ ਉਹਦਾ ਹੱਥ ਫੜ ਲਿਆ ਅਤੇ ਉਹਨੂੰ ਆਪਣੇ ਪਿੱਛੇ ਖਿੱਚ ਲਿਆ। ਤੂੰ ਤਾਂ ਪਾਵੇਲ ਦੇ ਨਾਲ ਰਹਿਣ ਦਾ ਇਕਰਾਰ ਕੀਤਾ ਸੀ, ਮਾਂ ਨੇ ਗੁੱਸੇ ਜਿਹੇ ਨਾਲ ਕਿਹਾ, ਤੇ ਤੂੰ ਇਹ ਕਿ ਇਕੱਲਾ ਹੀ ਮੁਸੀਬਤ ਸਹੇੜ ਰਿਹਾ। 1000 ਵਾਰ ਮਾਫੀ ਮੰਗਦਾ, ਖਗੋਲ ਨੇ ਮੁਸਕਰਾ ਕੇ ਕਿਹਾ। ਪੈਲਾਗੀਆ ਨੂੰ ਇੱਕ ਕੁਚਲਦੀ ਕੁਸ਼ਗਨੀ ਥਕਾਵਟ ਦਾ ਅਨੁਭਵ ਹੋਇਆ ਜਿਹੜੀ ਉਹਦੇ ਧੁਰ ਅੰਦਰੋਂ ਉੱਠ ਰਹੀ ਸੀ ਅਤੇ ਉਹਦਾ ਸਿਰ ਚਕਰਾ ਦਿੰਦੀ। ਵਾਰੋਂ-ਵਾਰ ਖੁਸ਼ੀ ਅਤੇ ਗਮ ਦੀ ਅਜੀਬ ਲਹਿਰ ਉਠਾਉਂਦੀ ਉਹਦਾ ਜੀਅ ਕਰਦਾ ਦੁਪਹਿਰ ਦੇ ਖਾਣੇ ਦੀ ਸੀਟੀ ਵੱਜ ਜਾਵੇ। ਉਹ ਚੌਂਕ ਵਿੱਚ ਗਿਰਜੇ ਕੋਲ ਆਏ। ਗਿਰਜੇ ਦੇ ਹਾਤੇ ਵਿੱਚ ਲੋਕਾਂ ਦੀ ਘਣੀ ਭੀੜ ਸਾਰੇ ਪਾਸੇ ਬੈਠੀ ਅਤੇ ਖੜੀ ਹੋਈ ਸੀ। 500 ਸ਼ਰੀਲੇ ਜਵਾਨ ਅਤੇ ਬੱਚੇ ਇਕੱਠੇ ਹੋਏ ਸਨ। ਭੀੜ ਅੱਗੇ ਪਿੱਛੇ ਲਹਿਰਾਉਂਦੀ। ਲੋਕ ਬੇਚੈਨੀ ਨਾਲ ਆਪਣੇ ਸਿਰ ਚੁੱਕਦੇ, ਬੇਸਬਰੀ ਨਾਲ ਕਿਸੇ ਸ਼ੈ ਨੂੰ ਉਡੀਕਦੇ। ਹਵਾ ਵਿੱਚ ਕੁਝ ਉੱਚ ਸੀ, ਜਾਪਦਾ ਸੀ। ਕੁਝ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨਾ ਹੈ। ਹੋਰ ਬਹਾਦਰੀ ਦਾ ਵਿਖਾਲਾ ਕਰ ਰਹੇ ਸਨ।
ਔਰਤਾਂ ਦੀਆਂ ਦੱਬੀਆਂ ਆਵਾਜ਼ਾਂ ਮਰਦਾਂ ਦੀਆਂ ਮਿੰਨਤਾਂ ਕਰਦੀਆਂ, ਜਿਹੜੇ ਖਿਝ ਨਾਲ ਉਹਨਾਂ ਤੋਂ ਮੂੰਹ ਮੋੜ ਲੈਂਦੇ। ਕਦੀ-ਕਦੀ ਦੱਬੀ ਜ਼ੁਬਾਨੇ ਗਾਲਾਂ ਸੁਣਾਈ ਦਿੰਦੀਆਂ। ਮਿਲੀ ਜੁਲੀ ਭੀੜ ਵਿੱਚੋਂ ਦਵੇਖ ਦੀ ਘੁੰਡੀ ਪਿਨਕਾਰ ਉੱਠਦੀ। ਮਿਤੇਨਕਾ, ਇੱਕ ਔਰਤ ਦੀ ਕੰਬਦੀ ਆਵਾਜ਼ ਨੇ ਕਿਹਾ, ਆਪਣੇ ਆਪ ਉੱਤੇ ਰਹਿਮ ਕਰ, ਮੇਰਾ ਖਹਿੜਾ ਛੱਡ ਪਰਾਂ। ਜਵਾਬ ਮਿਲਿਆ। ਸਿਜੋਵ ਦੀ ਪ੍ਰਭਾਵਸ਼ਾਲੀ ਆਵਾਜ਼ ਸ਼ਾਂਤ ਅਤੇ ਮਨਾਉਣੀ ਗੂੰਜੀ। ਸਾਨੂੰ ਜਵਾਨਾਂ ਨੂੰ ਪਿੱਛੇ ਨਹੀਂ ਛੱਡ ਦੇਣਾ ਚਾਹੀਦਾ, ਉਹਨੇ ਕਿਹਾ। ਉਹਨਾਂ ਵਿੱਚ ਸਾਡੇ ਨਾਲੋਂ ਵਧੇਰੇ ਸੂਝ ਹੈ ਤੇ ਵਧੇਰੇ ਦਲੇਰੀ ਹੈ। ਸਾਡੇ ਜੁਲਣ ਦੇ ਕੋਪੀਕਾਂ ਲਈ ਕੌਣ ਖੜਾ ਹੋਇਆ ਸੀ? ਉਹ ਸਨ, ਅਤੇ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਇਸ ਕੰਮ ਲਈ ਉਹਨਾਂ ਨੂੰ ਜੇਲੀ ਸੁੱਟ ਦਿੱਤਾ ਗਿਆ ਤੇ ਸਾਨੂੰ ਫਾਇਦਾ ਹੋਇਆ। ਸੀਟੀ ਵੱਜੀ। ਆਪਣੀ ਆਵਾਜ਼ ਦੇ ਕਾਲੇ ਵਹਿਣ ਵਿੱਚ ਲੋਕਾਂ ਦੀਆਂ ਆਵਾਜ਼ਾਂ ਨੂੰ ਹੜਪਦੀ ਭੀੜ ਉੱਤੋਂ ਦੀ ਇੱਕ ਕੰਬਣੀ ਫਿਰ ਗਈ। ਜਿਹੜੇ ਬੈਠੇ ਸਨ ਉਹ ਖੜੇ ਹੋ ਗਏ ਅਤੇ ਇੱਕ ਛਿਣ ਲਈ ਸਭੇ ਚੁੱਪ ਅਤੇ ਚੁਕੰਨੇ। ਕਈਆਂ ਦੇ ਮੂੰਹ ਤਾਂ ਪੀਲੇ ਵੀ ਪੈ ਗਏ ਸਨ। ਸਾਥੀਓ, ਪਾਵੇਲ ਦੀ ਤਕੜੀ ਅਤੇ ਭਰਪੂਰ ਆਵਾਜ਼ ਆਈ। ਮਾਂ ਦੀਆਂ ਅੱਖਾਂ ਵਿੱਚ ਗਰਮ ਹੰਝੂਆਂ ਦੀ ਚੋਭ ਹੋਈ ਅਤੇ ਉਹਦੇ ਵਿੱਚ ਸ਼ਕਤੀ ਦਾ ਸੱਜਰਾ ਉਬਾਲ ਆ ਗਿਆ। ਇੱਕੋ ਇੱਕ ਸ਼ੋਲੀ ਹਰਕਤ ਨਾਲ ਉਹ ਆਪਣੇ ਪੁੱਤਰ ਦੇ ਪਿੱਛੇ ਖੜੀ ਹੋ ਗਈ, ਜਿਸ ਦੁਆਲੇ ਲੋਕ ਚੁੰਬਕ ਦੁਆਲੇ ਅਸਪਾਤ ਦੇ ਟੋਟਿਆਂ ਵਾਂਗ ਜੁੜੇ ਹੋਏ ਸਨ। ਮਾਂ ਨੇ ਉਹਦੇ ਮੂੰਹ ਉੱਤੇ ਝਾਤ ਮਾਰੀ ਅਤੇ ਉਹਨੂੰ ਬਸ ਉਹਦੀਆਂ ਮਾਨਮੱਤੀਆਂ ਦਲੇਰ ਲੂੰਹਦੀਆਂ ਅੱਖਾਂ ਹੀ ਦਿਸੀਆਂ। ਸਾਥੀਓ, ਅਸਾਂ ਨਿਰਣਾ ਕੀਤਾ ਹੈ ਕਿ ਅੱਜ ਅਸੀਂ ਇਸ ਗੱਲ ਦਾ ਖੁੱਲ੍ਹਾ ਐਲਾਨ ਕਰਾਂਗੇ ਕਿ ਅਸੀਂ ਕੌਣ ਵਾਂ ਤੇ ਆਪਣਾ ਝੰਡਾ ਤਰਕ, ਇਨਸਾਫ ਤੇ ਆਜ਼ਾਦੀ ਦਾ ਝੰਡਾ ਉੱਚਾ ਚੁੱਕਾਂਗੇ। ਇੱਕ ਲੰਬਾ ਚਿੱਟਾ ਝੰਡਾ ਹਵਾ ਵਿੱਚ ਝੂਲਿਆ, ਫਿਰ ਭੀੜ ਵਿੱਚ ਝੁਕਿਆ। ਇਹਦੇ ਦੋ ਹਿੱਸੇ ਕਰਦਾ ਭੀੜ ਨੇ ਇਹਨੂੰ ਲੁਕਾ ਲਿਆ, ਇੱਥੋਂ ਤੱਕ ਕਿ ਇੱਕ ਛਿਣ ਪਿੱਛੋਂ ਕਿਰਤੀ ਸ਼੍ਰੇਣੀ ਦਾ ਝੰਡਾ ਉੱਪਰ ਚੁੱਕੇ ਮੂੰਹਾਂ ਉੱਤੇ ਇੱਕ ਵੱਡੇ ਲਾਲ ਪੰਛੀ ਵਾਂਗ ਉੱਭਰਿਆ। ਪਾਵੇਲ ਨੇ ਆਪਣੀ ਬਾਂਹ ਉਲਾਰੀ ਅਤੇ ਝੰਡਾ ਲਰਜ਼ਿਆ। ਦਰਜਨਾਂ ਹੱਥਾਂ ਨੇ ਝੰਡੇ ਦੇ ਡੰਡੇ ਦੀ ਕੂਲੀ ਚਿੱਟੀ ਲੱਕੜ ਨੂੰ ਥੰਮਿਆ ਅਤੇ ਉਹਨਾਂ ਵਿੱਚ ਉਹਦੀ ਮਾਂ ਦਾ ਹੱਥ ਵੀ ਸੀ। ਕਿਰਤੀ ਸ਼੍ਰੇਣੀ ਜਿੰਦਾਬਾਦ, ਪਾਵੇਲ ਨੇ ਨਾਅਰਾ ਲਾਇਆ। ਸੈਂਕੜੇ ਆਵਾਜ਼ਾਂ ਹੁੰਗਾਰਾ ਭਰਦੀਆਂ ਗਰਜੀਆਂ। ਸੋਸ਼ਲ ਡੈਮੋਕ੍ਰੈਟਿਕ ਕਿਰਤੀਆਂ ਦੀ ਪਾਰਟੀ, ਸਾਥੀਓ, ਸਾਡੀ ਪਾਰਟੀ ਸਾਡੇ ਵਿਚਾਰਾਂ ਦਾ ਸੋਮਾ ਜਿੰਦਾਬਾਦ। ਭੀੜ ਉਬਾਲੇ ਖਾਣ ਲੱਗ ਪਈ। ਜਿਨ੍ਹਾਂ ਨੂੰ ਝੰਡੇ ਦੀ ਮਹੱਤਤਾ ਦਾ ਪਤਾ ਸੀ ਉਹ ਅੱਗੇ ਵਧੇ। ਮਾਜੀਨ, ਸਮੋਇਲੋਵ ਅਤੇ ਗੁਸੈਵ ਭਰਾ ਪਾਵੇਲ ਤੱਕ ਅੱਪੜ ਗਏ। ਧੁੱਸ ਮਾਰਦਾ ਨਿਕੋਲਾਈ ਭੀੜ ਵਿੱਚੋਂ ਅੱਗੇ ਵਧਿਆ ਤੇ ਮਾਂ ਨੂੰ ਜਾਪਿਆ ਕਿ ਚਮਕਦੀਆਂ ਅੱਖਾਂ ਵਾਲੇ ਹੋਰ ਜਵਾਨ ਲੋਕ, ਜਿਨ੍ਹਾਂ ਨੂੰ ਉਹ ਜਾਣਦੀ ਨਹੀਂ ਸੀ, ਉਹਨੂੰ ਇੱਕ ਪਾਸੇ ਤੱਕ ਰਹੇ ਸਨ। ਸੰਸਾਰ ਦੇ ਕਿਰਤੀ ਜਿੰਦਾਬਾਦ, ਪਾਵੇਲ ਨੇ ਨਾਅਰਾ ਲਾਇਆ। ਉਹਦੇ ਨਾਅਰੇ ਦਾ ਹੁੰਗਾਰਾ ਖੁਸ਼ੀ ਅਤੇ ਬਲ ਦੇ ਹੜ੍ਹ ਵਿੱਚ 1000 ਮੂੰਹਾਂ ਵਿੱਚੋਂ ਰੂਹ ਹਲੂਣ ਦਾ ਨਾਅਰਾ ਆਇਆ। ਮਾਂ ਨੇ ਨਿਕੋਲਾਈ ਦਾ ਅਤੇ ਕਿਸੇ ਹੋਰ ਦਾ ਹੱਥ ਫੜ ਲਿਆ। ਉਸਦਾ ਗੱਚ ਭਰ ਆਇਆ ਸੀ, ਪਰ ਉਹ ਰੋਈ ਨਾ। ਉਹਦੇ ਗੋਡੇ ਕੰਬਦੇ ਅਤੇ ਕੰਬਦੇ ਹੋਠਾਂ ਵਿੱਚੋਂ ਕਹਿੰਦੀ, ਹਾਏ ਵੇ ਮੇਰੇ ਦੁਲਾਰਿਓ। ਨਿਕੋਲਾਈ ਦੇ ਮਾਤਾ ਦੇ ਦਾਗਾਂ ਵਾਲੇ ਮੂੰਹ ਉੱਤੇ ਖੁੱਲ੍ਹੀ ਮੁਸਕਾਨ ਫੈਲ ਗਈ। ਝੰਡੇ ਵੱਲ ਵੇਖਦੇ ਹੋਏ ਉਹਨੇ ਕੁਝ ਬੁੜਬੁੜ ਕੀਤੀ ਅਤੇ ਆਪਣਾ ਹੱਥ ਉਸ ਵੱਲ ਵਧਾਇਆ। ਅਚਾਨਕ ਉਹਨੇ ਇੱਕ ਬਾਂਹ ਮਾਂ ਦੇ ਗਲ ਦੁਆਲੇ ਵੱਲ ਲਈ ਅਤੇ ਉਹਨੂੰ ਚੁੰਮਿਆ। ਅਜਿਹਾ ਕਰਦੇ ਹੋਏ ਉਹ ਹੱਸਿਆ। ਸਾਥੀਓ, ਖੁਖੋਲ ਨੇ ਕਿਹਾ। ਉਹਦੀ ਮਿੱਠੀ ਆਵਾਜ਼ ਭੀੜ ਦੀ ਭਿੰਨ-ਭਿੰਨ ਤੋਂ ਉੱਪਰ ਉੱਠੀ। ਅਸਾਂ ਇੱਕ ਨਵੇਂ ਦੇਵਤੇ, ਚਾਨਣ ਅਤੇ ਤਰਕ, ਚੰਗਿਆਈ ਅਤੇ ਸੱਚ ਦੇ ਦੇਵਤੇ ਦੇ ਨਾਂ ਉੱਤੇ ਇੱਕ ਪਵਿੱਤਰ ਸੰਗਰਾਮ ਸ਼ੁਰੂ ਕੀਤਾ ਹੈ। ਸਾਡਾ ਨਿਸ਼ਾਨਾ ਬਹੁਤ ਦੂਰ ਹੈ, ਪਰ ਸਾਡਾ ਕੰਢਿਆਂ ਦਾ ਤਾਜ ਨੇੜੇ ਹੈ। ਜੇ ਕਿਸੇ ਅੰਦਰ ਸੱਚ ਦੀ ਜਿੱਤ ਵਿੱਚ ਨਿਸ਼ਚੇ ਦੀ ਘਾਟ ਹੈ, ਜੇ ਕਿਸੇ ਵਿੱਚ ਇਸ ਸੱਚ ਲਈ ਆਪਣੀ ਜਾਨ ਵਾਰਨ ਲਈ ਹਿੰਮਤ ਦਾ ਘਾਟਾ ਏ, ਜੇ ਕਿਸੇ ਨੂੰ ਆਪਣੇ ਬਲ ਉੱਤੇ ਸ਼ੱਕ ਹੈ ਤੇ ਤਸੀਹੇ ਝੱਲਣੋਂ ਡਰਦਾ ਹੈ, ਤਾਂ ਪਿੱਛੇ ਰਹਿ ਜਾਵੇ। ਅਸੀਂ ਸਿਰਫ ਉਹਨਾਂ ਦੇ ਸਾਥ ਦੇ ਚਾਹਵਾਨ ਹਾਂ ਜਿਨ੍ਹਾਂ ਨੂੰ ਸਾਡੀ ਜਿੱਤ ਵਿੱਚ ਨਿਸ਼ਚਾ ਹੈ। ਜਿਨ੍ਹਾਂ ਨੂੰ ਸਾਡਾ ਨਿਸ਼ਾਨਾ ਨਹੀਂ ਦਿਸਦਾ, ਉਹ ਸਾਡੇ ਨਾਲ ਮਾਰਚ ਨਾ ਕਰਨ, ਕਿਉਂਕਿ ਉਹਨਾਂ ਨੂੰ ਬਸ ਦੁੱਖ ਹੀ ਮਿਲੇਗਾ। ਸਾਥੀਓ, ਸਾਡੀਆਂ ਸਫਾਂ ਵਿੱਚ ਸ਼ਾਮਿਲ ਹੋ ਜਾਓ। ਆਜ਼ਾਦ ਲੋਕਾਂ ਦਾ ਤਿਉਹਾਰ ਜਿੰਦਾਬਾਦ, ਮਈ ਦਿਵਸ ਜਿੰਦਾਬਾਦ। ਭੀੜ ਵੱਧਦੀ ਗਈ। ਪਾਵੇਲ ਨੇ ਝੰਡਾ ਉੱਚਾ ਚੁੱਕਿਆ ਅਤੇ ਅੱਗੇ ਲਿਜਾਏ ਜਾਂਦੇ ਇਹ ਹਵਾ ਵਿੱਚ ਲਹਿਰਾਇਆ। ਸੂਰਜ ਨੇ ਇਹਨੂੰ ਰੁਸ਼ਨਾ ਦਿੱਤਾ। ਇਹ ਇੱਕ ਖੁੱਲ੍ਹੀ ਲਿਸ਼ਕਦੀ ਮੁਸਕਾਨ ਨਾਲ ਮੁਸਕਰਾ ਰਿਹਾ ਸੀ। ਫਿਓਦੋਰ ਮਾਜੀਨ ਗੂੰਜਦੀ ਆਵਾਜ਼ ਵਿੱਚ ਗਾਉਣ ਲੱਗ ਪਿਆ, ਸਦਾ ਲਈ ਛੱਡ ਜਗਤ ਪੁਰਾਣਾ। ਦਰਜਨਾਂ ਹੋਰ ਆਵਾਜ਼ਾਂ ਇੱਕ ਨਰਮ ਤਕੜੀ ਲਹਿਰ ਵਿੱਚ ਇਹਦੇ ਨਾਲ ਮਿਲਣ ਲਈ ਉੱਭਰੀਆਂ। ਧੂੜ ਇਹਦੀ ਅਸੀਂ ਪੈਰੋਂ ਛੰਡੀਏ। ਮਾਂ ਮਾਜੀਨ ਦੇ ਨਾਲ-ਨਾਲ ਚੱਲ ਰਹੀ ਸੀ। ਉਹਦੇ ਹੋਠਾਂ ਉੱਤੇ ਲਿਸ਼ਕਦੀ ਮੁਸਕਾਨ ਸੀ। ਉਹਦੀਆਂ ਅੱਖਾਂ ਫਿਓਦੋਰ ਦੇ ਸਿਰ ਦੇ ਉੱਪਰੋਂ ਝੰਡੇ ਅਤੇ ਆਪਣੇ ਪੁੱਤਰ ਵੱਲ ਲੱਗੀਆਂ ਹੋਈਆਂ ਸਨ। ਉਹਦੇ ਚਾਰੇ ਪਾਸੇ ਖੁਸ਼ੀਆਂ ਭਰੇ ਮੂੰਹ ਅਤੇ ਅਨੇਕ ਰੰਗਾਂ ਦੀਆਂ ਅੱਖਾਂ ਸਨ ਅਤੇ ਸਭ ਤੋਂ ਅੱਗੇ ਉਹਦਾ ਪੁੱਤਰ ਅਤੇ ਆਂਦਰੇਈ ਮਾਰਚ ਕਰ ਰਹੇ ਸਨ। ਉਹ ਉਹਨਾਂ ਦੋਹਾਂ ਨੂੰ ਗਾਉਂਦਾ ਸੁਣ ਸਕਦੀ ਸੀ। ਆਂਦਰੇਈ ਦੀ ਸੁਰੀਲੀ ਸੁਰ ਪਾਵੇਲ ਦੇ ਡੂੰਘੇ ਪੰਚਮ ਨਾਲ ਮਿਲ ਰਹੀ ਸੀ। ਜਾਗੋ ਕਿਰਤੀਓ, ਜਾਗੋ, ਘੋਲ ਕਰਨ ਲਈ ਜਾਗੋ, ਜਾਗੋ ਸਭੇ ਕੰਮ ਜੋ ਕਰਦੇ ਭੁੱਖੇ ਮਰਦੇ।
ਲੋਕ ਨੱਠਦੇ ਹੋਏ ਲਾਲ ਝੰਡੇ ਵੱਲ ਆਏ। ਉਹ ਨੱਠਦੇ ਹੋਏ ਨਾਅਰੇ ਲਾ ਰਹੇ ਸਨ, ਪਰ ਉਹਨਾਂ ਦੇ ਨਾਅਰੇ ਗੀਤ ਦੀਆਂ ਆਵਾਜ਼ਾਂ ਵਿੱਚ ਡੁੱਬ ਜਾਂਦੇ। ਉਹ ਗੀਤ ਆਪਣਾ ਘਰੇ ਹੋਰਨਾਂ ਨਾਲੋਂ ਮੱਧਮ ਸੁਰ ਵਿੱਚ ਗਾਇਆ ਜਾਂਦਾ। ਇੱਥੇ ਸੜਕ ਉੱਤੇ ਇਹ ਬੇਰੋਕ ਅਤੇ ਇੱਕ ਭਿਆਨਕ ਸ਼ਕਤੀ ਨਾਲ ਗਾਇਆ ਜਾ ਰਿਹਾ ਸੀ। ਇਹ ਅਜਿੱਤ ਦਲੇਰੀ ਨਾਲ ਗੂੰਜਦਾ ਅਤੇ ਜਿੱਥੇ ਇਹ ਲੋਕਾਂ ਨੂੰ ਭਵਿੱਖ ਦਾ ਰਾਹ ਅਪਣਾਉਣ ਲਈ ਵੰਗਾਰਦਾ, ਇਹ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਦਾ ਕਿ ਇਹ ਰਾਹ ਕਿੰਨਾ ਔਖਾ ਹੈ। ਇਹਦੀ ਵੱਡੀ ਬਚਵੀਂ ਲਾਟ ਆਪਣਾ ਸਮਾਂ ਵਿਹਾ ਚੁੱਕੀ ਹਰ ਸ਼ੈ ਦੇ ਹਨੇਰੇ ਨੂੰ, ਰਵਾਇਤੀ ਜਜ਼ਬਿਆਂ ਦੇ ਸਾਰੇ ਕੂੜੇ ਨੂੰ ਸਾੜੀ ਜਾਂਦੀ, ਨਵੇਂ ਦੇ ਜਹਨਮੀ ਡਰ ਨੂੰ ਸੁਆਹ ਬਣਾਈ ਜਾਂਦੀ। ਇੱਕ ਡਰਿਆ ਖੁਸ਼ ਮੂੰਹ ਮਾਂ ਨੇ ਨੇੜੇ ਆਇਆ ਇੱਕ ਡਰਿਆ ਖੁਸ਼ ਮੂੰਹ ਮਾਂ ਦੇ ਨੇੜੇ ਆਇਆ ਤੇ ਰੋਂ ਰੋਂ ਕਰਦੀ ਆਵਾਜ਼ ਵਿੱਚ ਪੁੱਛਿਆ, ਮੀਤੀਆਂ ਤੂੰ ਕਿੱਥੇ ਚੱਲਿਆ? ਜਾਣਦੇ ਸੋ, ਮਾਂ ਨੇ ਰੁਕੇ ਬਿਨਾਂ ਕਿਹਾ। ਉਹਦੇ ਬਾਰੇ ਫਿਕਰ ਨਾ ਕਰ, ਪਹਿਲਾਂ ਮੈਂ ਵੀ ਡਰਦੀ ਸਾਂ। ਮੇਰਾ ਪੁੱਤਰ ਸਭ ਤੋਂ ਅੱਗੇ ਵੈ, ਉਹਨੇ ਜਿਸਨੇ ਝੰਡਾ ਚੁੱਕਿਆ ਹੋਇਆ। ਕਿੱਧਰ ਵਧੀ ਜਾ ਰਹੇ ਹੋ ਪਾਗਲੋ? ਅੱਗੇ ਸਿਪਾਹੀ ਨੇ ਕਿਹਾ। ਔਰਤ ਨੇ, ਜਿਹੜੀ ਲੰਮੀ ਚਮਰਕ ਸੀ, ਅਚਾਨਕ ਮਾਂ ਨੂੰ ਇੱਕ ਹੱਡਲ ਹੱਥ ਨਾਲ ਫੜ ਲਿਆ। ਇਹਨਾਂ ਨੂੰ ਗਾਉਂਦਿਆਂ ਸੁਣਿਆ ਈ ਚੰਨੀਏ, ਉਹ ਉੱਚੀ ਉੱਚੀ ਜਿਹੀ ਬੋਲੀ, ਤੇ ਮੇਰਾ ਮੀਤੀਆ ਵੀ ਉਹਨਾਂ ਦੇ ਨਾਲ ਹੈ। ਡਰ ਨਾ, ਮਾਂ ਬੁੜਬੁੜਾਈ, ਉਹਨਾਂ ਦਾ ਕਾਜ ਪਵਿੱਤਰ ਹੈ। ਜਰਾ ਸੋਚ, ਜੇ ਲੋਕਾਂ ਉਹਦੇ ਲਈ ਜਾਨਾਂ ਨਾ ਦਿੱਤੀਆਂ ਹੁੰਦੀਆਂ ਤਾਂ ਈਸਾ ਮਸੀਹ ਵੀ ਨਾ ਹੁੰਦਾ। ਇਹ ਵਿਚਾਰ ਅਚਾਨਕ ਉਹਦੇ ਮਨ ਵਿੱਚੋਂ ਲਿਸ਼ਕਿਆ ਤੇ ਆਪਣੇ ਸਾਦੇ ਸਾਫ਼ ਸੱਚ ਨਾਲ ਉਹਦੇ ਉੱਤੇ ਛਾ ਗਿਆ। ਉਹਨੇ ਉਸ ਔਰਤ ਦੇ ਮੂੰਹ ਉੱਤੇ ਨਿਗਾਹ ਮਾਰੀ ਜਿਸ ਨੇ ਹਜੇ ਤੱਕ ਉਹਦਾ ਹੱਥ ਘੁੱਟਿਆ ਹੋਇਆ ਸੀ। ਜੇ ਲੋਕ ਉਹਦੇ ਲਈ, ਰੱਬ ਲਈ ਮਰੇ ਨਾ ਹੁੰਦੇ ਤਾਂ ਕਦੀ ਕੋਈ ਹਿੱਸਾ ਨਾ ਹੁੰਦਾ। ਉਹਨੇ ਹੈਰਾਨੀ ਭਰੀ ਮੁਸਕਾਨ ਨਾਲ ਕਿਹਾ। ਸਿਜੋਵ ਉਹਦੇ ਕੋਲ ਆਇਆ। ਅੱਜ ਖੁੱਲ੍ਹ ਕੇ ਮਾਰਚ ਕਰ ਰਹੇ ਵਾਂ ਹੈਂ? ਉਹਨੇ ਆਪਣੀ ਟੋਪੀ ਲਾਹ ਕੇ ਗੀਤ ਦੇ ਤਾਲ ਤੇ ਲਹਿਰਾਉਂਦੇ ਹੋਏ ਕਿਹਾ। ਗਾਣਾ ਗਾ ਰਹੇ ਵਾਂ, ਅਤੇ ਕਿਆ ਗਾਣਾ ਏ ਮਾਂ ਹੈਂ? ਜਾਰ ਨੇ ਲੜਨੀ ਜੰਗ, ਉਹ ਫੌਜਾਂ ਜੋੜ ਰਿਹਾ, ਦੇ ਦਿਓ ਉਹਨੂੰ ਪੁੱਤਰ ਆਪਣੇ। ਇਹਨਾਂ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਸਿਜੋਵ ਨੇ ਕਿਹਾ, ਤੇ ਮੇਰਾ ਵਿਚਾਰਾ ਪੁੱਤਰ ਕਬਰ ਵਿੱਚ ਪਿਆ ਹੈ। ਮਾਂ ਦਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ ਅਤੇ ਸੋ ਉਹਨੂੰ ਪਿੱਛੇ ਹਟਣਾ ਪਿਆ। ਉਹਨੇ ਇੱਕਦਮ ਇੱਕ ਪਾਸੇ ਕਰ ਦਿੱਤਾ ਗਿਆ ਅਤੇ ਜੰਗਲੇ ਨਾਲ ਧੱਕ ਦਿੱਤਾ ਗਿਆ ਅਤੇ ਲੋਕ ਕਿਸੇ ਵੱਡੀ ਲਹਿਰ ਵਾਂਗ ਉਹਦੇ ਕੋਲੋਂ ਲੰਘੀ ਗਏ। ਉਹ ਬਹੁਤ ਸਾਰੇ ਸਨ ਅਤੇ ਇਸ ਤੇ ਮਾਂ ਨੂੰ ਖੁਸ਼ੀ ਹੋਈ। ਜਾਗੋ ਕਿਰਤੀਓ ਜਾਗੋ, ਘੋਲ ਕਰਨ ਲਈ ਜਾਗੋ। ਜਾਪਦਾ ਸੀ ਸੱਚਮੁੱਚ ਇੱਕ ਵੱਡਾ ਪਿੱਤਲ ਦਾ ਵਾਜਾ ਆਪਣਾ ਸੰਗੀਤ ਹਵਾ ਵਿੱਚ ਪਾਈ ਜਾ ਰਿਹਾ ਹੈ, ਕੁਝ ਵਿੱਚ ਲੜਨ ਲਈ ਤਤਪਰਤਾ ਜਗਾਉਂਦਾ, ਹੋਰਨਾਂ ਵਿੱਚ ਲਹੂਣ ਵੀ ਉਤਸੁਕਤਾ, ਕਿਸੇ ਅਸਪਸ਼ਟ ਖੁਸ਼ੀ ਦਾ, ਕੁਝ ਨਵੇਂ ਦਾ ਅਨੁਭਵ ਜਗਾਉਂਦਾ। ਇੱਧਰ ਇਹ ਸੰਗ ਦੀਆਂ ਉਮੀਦਾਂ ਜਗਾਉਂਦਾ, ਉੱਧਰ ਇਹ ਚਿਰਾਂ ਤੋਂ ਇਕੱਠੇ ਹੋਏ ਗੁੱਸੇ ਦਾ ਕੜ ਪਾੜਦਾ। ਸਭੇ ਅੱਗੇ ਉਸ ਥਾਂ ਵੱਲ ਵੇਖ ਰਹੇ ਸਨ ਜਿੱਥੇ ਪੌਣ ਵਿੱਚ ਲਾਲ ਝੰਡਾ ਝੂਲ ਰਿਹਾ ਸੀ। ਉਹ ਚੱਲ ਪਏ। ਕੋਈ ਵਿਸਮਾਦੀ ਢੰਗ ਨਾਲ ਗਰਜਿਆ, ਅਸ਼ਕੇ ਜਵਾਨੋ। ਅਤੇ ਕਿਉਂਕਿ ਉਸ ਬੰਦੇ ਦਾ ਮਨ ਕਿਸੇ ਅਜਿਹੀ ਸ਼ੈ ਨਾਲ ਭਰਿਆ ਸੀ ਜਿਹੜੀ ਸਾਦੇ ਲਫ਼ਜ਼ਾਂ ਵਿੱਚ ਪ੍ਰਗਟ ਕਰਨ ਲਈ ਬਹੁਤ ਹੀ ਵੱਡੀ ਸੀ, ਉਹਨੇ ਇੱਕ ਬਹੁਤ ਵੱਡੀ ਗਾਲ ਕੱਢੀ। ਪਰ ਖੋਰ ਕਿਸੇ ਗੁਲਾਮ ਦਾ ਕਾਲਾ ਅੰਨਾ ਖੋਰ ਕਿਸੇ ਅਜਿਹੇ ਸੱਪ ਵਾਂਗ ਛੂਕਿਆ ਜਿਸ ਉੱਤੇ ਧੁੱਪ ਦੀ ਕਿਰਨ ਪੈ ਗਈ ਸੀ ਅਤੇ ਇਹਨੂੰ ਭੈੜੇ ਸ਼ਬਦਾਂ ਵਿੱਚ ਪ੍ਰਗਟਾ ਮਿਲਿਆ। ਕਾਫਰ ਕਿਤੋਂ ਦੇ? ਇੱਕ ਆਦਮੀ ਨੇ ਬਾਰੀ ਵਿੱਚੋਂ ਆਪਣਾ ਮੁੱਕਾ ਲਹਿਰਾਉਂਦੇ ਹੋਏ ਗੜੈਂ ਗੜੈਂ ਕੀਤੀ। ਆਲਮ ਪਨਾਹ ਸ਼ਹਿਨਸ਼ਾਹ ਵਿਰੁੱਧ ਉੱਠ ਖੜੇ ਹੋਏ। ਆਲਮ ਪਨਾਹ ਜ਼ਾਰ ਵਿਰੁੱਧ ਬਗਾਵਤ। ਇੱਕ ਹੋਰ ਦੀ ਰੋਂ ਰੋਂ ਕਰਦੀ ਆਵਾਜ਼ ਆਈ। ਜਦੋਂ ਮਰਦ ਅਤੇ ਔਰਤਾਂ ਉਹਦੇ ਕੋਲੋਂ ਛਾਲਾਂ ਮਾਰਦੇ ਲੰਘੇ ਤਾਂ ਮਾਂ ਨੇ ਘਾਬਰੇ ਮੂੰਹ ਵੇਖੇ। ਭੀੜ ਲਾਵੇਂ ਵਾਂਗ ਵੱਧਦੀ ਹੀ ਗਈ, ਗੀਤ ਨਾਲ ਸਦਾ ਅੱਗੇ ਵੱਲ ਖਿੱਚੀ ਜਾਂਦੀ, ਜਿਹੜਾ ਇਹਦੇ ਅੱਗੇ ਅੱਗੇ ਹੁੰਝਾ ਫੇਰਦਾ, ਖਾਲਸ ਆਪਣੀ ਟੱਕਰ ਦੀ ਸ਼ਕਤੀ ਨਾਲ ਹੀ ਸੜਕ ਸਾਫ਼ ਕਰੀ ਜਾਂਦਾ ਜਾਪਦਾ। ਜਦੋਂ ਉਹਨੇ ਅੱਗੇ ਅੱਗੇ ਲਾਲ ਝੰਡੇ ਵੱਲ ਵੇਖਿਆ ਤਾਂ ਉਹਨੇ ਆਪਣੇ ਮਨ ਦੀ ਅੱਖ ਨਾਲ ਆਪਣੇ ਪੁੱਤਰ ਦਾ ਮੂੰਹ ਵੇਖਿਆ, ਉਹਦਾ ਸਵਾਲਿਆ ਮੱਥਾ ਅਤੇ ਨਿਸ਼ਚੇ ਦੀ ਲੌ ਨਾਲ ਚਮਕਦੀਆਂ ਉਹਦੀਆਂ ਅੱਖਾਂ। ਹੁਣ ਉਹਨੇ ਵੇਖਿਆ ਕਿ ਉਹ ਜਲੂਸ ਦੇ ਅਖੀਰ ਉੱਤੇ ਹੈ। ਅਜਿਹੇ ਲੋਕਾਂ ਵਿਚਕਾਰ ਜਿਹੜੇ ਕਾਹਲ ਕੀਤੇ ਬਿਨਾਂ ਚੱਲ ਰਹੇ ਸਨ, ਆਲੇ ਦੁਆਲੇ ਅਜਿਹੇ ਦਰਸ਼ਕਾਂ ਦੀ ਠੰਡੀ ਲਾਪਰਵਾਹੀ ਨਾਲ ਵੇਖਦੇ ਜਿਹੜੇ ਪਹਿਲਾਂ ਹੀ ਜਾਣਦੇ ਸਨ ਕਿ ਨਾਟਕ ਦਾ ਅੰਤ ਕਿਵੇਂ ਹੋਵੇਗਾ। ਉਹ ਖੁਸ਼ਕ ਜਿਹੀਆਂ ਆਵਾਜ਼ਾਂ ਵਿੱਚ ਅਤੇ ਪੱਕੇ ਨਿਸ਼ਚੇ ਨਾਲ ਬੋਲਦੇ, ਸਿਪਾਹੀਆਂ ਦੀ ਇੱਕ ਕੰਪਨੀ ਸਕੂਲ ਵਿੱਚ ਖੜੀ ਹੈ ਤੇ ਇੱਕ ਕਾਰਖਾਨੇ ਕੋਲ। ਗਵਰਨਰ ਆ ਗਿਆ? ਸੱਚੀ? ਮੈਂ ਆਪਣੀ ਅੱਖਾਂ ਨਾਲ ਉਹਨੂੰ ਵੇਖਿਆ, ਹੁਣੇ ਹੀ ਆਇਆ ਹੈ। ਅਖੀਰ ਉਹ ਸਾਥੋਂ ਡਰ ਗਏ ਨੇ। ਜਰਾ ਸੋਚ, ਸਿਪਾਹੀ ਤੇ ਗਵਰਨਰ। ਵਕਤੇ ਨੇ ਖੁਸ਼ੀ ਨਾਲ ਗਾਲ ਕੱਢੀ। ਆਏ ਹਾਏ ਬੀਬੇ ਰਾਣਿਓ। ਮਾਂ ਦਾ ਦਿਲ ਸੋਚਾਂ ਨਾਲ ਧੜਕ ਰਿਹਾ ਸੀ, ਪਰ ਉਹਨੇ ਜਿਹੜੇ ਬੋਲ ਸੁਣੇ ਉਹ ਠੰਡੇ ਅਤੇ ਮੁਰਦਾ ਜਾਪਦੇ ਸਨ।
ਉਹਨੇ ਆਪਣੀ ਚਾਲ ਤਿੱਖੀ ਕਰ ਦਿੱਤੀ ਤਾਂ ਜੋ ਅਜਿਹੇ ਲੋਕਾਂ ਤੋਂ ਅੱਗੇ ਲੰਘ ਜਾਵੇ। ਉਹਨਾਂ ਤੋਂ ਅੱਗੇ ਲੰਘ ਜਾਣਾ ਸੌਖਾ ਸੀ। ਉਹ ਇੰਨੇ ਹੌਲੀ ਹੌਲੀ ਅਤੇ ਆਲਸੀ ਢੰਗ ਨਾਲ ਚੱਲਦੇ। ਅਚਾਨਕ ਕਿਉਂ ਜਾਪਿਆ ਜਿਵੇਂ ਜਲੂਸ ਦਾ ਅਗਲਾ ਹਿੱਸਾ ਕਿਸੇ ਸ਼ੈ ਨਾਲ ਟਕਰਾਇਆ ਹੋਵੇ ਅਤੇ ਉਹਦਾ ਧੜ ਰੁਕੇ ਬਿਨਾਂ ਡਰੀ ਗਰਜ ਨਾਲ ਮਛਰਿਆ। ਗੀਤ ਵੀ ਕੰਬਿਆ, ਪਰ ਇੱਕ ਵਾਰ ਫੇਰ ਪਹਿਲਾਂ ਨਾਲੋਂ ਉਚੇਰੇ ਅਤੇ ਤਿਖੇਰੇ ਤਾਲ ਨਾਲ ਸ਼ੁਰੂ ਹੋਣ ਲਈ। ਪਰ ਆਵਾਜ਼ਾਂ ਦੀ ਘਣੀ ਲਹਿਰ ਇੱਕ ਵਾਰ ਫਿਰ ਮੱਧਮ ਪਈ ਅਤੇ ਹੌਲੀ ਹੌਲੀ ਪਿੱਛੇ ਹਟੀ। ਵੱਖ-ਵੱਖ ਆਵਾਜ਼ਾਂ ਗੀਤ ਨੂੰ ਇਹਦੀ ਪਹਿਲੀ ਸ਼ਾਨ ਤੱਕ ਚੁੱਕਣ ਦਾ, ਇਹਨੂੰ ਭੜਕਾਉਣ ਦਾ, ਅੱਗੇ ਵਧਣ ਦਾ ਯਤਨ ਕਰਦੀਆਂ ਜਾਪਦੀਆਂ। ਜਾਗੋ ਕਿਰਤੀਓ ਜਾਗੋ, ਘੋਲ ਕਰਨ ਲਈ ਜਾਗੋ, ਜਾਗੋ ਸਭ ਕੰਮ ਜੋ ਕਰਦੇ ਭੁੱਖੇ ਮਰਦੇ। ਪਰ ਇਹ ਯਤਨ ਹੁਣ ਸਾਂਝੀ ਇੱਛਾ ਨਹੀਂ ਸੀ, ਜੁੜਵਾ ਨਿਸ਼ਚਾ ਨਹੀਂ ਸੀ। ਆਵਾਜ਼ਾਂ ਵਿੱਚ ਹੁਣ ਤੌਖਲਾ ਸੁਣੀਂਦਾ ਸੀ, ਕਿਉਂਕਿ ਮਾਂ ਮੂਹਰਲੀਆਂ ਕਿਤਾਰਾਂ ਨਹੀਂ ਸੀ ਵੇਖ ਸਕਦੀ ਅਤੇ ਉਹਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਹੈ। ਉਹਨੇ ਜਲੂਸ ਦੇ ਲੋਕਾਂ ਨੂੰ ਇੱਕ ਪਾਸੇ ਧੱਕਣਾ ਅਤੇ ਜ਼ੋਰ ਲਾ ਕੇ ਅੱਗੇ ਵਧਣਾ ਸ਼ੁਰੂ ਕੀਤਾ। ਅੱਗੇ ਵਧਦੇ ਹੋਏ ਉਹਦੀ ਟੱਕਰ ਉਹਨਾਂ ਲੋਕਾਂ ਨਾਲ ਹੁੰਦੀ ਜਿਹੜੇ ਪਿੱਛੇ ਹਟ ਰਹੇ ਸਨ। ਕੁਝ ਘੂਰੀਆਂ ਵੱਟੀ, ਸਿਰ ਨੀਵੇਂ ਪਾਈ, ਹੋਰ ਨਮੋਸ਼ੀ ਨਾਲ ਮੁਸਕਰਾਉਂਦੇ ਅਤੇ ਹੋਰ ਵਿਅੰਗ ਨਾਲ ਸੀਟੀਆਂ ਮਾਰਦੇ। ਉਹ ਚਿੰਤਾ ਨਾਲ ਉਹਨਾਂ ਦੇ ਮੂੰਹ ਘੋਖਦੀ, ਉਹਦੀਆਂ ਅੱਖਾਂ ਪੁੱਛ, ਅਰਜ਼ੋਈ ਅਤੇ ਤਰਲੇ ਨਾਲ ਭਰੀਆਂ ਹੋਈਆਂ। ਸਾਥੀਓ, ਪਾਵੇਲ ਦੀ ਆਵਾਜ਼ ਆਈ। ਸਿਪਾਹੀ ਵੀ ਸਾਡੇ ਜਿਹੇ ਹੀ ਲੋਕ ਨੇ। ਉਹ ਸਾਨੂੰ ਹੱਥ ਨਹੀਂ ਲਾਉਣਗੇ। ਉਹ ਸਾਨੂੰ ਕਿਉਂ ਹੱਥ ਲਾਉਣ? ਬਸ ਸਿਰਫ ਇਸ ਲਈ ਕਿ ਅਸੀਂ ਉਸ ਸੱਚ ਦਾ ਐਲਾਨ ਕਰਦੇ ਹਾਂ ਜਿਸ ਦਾ ਸਭਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਵੀ ਇਹ ਸੁਣਨਾ ਚਾਹੀਦਾ ਹੈ। ਉਹ ਹਜੇ ਮਹਿਸੂਸ ਨਹੀਂ ਕਰਦੇ, ਪਰ ਸਮਾਂ ਛੇਤੀ ਆਵੇਗਾ ਜਦੋਂ ਉਹ ਕਤਲ ਅਤੇ ਲੁੱਟ ਦੇ ਝੰਡੇ ਹੇਠ ਸਾਡਾ ਵਿਰੋਧ ਕਰਨ ਦੀ ਥਾਂ ਆਜ਼ਾਦੀ ਦੇ ਝੰਡੇ ਹੇਠ ਸਾਡੀਆਂ ਸਫ਼ਾਂ ਵਿੱਚ ਸ਼ਾਮਲ ਹੋ ਜਾਣਗੇ। ਅਤੇ ਉਹਨਾਂ ਵਿੱਚ ਸੱਚ ਦੀ ਸਮਝ ਛੇਤੀ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਅੱਗੇ ਵਧਦੇ ਹੀ ਜਾਈਏ। ਅੱਗੇ ਵਧੋ ਸਾਥੀਓ, ਸਦਾ ਅੱਗੇ। ਪਾਵੇਲ ਦੀ ਆਵਾਜ਼ ਮਜ਼ਬੂਤ ਗੂੰਜਦੀ ਸੀ। ਉਸਦੇ ਸ਼ਬਦ ਤਿੱਖੇ ਅਤੇ ਸਪਸ਼ਟ ਗੂੰਜੇ, ਪਰ ਭੀੜ ਖਿੰਡ ਰਹੀ ਸੀ। ਇੱਕ ਇੱਕ ਕਰਕੇ ਲੋਕ ਪਾਲਾਂ ਵਿੱਚੋਂ ਨਿਕਲਦੇ ਜਾਂਦੇ ਅਤੇ ਜੰਗਲਿਆਂ ਨਾਲ ਢਾਸ ਨਾਲ ਲਾ ਕੇ ਖੜੋ ਜਾਂਦੇ। ਹੁਣ ਜਲੂਸ ਨੇ ਇੱਕ ਫਾਨੇ ਦਾ ਰੂਪ ਧਾਰ ਲਿਆ ਸੀ, ਜਿਸ ਦੇ ਅੱਗੇ ਪਾਵੇਲ ਸੀ, ਜਿਸ ਦੇ ਸਿਰ ਉੱਤੇ ਕਿਰਤੀਆਂ ਦਾ ਲਾਲ ਝੰਡਾ ਲਿਸ਼ਕਦਾ ਹੋਇਆ ਝੂਲ ਰਿਹਾ ਸੀ। ਜਾਂ ਸ਼ਾਇਦ ਜਲੂਸ ਕਿਸੇ ਕਾਲੇ ਪੰਛੀ ਵਾਂਗ ਨਾਲ ਵਧੇਰੇ ਮਿਲਦਾ ਸੀ, ਜਿਸਨੇ ਸੋਚੀ ਸਮਝੀ ਉਡਾਰੀ ਲਈ ਆਪਣੇ ਖੰਭ ਫੈਲਾਏ ਹੋਏ ਸਨ। ਪਾਵੇਲ ਇਸ ਪੰਛੀ ਦੀ ਚੁੰਝ ਸੀ। ਅੰਕ 28ਵਾਂ। ਸੜਕ ਦੇ ਅਖੀਰ ਤੇ ਮਾਂ ਨੇ ਬੇਨੁਹਾਰੇ ਲੋਕਾਂ ਦੀ ਇੱਕ ਭੂਰੀ ਕੰਧ ਵੇਖੀ, ਜਿਹੜੇ ਸਾਰੇ ਇੱਕੋ ਜਿਹੇ ਜਾਪਦੇ ਸਨ। ਉਹਨਾਂ ਚੌਂਕ ਵਿੱਚ ਦਾਖਲ ਹੋਣ ਦਾ ਰਾਹ ਰੋਕਿਆ ਹੋਇਆ ਸੀ। ਹਰ ਇੱਕ ਦੇ ਮੋਢੇ ਤੋਂ ਸੰਗੀਨ ਦਾ ਠੰਡਾ ਲਿਸ਼ਕਾਰਾ ਉੱਠ ਰਿਹਾ ਸੀ ਅਤੇ ਉਹ ਖਾਮੋਸ਼ ਐਲ ਕੰਧ ਤੋਂ ਇੱਕ ਬਰਫੀਲਾ ਸਾਹ ਆਉਂਦਾ, ਜਿਸਨੇ ਕਿਰਤੀਆਂ ਨੂੰ ਆਪਣੀ ਵਲਗਨ ਵਿੱਚ ਲੈ ਲਿਆ ਅਤੇ ਮਾਂ ਦੇ ਦਿਲ ਨਾਲ ਟਕਰਾਇਆ ਅਤੇ ਉਸ ਵਿੱਚ ਖੁੱਸ ਗਿਆ। ਉਹਨੇ ਭੀੜ ਵਿੱਚੋਂ ਧੱਕੇ ਮਾਰ ਕੇ ਅੱਗੇ ਵੱਲ ਰਾਹ ਬਣਾਇਆ, ਉਸ ਥਾਂ ਅਪੜਨ ਦਾ ਯਤਨ ਕਰਦੇ ਹੋਏ ਜਿੱਥੇ ਉਹ ਲੋਕ ਜਿਨ੍ਹਾਂ ਨੂੰ ਉਹ ਜਾਣਦੀ ਸੀ ਉਹਨਾਂ ਲੋਕਾਂ ਦੇ ਨਾਲ ਲਾਲ ਝੰਡੇ ਦੁਆਲੇ ਖੜੇ ਸਨ, ਜਿਨ੍ਹਾਂ ਨੂੰ ਉਹ ਨਹੀਂ ਸੀ ਜਾਣਦੀ, ਜਿਨ੍ਹਾਂ ਤੋਂ ਉਹਦੇ ਮਿੱਤਰ ਹਮਾਇਤ ਭਾਲਦੇ ਜਾਪਦੇ। ਉਹ ਸਖਤੀ ਨਾਲ ਇੱਕ ਲੰਬੇ ਸਫਾਚਟ ਮੂੰਹ ਵਾਲੇ ਕਾਣੇ ਮਨੁੱਖ ਨਾਲ ਭਿੱਜੀ ਹੋਈ ਸੀ, ਜਿਸ ਨੂੰ ਉਹਦੇ ਵੱਲ ਵੇਖਣ ਲਈ ਆਪਣਾ ਸਿਰ ਅੱਧਾ ਭੁਆਉਣਾ ਪਿਆ। ਤੈਨੂੰ ਹੋਇਆ ਕੀ ਏ? ਤੂੰ ਕੌਣ ਹੈ? ਉਹਨੇ ਪੁੱਛਿਆ। ਮੈਂ ਪਾਵੇਲ ਵਲਾਸੋਵ ਦੀ ਮਾਂ ਵਾਂ, ਉਹਨੇ ਕਿਹਾ। ਉਹਨੂੰ ਇਸ ਗੱਲ ਦੀ ਸੋਝੀ ਸੀ ਕਿ ਉਹਦੇ ਗੋਡੇ ਕੰਬ ਰਹੇ ਸਨ ਅਤੇ ਉਹਦਾ ਹੇਠਲਾ ਹੋਠ ਉਹਦੇ ਕਾਬੂ ਵਿੱਚ ਨਹੀਂ ਸੀ ਜਾਪਦਾ। ਉਹ ਕਾਣੇ ਬੰਦੇ ਨੇ ਕਿਹਾ। ਸਾਥੀਓ, ਪਾਵੇਲ ਨੇ ਕਿਹਾ, ਇਹ ਲਾਜ਼ਮੀ ਹੈ ਕਿ ਸਾਰੀ ਜ਼ਿੰਦਗੀ ਅਸੀਂ ਅੱਗੇ ਵੱਲ ਵਧੀਏ। ਸਾਡੇ ਲਈ ਹੋਰ ਕੋਈ ਦਿਸ਼ਾ ਨਹੀਂ। ਲੋਕ ਚੁੱਪ ਅਤੇ ਆਸਵਾਨ ਹੋ ਗਏ। ਝੰਡਾ ਉੱਚਾ ਚੁੱਕਿਆ ਗਿਆ, ਇੱਕ ਛਿਨ ਲਈ ਥਿੜਕਿਆ, ਫਿਰ ਫੌਜੀਆਂ ਦੀ ਭੂਰੀ ਕੰਧ ਵੱਲ ਲਿਜਾਇਆ ਜਾਂਦਾ ਰੁਕ ਰੁਕ ਕੇ ਲੋਕਾਂ ਦੇ ਸਿਰਾਂ ਉੱਤੇ ਲਹਿਰਾਇਆ। ਮਾਂ ਕੰਬੀ ਅਤੇ ਇੱਕ ਹਟਕੋਰਾ ਲੈ ਕੇ ਅੱਖਾਂ ਬੰਦ ਕਰ ਲਈਆਂ। 4 ਜਣੇ, ਪਾਵੇਲ, ਆਂਦਰੇਈ, ਸਮੋਇਲੋਵ ਅਤੇ ਮਾਜੀਨ, ਭੀੜ ਨਾਲੋਂ ਅੱਗੇ ਵਧੇ ਸਨ। ਹਵਾ ਵਿੱਚ ਫਿਓਦੋਰ ਮਾਜੀਨ ਦੀ ਆਵਾਜ਼ ਸਹਿਜੇ ਜਿਹੀ ਗੂੰਜੀ, ਤੂੰ ਡਿੱਗਿਆ ਇੱਕ ਉੱਚ ਕੁਰਬਾਨੀ। ਅਤੇ ਨੀਵੀਆਂ ਆਵਾਜ਼ਾਂ ਨੇ 2 ਡੂੰਘੇ ਹੌਕਿਆਂ ਵਾਂਗ ਹੁੰਗਾਰਾ ਭਰਿਆ ਇਸ ਘੋਲ ਅਸਾਵੇਂ ਅੰਦਰ। ਲੋਕ ਸੰਗੀਤ ਦੇ ਤਾਲ ਤੇ ਪੈਰ ਪੁੱਟਦੇ ਅੱਗੇ ਵਧੇ। ਫਿਓਦੋਰ ਦੀ ਆਵਾਜ਼ ਕਿਸੇ ਚਮਕਦੇ ਫੀਤੇ ਵਾਂਗ ਖੁੱਲਦੀ ਗਈ, ਦ੍ਰਿੜਤਾ ਨਾਲ ਭਰਪੂਰ, ਇਸ ਨਿਸ਼ਚੇ ਦਾ ਐਲਾਨ ਕਰਦੀ, ਵਾਰ ਦਿੱਤਾ ਸਰਬੰਸ ਨੂੰ ਆਪਣਾ ਅਤੇ ਉਹਦੇ ਸਾਥੀ ਦੂਜੀ ਸਤਰ ਵਿੱਚ ਨਾਲ ਰਲ ਗਏ, ਆਜ਼ਾਦੀ ਦੇ ਕਾਜ ਦੀ ਖਾਤਰ। ਆਹਾ, ਕਿਸੇ ਨੇ ਇੱਕ ਪਾਸਿਓਂ ਖੋਰੀ ਹਾਸੇ ਨਾਲ ਕਿਹਾ, ਅਲੋਣੀਆਂ ਪਏ ਦਿੰਦੇ ਨੇ ਕੁੱਤੀ ਦੇ ਪੁੱਤਰ। ਜੜ ਇਹਨੂੰ ਇੱਕ ਗੁੱਸੈਲੀ ਆਵਾਜ਼ ਗੂੰਜੀ। ਮਾਂ ਨੇ ਆਪਣੇ ਹੱਥ ਆਪਣੇ ਸੀਨੇ ਨਾਲ ਲਾ ਲਏ ਤੇ ਆਲੇ ਦੁਆਲੇ ਦੇਖਿਆ।
ਉਹਨੇ ਵੇਖਿਆ ਕਿ ਜਿਹੜੀ ਭੀੜ ਨੇ ਸਾਰੀ ਸੜਕ ਉੱਤੇ ਹੜ ਲਿਆ ਦਿੱਤਾ ਸੀ, ਉਹ 4 ਜਣਿਆਂ ਨੂੰ ਝੰਡੇ ਨਾਲ ਅੱਗੇ ਵਧਦੇ ਵੇਖ ਕੇ ਡੋਲ ਰਹੀ ਸੀ। ਮਾਰਚ ਕਰਨ ਵਾਲਿਆਂ ਵਿੱਚੋਂ ਕੁਝ ਦਰਜਨਾਂ ਹੀ ਉਹਨਾਂ ਦੇ ਪਿੱਛੇ ਰਹਿ ਗਏ ਸਨ, ਪਰ ਹਰ ਪੈਰ ਤੇ ਇੱਕ ਅੱਧ ਨਿਖੜ ਜਾਂਦਾ, ਜਿਵੇਂ ਪਟੜੀ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਲੂ ਰਹੀ ਹੋਵੇ। ਹਿੰਸਾ ਦਾ ਫਿਰ ਹੋਵੇਗਾ ਅੰਤ। ਫਿਓਦੋਰ ਨੇ ਭਵਿੱਖਬਾਣੀ ਵਾਂਗ ਗਾਇਆ, ਜਨਤਾ ਜਾਗ ਪਵੇਗੀ। ਜਵਾਬ ਵਿੱਚ ਮਜ਼ਬੂਤ ਆਵਾਜ਼ਾਂ ਦੇ ਇੱਕ ਬਲਵਾਨ ਸਮੂਹ ਨੇ ਨਿਸ਼ਚਿਤ ਤਾੜਨਾ ਦਾ ਹੁੰਗਾਰਾ ਭਰਿਆ, ਪਰ ਡਰੀ ਹੋਈ ਫੁੱਸ-ਫੁੱਸ ਬਲਵਾਨ ਆਵਾਜ਼ਾਂ ਦੇ ਸਮੂਹ ਗਾਣ ਵਿੱਚ ਮਿਲ ਗਈ। ਉਹ ਹੁਕਮ ਦੇਣ ਹੀ ਵਾਲਾ ਏ, ਅਤੇ ਨਿਸ਼ਚੇ ਹੀ ਸਾਹਮਣਿਓਂ ਤਿੱਖੀ ਆਵਾਜ਼ ਆਈ, ਰਫਲਾਂ ਹੇਠਾਂ ਕਰੋ। ਸੰਗੀਨਾਂ ਇੱਕ ਹਲਦੀ ਕਤਾਰ ਵਿੱਚ ਨੀਵੀਆਂ ਕਰ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਉਹ ਅੱਗੇ ਵੱਧ ਰਹੇ ਝੰਡੇ ਨੂੰ ਇੱਕ ਚਤੁਰ ਅਸਪਾਤੀ ਮੁਸਕਾਨ ਨਾਲ ਮਿਲੀਆਂ। ਅੱਗੇ ਮਾਰਚ। ਉਹ ਆਏ। ਕਾਣੇ ਬੰਦੇ ਨੇ ਆਪਣੇ ਹੱਥ ਆਪਣੀਆਂ ਜੇਬਾਂ ਵਿੱਚ ਪਾਉਂਦੇ ਅਤੇ ਇੱਕ ਪਾਸੇ ਜਾਂਦੇ ਹੋਏ ਕਿਹਾ। ਮਾਂ ਅੱਖ ਝਮਕਾਏ ਬਿਨਾਂ ਵੇਖਦੀ ਰਹੀ। ਸਿਪਾਹੀ ਸੜਕ ਦੀ ਸਾਰੀ ਚੌੜਾਈ ਤੇ ਇੱਕ ਭੂਰੀ ਲਹਿਰ ਵਿੱਚ ਵੱਧ ਰਹੇ ਸਨ, ਜਿਹੜੀ ਇੱਕਸਾਰ ਠੰਡੇ ਸਿਰੜ ਨਾਲ ਵੱਧ ਰਹੀ ਸੀ ਅਤੇ ਜਿਸ ਦੇ ਉੱਤੇ ਸੰਗੀਨਾਂ ਦੀ ਰੁਪੈਲੀ ਚਮਕਦੀ ਝੱਗ ਸੀ। ਕੁਝ ਤਿੱਖੇ ਕਦਮ ਪੁੱਟ ਕੇ ਉਹ ਆਪਣੇ ਪੁੱਤਰ ਕੋਲ ਅੱਪੜ ਗਈ ਅਤੇ ਵੇਖਿਆ ਕਿ ਆਪਣੇ ਲੰਮੇ ਜੁੱਸੇ ਨਾਲ ਉਹਨੂੰ ਬਚਾਉਣ ਲਈ ਆਂਦਰੇਈ ਉਹਦੇ ਅੱਗੇ ਖੜਾ ਸੀ। ਆਪਣੀ ਥਾਂ ਮੁੜ ਜਾ ਸਾਥੀ, ਪਾਵੇਲ ਨੇ ਤਿੱਖੀ ਆਵਾਜ਼ ਵਿੱਚ ਕਿਹਾ। ਆਂਦਰੇਈ ਆਪਣਾ ਸਿਰ ਪਿੱਛੇ ਸੁੱਟ ਕੇ ਅਤੇ ਆਪਣੇ ਹੱਥ ਪਿੱਠ ਪਿੱਛੇ ਜੋੜ ਕੇ ਗਾ ਰਿਹਾ ਸੀ। ਪਾਵੇਲ ਨੇ ਉਹਨੂੰ ਮੋਢੇ ਨਾਲ ਧੱਕਾ ਦੇ ਕੇ ਇੱਕ ਪਾਸੇ ਕਰ ਦਿੱਤਾ ਤੇ ਇੱਕ ਵਾਰ ਫਿਰ ਕਿਹਾ, ਮੁੜ ਜਾ, ਤੈਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ। ਝੰਡਾ ਸਭ ਤੋਂ ਮੂਹਰੇ ਜਾਣਾ ਚਾਹੀਦਾ ਹੈ। ਖਿੰਡ ਪੁੰਡ ਜਾਓ। ਇੱਕ ਨਿੱਕੇ ਅਫਸਰ ਨੇ ਆਪਣੀ ਚਮਕਦੀ ਤਲਵਾਰ ਲਹਿਰਾਉਂਦੇ ਹੋਏ ਮਹੀਨ ਜਿਹੀ ਆਵਾਜ਼ ਵਿੱਚ ਹੁਕਮ ਦਿੱਤਾ। ਮਾਰਚ ਕਰਦਾ ਹੋਇਆ ਉਹ ਆਪਣੀਆਂ ਲੱਤਾਂ ਉੱਚੀਆਂ ਚੁੱਕਦਾ, ਆਪਣੇ ਗੋਡੇ ਮੋੜੇ ਬਿਨਾਂ ਅਤੇ ਆਪਣੇ ਬੂਟਾਂ ਦੇ ਤਲਿਆਂ ਨਾਲ ਧਰਤੀ ਨੂੰ ਜੋਸ਼ ਨਾਲ ਕੁੱਟਦਾ। ਮਾਂ ਨੂੰ ਉਹਦੇ ਬੂਟਾਂ ਦੀ ਚਮਕ ਸਾਫ਼ ਦਿਸੀ। ਇੱਕ ਲੰਮਾ ਬੰਦਾ ਜਿਸ ਦਾ ਸਿਰ ਘੋਣ ਕੀਤਾ ਹੋਇਆ ਸੀ ਅਤੇ ਜਿਸ ਦੀਆਂ ਘਣੀਆਂ ਚਿੱਟੀਆਂ ਮੁੱਛਾਂ ਸਨ, ਉਹਦੇ ਨਾਲ ਅਤੇ ਥੋੜਾ ਪਿੱਛੇ ਭਾਰੇ ਪੈਰੀ ਚੱਲ ਰਿਹਾ ਸੀ। ਉਹਨੇ ਲਾਲ ਅਸਤਰ ਵਾਲਾ ਇੱਕ ਲੰਮਾ ਭੂਰਾ ਕੋਟ ਪਹਿਨਿਆ ਹੋਇਆ ਸੀ ਅਤੇ ਉਹਦੀ ਚੌੜੀ ਪਤਲੂਨ ਦੀਆਂ ਲੱਤਾਂ ਤੇ ਇੱਕ ਪੀਲੀ ਪੱਟੀ ਲੱਗੀ ਹੋਈ ਸੀ। ਖਗੋਲ ਵਾਂਗ ਹੀ ਉਹ ਆਪਣੇ ਹੱਥ ਪਿੱਠ ਪਿੱਛੇ ਕਰੀ ਚੱਲ ਰਿਹਾ ਸੀ। ਉਹਦੀਆਂ ਅੱਖਾਂ, ਜਿਸ ਦੇ ਭਰਵੇਂ ਚਿੱਟੇ ਭਰਵੱਟੇ ਉੱਪਰ ਉੱਠੇ ਹੋਏ ਸਨ, ਪਾਵੇਲ ਉੱਤੇ ਟਿਕੀਆਂ ਹੋਈਆਂ ਸਨ। ਮਾਂ ਦੀ ਤੱਕਣੀ ਉਹ ਸਭ ਕੁਝ ਆਪਣੀ ਵਲਗਨ ਵਿੱਚ ਨਾ ਲੈ ਸਕੀ ਜੋ ਉਹਨੇ ਵੇਖਿਆ। ਉਹਦੀ ਛਾਤੀ ਇੱਕ ਉੱਚੀ ਚੀਖ ਨਾਲ ਭਰੀ ਪਈ ਸੀ, ਜਿਸ ਦੇ ਹਰ ਸਾਹ ਨਾਲ ਬਾਹਰ ਨਿਕਲ ਕੇ ਫੁੱਟ ਪੈਣ ਦਾ ਖਤਰਾ ਸੀ, ਪਰ ਉਹਨੇ ਆਪਣਾ ਸੀਨਾ ਘੁੱਟ ਕੇ ਫੜ ਲਿਆ ਅਤੇ ਚੀਕ ਨੂੰ ਦੱਬ ਲਿਆ। ਜਦੋਂ ਉਹ ਸੋਚੇ ਬਿਨਾਂ ਲਗਭਗ ਬੇਹੋਸ਼ ਅੱਗੇ ਵਧ ਰਹੀ ਸੀ, ਲੋਕ ਉਹਨੂੰ ਧੱਕੇ ਦਿੰਦੇ ਅਤੇ ਉਹ ਆਪਣੇ ਪੈਰਾਂ ਉੱਤੇ ਝੂਲਦੀ। ਮਾਂ ਨੇ ਅਨੁਭਵ ਕੀਤਾ ਕਿ ਜਿਉਂ-ਜਿਉਂ ਠੰਡੀ ਲਹਿਰ ਭੀੜ ਵੱਲ ਵੱਧ ਰਹੀ ਸੀ ਅਤੇ ਇਹਨੂੰ ਖਿੰਡਾ ਰਹੀ ਸੀ, ਤਾਂ ਭੀੜ ਉਹਦੀ ਪਿੱਠ ਪਿੱਛੇ ਛਦਰੀ ਹੋਣ ਲੱਗ ਪਈ। ਲਾਲ ਝੰਡੇ ਵਾਲੇ ਲੋਕਾਂ ਅਤੇ ਭੂਰੇ ਲੋਕਾਂ ਦੀ ਨਿੱਘਰ ਲਹਿਰ ਨੂੰ ਵੱਖ ਕਰਦੀ ਥਾਂ ਛੁਟੇਰੀ ਅਤੇ ਛੁਟੇਰੀ ਹੁੰਦੀ ਗਈ। ਹੁਣ ਉਹ ਸਿਪਾਹੀਆਂ ਦਾ ਸਮੂਹਿਕ ਮੂੰਹ ਵੇਖ ਸਕਦੀ ਸੀ, ਇੱਕ ਵਿਗੜਿਆ ਮੂੰਹ ਜਿਹੜਾ ਸੜਕ ਦੇ ਆਰ-ਪਾਰ ਖਿਲਰੀ ਇੱਕ ਗੰਦੀ ਪੀਲੀ ਲਕੀਰ ਵਿੱਚ ਫਿਸਿਆ ਹੋਇਆ ਸੀ, ਜਿਸ ਵਿੱਚ ਵੱਖ-ਵੱਖ ਰੰਗਾਂ ਦੀਆਂ ਅੱਖਾਂ ਉੱਗੜ-ਦੁੱਗੜ ਖਿਲਰੀਆਂ ਹੋਈਆਂ ਸਨ। ਉਹਨਾਂ ਦੇ ਸਾਹਮਣੇ ਅਸਪਾਤ ਦੇ ਜ਼ਾਲਮ ਨੁਕਤੇ ਚਮਕਦੇ, ਜਿਨ੍ਹਾਂ ਦਾ ਨਿਸ਼ਾਨਾ ਜਲੂਸ ਵਾਲਿਆਂ ਦੀਆਂ ਛਾਤੀਆਂ ਸਨ, ਅਤੇ ਉਹਨਾਂ ਨੂੰ ਛੂਏ ਬਿਨਾਂ ਅਸਪਾਤ ਨੇ ਉਹਨਾਂ ਨੂੰ ਇੱਕ ਤੋਂ ਪਿੱਛੇ ਦੂਜੇ ਨੂੰ ਵੱਖ-ਵੱਖ ਕਰ ਦਿੱਤਾ, ਭੀੜ ਨੂੰ ਖਿੰਡਾ ਦਿੱਤਾ। ਮਾਂ ਨੇ ਆਪਣੀ ਪਿੱਠ ਪਿੱਛੇ ਲੋਕਾਂ ਦੇ ਨੱਠਣ ਦੀ ਆਵਾਜ਼ ਸੁਣੀ ਅਤੇ ਉਦਾਸ ਘਾਬਰੀਆਂ ਆਵਾਜ਼ਾਂ ਦੀਆਂ ਕੂਕਾਂ ਸੁਣੀਆਂ। ਖਿੰਡ ਜਾਓ ਯਾਰੋ, ਨੱਠ ਜਾ ਵਲਾਸੋ, ਪਿੱਛੇ ਹਟ ਜਾ ਪਾਵੇਲ, ਝੰਡਾ ਸੁੱਟ ਦੇ ਪਾਵੇਲ। ਵੈਸਵੋ ਸਚੀਕੋਵ ਨੇ ਗੁਸੈਲੇ ਢੰਗ ਨਾਲ ਕਿਹਾ, ਇਹ ਮੈਨੂੰ ਦੇ ਦੇ, ਮੈਂ ਇਹਨੂੰ ਲੁਕਾ ਦਿਆਂਗਾ। ਉਹਨੇ ਡੰਡਾ ਫੜ ਲਿਆ ਅਤੇ ਝੰਡਾ ਪਿੱਛੇ ਵੱਲ ਝੂਲਿਆ। ਛੱਡ ਦੇ, ਪਾਵੇਲ ਕੂਕਿਆ। ਨਿਕੋਲਾਈ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ, ਜਿਵੇਂ ਸੜ ਗਿਆ ਹੋਵੇ। ਗੀਤ ਰੁਕ ਗਿਆ, ਲੋਕ ਰੁਕ ਗਏ ਅਤੇ ਪਾਵੇਲ ਦੁਆਰੇ ਨਿੱਘਰ ਕੰਧ ਬਣਾ ਲਈ, ਪਰ ਉਹ ਹਜੇ ਵੀ ਅੱਗੇ ਹੀ ਵਧੀ ਜਾ ਰਿਹਾ ਸੀ। ਅਚਾਨਕ ਅਤੇ ਆਸ ਤੋਂ ਬਿਨਾਂ ਚੁੱਪ ਛਾ ਗਈ, ਜਿਹੜੀ ਉੱਪਰੋਂ ਡਿੱਗੀ ਜਾਪਦੀ ਸੀ, ਜਿਹਨੇ ਸਭਨਾਂ ਨੂੰ ਇੱਕ ਅਣਦਿਸੇ ਬੱਦਲ ਵਿੱਚ ਲਪੇਟ ਲਿਆ। 20 ਕੁ ਬੰਦੇ ਝੰਡੇ ਦੁਆਲੇ ਖੜੇ ਸਨ, ਇਸ ਤੋਂ ਵੱਧ ਨਹੀਂ, ਪਰ ਉਹ ਪੱਕੇ ਪੈਰੀ ਖੜੇ ਸਨ। ਫਿਕਰ ਅਤੇ ਉਹਨਾਂ ਨੂੰ ਕੁਝ ਦੱਸਣ ਦੀ ਧੁੰਦਲੀ ਇੱਛਾ ਨੇ ਮਾਂ ਨੂੰ ਉਹਨਾਂ ਵੱਲ ਖਿੱਚ ਲਿਆ। ਲੈਫਟੀਨੈਂਟ, ਉਹ ਸ਼ੈ ਉਹਦੇ ਤੋਂ ਖੋਹ ਲੈ, ਲੰਮੇ ਬੁੱਢੇ ਆਦਮੀ ਨੇ ਝੰਡੇ ਵੱਲ ਇਸ਼ਾਰਾ ਕਰਦੇ ਹੋਏ ਇੱਕਸਾਰ ਆਵਾਜ਼ ਵਿੱਚ ਕਿਹਾ। ਨਿੱਕਾ ਅਫਸਰ ਦੌੜ ਕੇ ਪਾਵੇਲ ਕੋਲ ਆਇਆ ਅਤੇ ਝੰਡਾ ਫੜ ਲਿਆ। ਛੱਡ ਦੇ, ਉਹ ਚੀਕਿਆ। ਆਪਣਾ ਹੱਥ ਪਰਾਂ ਕਰ, ਪਾਵੇਲ ਨੇ ਉੱਚੀ ਆਵਾਜ਼ ਵਿੱਚ ਕਿਹਾ। ਝੰਡਾ ਹਵਾ ਵਿੱਚ ਲਾਲ ਲਾਟ ਬਣ ਕੇ ਝੂਲਿਆ, ਸੱਜੇ ਵੱਲ ਝੁਕਿਆ ਤੇ ਫਿਰ ਖੱਬੇ ਵੱਲ, ਫਿਰ ਸਿੱਧਾ ਖੜਾ ਹੋ ਗਿਆ।
ਨਿੱਕੇ ਅਫਸਰ ਨੇ ਪਿੱਛੇ ਵੱਲ ਛਾਲ ਮਾਰੀ ਅਤੇ ਡਿੱਗ ਪਿਆ। ਨਿਕੋਲਾਈ ਆਪਣਾ ਮੁੱਕਾ ਲਹਿਰਾਉਂਦਾ ਮਾਂ ਦੇ ਕੋਲੋਂ ਬਹੁਤ ਤੇਜ਼ੀ ਨਾਲ ਨੱਠਿਆ, ਜਿਹੜੀ ਗੱਲ ਉਹਦੇ ਲਈ ਅਸਾਧਾਰਨ ਸੀ। ਇਹਨਾਂ ਨੂੰ ਗ੍ਰਿਫਤਾਰ ਕਰੋ, ਬੁੱਢੇ ਆਦਮੀ ਨੇ ਪੈਰ ਭੁੰਜੇ ਪਟਕਾ ਕੇ ਕਿਹਾ। ਕਈ ਸਿਪਾਹੀ ਅੱਗੇ ਵੱਲ ਨੱਠੇ। ਉਹਨਾਂ ਵਿੱਚੋਂ ਇੱਕ ਨੇ ਆਪਣੀ ਰਫਲ ਦਾ ਕੁੰਦਾ ਲਹਿਰਾਇਆ। ਝੰਡਾ ਕੰਬਿਆ, ਅੱਗੇ ਵੱਲ ਡਿੱਗਾ ਅਤੇ ਸਿਪਾਹੀਆਂ ਦੇ ਭੂਰੇ ਸਮੂਹ ਵਿੱਚ ਗੁਆਚ ਗਿਆ। ਹਾਏ ਰੱਬਾ, ਕੋਈ ਕੁੜੱਤਰ ਨਾਲ ਕੂਕਿਆ। ਮਾਂ ਕਿਸੇ ਫੱਟੜ ਜਾਨਵਰ ਵਾਂਗ ਕੁਰਲਾਈ। ਉਹਦੇ ਜਵਾਬ ਵਿੱਚ ਫੌਜੀਆਂ ਵਿੱਚੋਂ ਪਾਵੇਲ ਦੀ ਸਾਫ਼ ਆਵਾਜ਼ ਆਈ, ਰੱਬ ਰਾਖਾ ਮਾਂ, ਰੱਬ ਰਾਖਾ ਮੇਰੀ ਸਭ ਤੋਂ ਪਿਆਰੀ। ਦੋ ਖਿਆਲ ਉਹਨੂੰ ਔੜੇ, ਉਹ ਜਿਉਂਦੇ ਉਹਨੇ ਮੈਨੂੰ ਯਾਦ ਰੱਖਿਆ, ਰੱਬ ਰਾਖਾ ਨੈਣਕੋ। ਉਹ ਉਹਨਾਂ ਨੂੰ ਇੱਕ ਝਾਂਤ ਵੇਖਣ ਲਈ ਆਪਣੇ ਪੱਬਾਂ ਭਾਰ ਖੜੀ ਹੋ ਗਈ। ਉਧਰ ਸਿਪਾਹੀਆਂ ਦੇ ਸਿਰਾਂ ਦੇ ਉੱਤੋਂ ਉਹਨੂੰ ਆਂਦਰੇਈ ਦਾ ਗੋਲ ਮੂੰਹ ਦਿਸਿਆ। ਉਹ ਮੁਸਕਰਾ ਰਿਹਾ ਸੀ ਅਤੇ ਚੁੱਕ ਕੇ ਉਹਨੂੰ ਸਲਾਮ ਕਰ ਰਿਹਾ ਸੀ। ਹਾਏ ਮੇਰੇ ਪਿਆਰਿਓ, ਆਂਦਰੀਓ ਸ਼ਾਹ ਪਾਸ਼ਾ, ਉਹ ਕੂਕੀ। ਰੱਬ ਰਾਖਾ ਸਾਥੀਓ, ਉਹਨਾਂ ਸਿਪਾਹੀਆਂ ਦੇ ਵਿਚਕਾਰੋਂ ਆਵਾਜ਼ ਦਿੱਤੀ। ਇੱਕ ਗੂੰਜਦੀਆਂ ਬਹੁ ਮੂੰਹੀਆਂ ਲੀਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ, ਇਹ ਬਾਰੀਆਂ ਵਿੱਚੋਂ ਆਈਆਂ, ਕਿਧਰੇ ਉੱਪਰੋਂ ਆਈਆਂ, ਐਨ ਛੱਤਾਂ ਤੋਂ ਆਈਆਂ। ਅੰਕ 29ਵਾਂ। ਕਿਸੇ ਨੇ ਉਹਨੂੰ ਸੀਨੇ ਉੱਤੇ ਮਾਰਿਆ। ਉਹਨਾਂ ਆਪਣੇ ਸਾਹਮਣੇ ਖੜੇ ਅਫਸਰ ਦਾ ਖਿੱਚਿਆ ਲਾਲ ਮੂੰਹ ਧੁੰਦਲਾ ਜਿਹਾ ਦਿਸਿਆ। ਇੱਥੋਂ ਟੁਰਦੀ ਹੋ ਬੁੱਢੀਏ, ਉਹ ਕੂਕਿਆ। ਮਾਂ ਨੇ ਉਹਨੂੰ ਇੱਕ ਨਜ਼ਰ ਨਾਲ ਪੂਰੀ ਤਰ੍ਹਾਂ ਵੇਖਿਆ। ਮਾਂ ਨੇ ਵੇਖਿਆ ਉਹਦੇ ਪੈਰਾਂ ਕੋਲ ਝੰਡੇ ਦਾ ਡੰਡਾ 2 ਟੋਟੇ ਹੋਇਆ ਪਿਆ ਸੀ। ਲਾਲ ਕੱਪੜੇ ਦਾ ਇੱਕ ਟੋਟਾ ਹਜੇ ਤੱਕ ਉਹਦੇ ਇੱਕ ਸਿਰ ਨਾਲ ਬੰਨਿਆ ਹੋਇਆ ਸੀ। ਉਹ ਝੁਕੀ ਅਤੇ ਚੁੱਕ ਲਿਆ। ਅਫਸਰ ਨੇ ਇਹ ਉਹਦੇ ਹੱਥੋਂ ਖੋਹ ਲਿਆ ਤੇ ਉਹਨੂੰ ਇੱਕ ਪਾਸੇ ਧੱਕ ਦਿੱਤਾ। ਮੈਂ ਤੈਨੂੰ ਕਿਹਾ ਟੁਰਦੀ ਹੋ, ਉਹ ਭੌਂ ਤੋਂ ਉੱਤੇ ਪੈਰ ਪਟਕਦਾ ਹੋਇਆ ਚਿল্ਲਾਇਆ। ਸਿਪਾਹੀਆਂ ਦੇ ਘੇਰੇ ਵਿੱਚੋਂ ਗੀਤ ਉੱਠਿਆ, ਜਾਗੋ ਕਿਰਤੀਓ ਜਾਗੋ, ਘੋਲ ਕਰਨ ਲਈ ਜਾਗੋ। ਸਭ ਕੁਝ ਗੁੰਮ ਤੈਰ ਤੇ ਕੰਬ ਰਿਹਾ ਸੀ। ਹਵਾ ਵਿੱਚ ਇੱਕ ਡਰਾਉਣੀ ਆਵਾਜ਼ ਸੀ, ਟੈਲੀਗ੍ਰਾਮ ਦੀਆਂ ਤਾਰਾਂ ਦੀ ਇਕਸਾਰ ਕੂਕਰ ਵਾਂਗ। ਅਫਸਰ ਨੱਠ ਕੇ ਆਇਆ। ਗਾਣਾ ਬੰਦ ਕਰੋ, ਉਹ ਗੁੱਸੇ ਨਾਲ ਚਿল্ਲਾਇਆ, ਕੂਕਿਆ। ਸਾਰਜੈਂਟ ਮੇਜਰ ਕਰਾਈਨੋਵ। ਥਿੜਕਦੇ ਪੈਰੀ ਮਾਂ ਉੱਥੇ ਗਈ ਜਿੱਥੇ ਅਫਸਰ ਨੇ ਝੰਡੇ ਦਾ ਟੁੱਟਿਆ ਡੰਡਾ ਸੁੱਟਿਆ ਸੀ ਅਤੇ ਉਹ ਫਿਰ ਚੁੱਕ ਲਿਆ। ਉਹਨਾਂ ਦੇ ਹਰਾਮੀ ਮੂੰਹ ਬੰਦ ਕਰ। ਗੀਤ ਥਿੜਕਿਆ, ਕੰਬਿਆ, ਟੁੱਟਿਆ ਅਤੇ ਖਤਮ ਹੋ ਗਿਆ। ਕਿਸੇ ਨੇ ਮਾਂ ਦੇ ਮੋਢੇ ਉੱਤੇ ਹੱਥ ਰੱਖਿਆ, ਉਹਨੂੰ ਮੋੜਿਆ ਅਤੇ ਧੱਕਾ ਦਿੱਤਾ। ਚੱਲ ਚੱਲ, ਇੱਥੋਂ ਟੁਰਦੀ ਹੋ, ਉਹਨੇ ਕਿਹਾ। ਸੜਕ ਖਾਲੀ ਕਰਾਓ, ਅਫਸਰ ਚਿল্ਲਾਇਆ। ਮਾਂ ਨੇ ਕੁਝ ਕਦਮ ਦੂਰ ਲੋਕਾਂ ਦੀ ਇੱਕ ਹੋਰ ਘਣੀ ਭੀੜ ਵੇਖੀ। ਉਹ ਸੜਕ ਤੇ ਪਿੱਛੇ ਜਾਂਦੇ ਜਾਂਦੇ ਅਤੇ ਮਕਾਨਾਂ ਦੇ ਵਿਹੜਿਆਂ ਵਿੱਚ ਲੋਪ ਹੁੰਦੇ ਖੱਪ ਪਾ ਰਹੇ ਸਨ ਅਤੇ ਬੁੜਬੁੜ ਕਰ ਰਹੇ ਸਨ ਅਤੇ ਸੀਟੀਆਂ ਮਾਰ ਰਹੇ ਸਨ। ਟੁਰਦੀ ਹੋ ਚੁੜੇਲੇ, ਇੱਕ ਮੁੱਛਲ ਜਵਾਨ ਸਿਪਾਹੀ ਨੇ ਮਾਂ ਦੇ ਕੰਨ ਵਿੱਚ ਕੂਕ ਕੇ ਕਿਹਾ ਤੇ ਉਹਦੇ ਕੋਲ ਆ ਕੇ ਉਹਨੂੰ ਧੱਕਾ ਦੇ ਕੇ ਫੁੱਟਪਾਥ ਉੱਤੇ ਚਾੜ ਦਿੱਤਾ। ਉਹ ਉੱਥੋਂ ਚਲੀ ਗਈ। ਝੰਡੇ ਦੇ ਡੰਡੇ ਉੱਤੇ ਭਾਰ ਪਾ ਕੇ ਝੁਕੀ, ਕਿਉਂਕਿ ਜਾਪਦਾ ਸੀ ਉਹਦਾ ਸਾਹ ਸੱਤ ਮੁੱਕ ਗਿਆ। ਦੂਜੇ ਹੱਥ ਨਾਲ ਉਹਨੇ ਕੰਧਾਂ ਅਤੇ ਜੰਗਲਿਆਂ ਦੀ ਟੇਕ ਲਈ ਹੋਈ ਸੀ ਤਾਂ ਜੋ ਡਿੱਗ ਨਾ ਪਵੇ। ਲੋਕ ਉਸ ਤੋਂ ਪਰਾਂ ਹਟਦੇ ਗਏ ਤੇ ਉਹਦੇ ਪਿੱਛੇ ਅਤੇ ਉਹਦੇ ਨਾਲ ਸਿਪਾਹੀ ਟੁਰ ਰਹੇ ਸਨ। ਵਗਦੇ ਹੋਵੋ, ਵਗਦੇ ਹੋਵੋ, ਉਹ ਕੂਕਦੇ। ਮਾਂ ਨੇ ਉਹਨਾਂ ਨੂੰ ਲੰਘ ਜਾਣ ਦਿੱਤਾ। ਫਿਰ ਉਹ ਰੁਕੀ ਅਤੇ ਆਸੇ-ਪਾਸੇ ਵੇਖਿਆ। ਸੜਕ ਦੇ ਦੂਜੇ ਸਿਰੇ ਉਹਨੇ ਇੱਕ ਪਤਲੀ ਜਿਹੀ ਪਾਲ ਬਣਾ ਕੇ ਖੜੇ ਹੋਰ ਸਿਪਾਹੀਆਂ ਨੂੰ ਚੌਂਕ ਵਿੱਚ ਵੜਨ ਦਾ ਰਾਹ ਰੋਕੀ ਵੇਖਿਆ। ਚੌਂਕ ਖਾਲੀ ਸੀ। ਉਹਦੇ ਅੱਗੇ-ਅੱਗੇ ਭੂਰੇ ਆਕਾਰ ਝੂਮ ਰਹੇ ਸਨ, ਹੌਲੀ-ਹੌਲੀ ਲੋਕਾਂ ਵੱਲ ਵੱਧ ਰਹੇ ਸਨ। ਉਹ ਪਿੱਛੇ ਹਟਣਾ ਲੋਚਦੀ ਸੀ, ਪਰ ਆਪ ਮੁਹਾਰੇ ਉਹ ਅੱਗੇ ਵਧੀ ਗਈ, ਇੱਥੋਂ ਤੱਕ ਕਿ ਉਹ ਤੰਗ ਖਾਲੀ ਗਲੀ ਤੱਕ ਅੱਪੜ ਗਈ, ਜਿਸ ਵਿੱਚ ਉਹ ਮੁੜ ਗਈ। ਉਹ ਇੱਕ ਵਾਰ ਫਿਰ ਰੁਕੀ। ਉਹਨੇ ਡੂੰਘਾ ਹੌਂਕਾ ਭਰਿਆ ਤੇ ਕੰਨ ਲਾ ਕੇ ਸੁਣਿਆ। ਕਿਧਰੇ ਅੱਗੋਂ ਭੀੜ ਦੀ ਭਿੰਨ-ਭਿੰਨ ਆ ਰਹੀ ਸੀ। ਡੰਡੇ ਉੱਤੇ ਭਾਰ ਪਾ ਕੇ ਉਹ ਇੱਕ ਵਾਰ ਫਿਰ ਚੱਲ ਪਈ। ਹੁਣ ਉਹਦੀਆਂ ਤਰੇਲੀਆਂ ਛੁੱਟ ਰਹੀਆਂ ਸਨ, ਉਹਦੇ ਭਰਵੱਟੇ ਕੰਬ ਰਹੇ ਸਨ, ਉਹਦੇ ਬੁੱਲ ਫਰਕ ਰਹੇ ਸਨ। ਉਹ ਹੱਥ ਹਿਲਾ ਰਹੀ ਸੀ ਅਤੇ ਉਹਦੇ ਮਨ ਵਿੱਚ ਉੱਗੜ ਦੁੱਗੜ ਲਫ਼ਜ਼ ਚੰਗਿਆੜੀਆਂ ਵਾਂਗ ਲਿਸ਼ਕ ਰਹੇ ਸਨ, ਆਕਾਰ ਵਿੱਚ ਵੱਧਦੇ ਹੋਏ, ਇੱਥੋਂ ਤੱਕ ਕਿ ਉਹ ਉਹਨਾਂ ਨੂੰ ਉੱਚਰ ਦੇਣ, ਉਹਨਾਂ ਨੂੰ ਕੂਕਣ ਦੀ ਇੱਕ ਫੌਰੀ ਅਰੁੱਖ ਇੱਛਾ ਵਿੱਚ ਫਟ ਪਏ। ਗਲੀ ਖੱਬੇ ਹੱਥ ਇੱਕ ਤਿੱਖਾ ਮੋੜ ਕੱਟਦੀ ਸੀ ਅਤੇ ਇੱਥੇ ਲੋਕਾਂ ਦੀ ਇੱਕ ਵੱਡੀ ਘਣੀ ਟੋਲੀ ਮਾਂ ਦੀ ਨਜ਼ਰ ਪਈ। ਭਰਾਵੋ, ਬੰਦਾ ਐਵੇਂ ਸ਼ੌਂਕ ਨਾਲ ਹੀ ਸੰਗੀਨਾਂ ਦੀ ਪਾਲ ਨੂੰ ਨਹੀਂ ਵੰਗਾਰਦਾ, ਕਿਸੇ ਨੇ ਉੱਚੀ ਤਕੜੀ ਆਵਾਜ਼ ਵਿੱਚ ਕਿਹਾ। ਕਦੀ ਅਜਿਹੀ ਗੱਲ ਵੇਖੀ? ਸੰਗੀਨਾਂ ਉਹਨਾਂ ਵੱਲ ਵੱਧਦੀਆਂ ਆਉਂਦੀਆਂ ਤੇ ਉਹ ਕਿਵੇਂ ਡਟ ਕੇ ਖੜੇ ਰਹੇ, ਚਟਾਨ ਵਾਂਗ ਪੱਕੇ ਪੈਰੀ, ਤੇ ਡਰੇ ਤਾਂ ਉੱਕਾ ਹੀ ਨਹੀਂ। ਇਹ ਹੋਇਆ ਨਾ ਪਾਵੇਲ, ਵਲਾਸੋਵ ਤੇ ਖੁਖੋਲ। ਹੱਥ ਪਿੱਠ ਪਿੱਛੇ ਅਤੇ ਸਾਰਾ ਸਮਾਂ ਹੱਸਦਾ ਰਿਹਾ ਨਿੱਡਰ ਭੂਤਨਾਮ। ਮਿੱਤਰੋ, ਮਾਂ ਕੂਕੀ। ਉਹਨੇ ਧੱਕਾ ਮਾਰ ਕੇ ਉਹਨਾਂ ਦੇ ਵਿਚਕਾਰ ਰਾਹ ਬਣਾਇਆ। ਉਹਨਾਂ ਸਤਿਕਾਰ ਨਾਲ ਉਹਨੂੰ ਰਾਹ ਦੇ ਦਿੱਤਾ। ਕੋਈ ਹੱਸਿਆ। ਵੇਖੋ, ਝੰਡਾ ਉਹਦੇ ਕੋਲ ਹੈ, ਝੰਡਾ ਉਹਦੇ ਹੱਥ ਵਿੱਚ ਹੈ। ਚੁੱਪ ਕਰ, ਇੱਕ ਕਰੜੀ ਆਵਾਜ਼ ਨੇ ਕਿਹਾ। ਮਾਂ ਨੇ ਆਪਣੀਆਂ ਬਾਹਾਂ ਖੋਲ ਕੇ ਉਲਾਰੀਆਂ।
ਸੁਣੋ ਰੱਬ ਦੇ ਨਾਂ ਤੇ, ਤੁਸੀਂ ਸਾਰੇ ਚੰਗੇ ਲੋਕੋ, ਸਾਰੇ ਪਿਆਰੇ ਲੋਕੋ, ਜੋ ਕੁਝ ਹੋਇਆ ਉਸ ਵੱਲ ਵੇਖਣੋਂ ਨਾ ਡਰੋ। ਸਾਡੇ ਆਪਣੇ ਬੱਚੇ ਸਾਡਾ ਹੱਡ ਮਾਸ ਇਨਸਾਫ ਦੇ ਨਾਂ ਉਤੇ ਇਸ ਰਾਹ ਪਏ ਨੇ। ਉਹਨਾਂ ਤੁਹਾਡੇ ਸਭਨਾਂ ਲਈ, ਤੁਹਾਡੇ ਹਜੇ ਜੰਮਣ ਵਾਲੇ ਬੱਚਿਆਂ ਲਈ ਸੁਨਹਿਰੇ ਦਿਨ ਦੀ ਭਾਲ ਵਿੱਚ ਇਸ ਕੰਮ ਦਾ ਬੀੜਾ ਚੁੱਕਿਆ ਹੈ। ਉਹ ਇੱਕ ਹੋਰ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਨੇ, ਸੱਚ ਅਤੇ ਇਨਸਾਫ ਦੀ ਜ਼ਿੰਦਗੀ। ਉਹ ਸਭਨਾਂ ਲਈ ਚੰਗਿਆਈ ਚਾਹੁੰਦੇ ਨੇ। ਉਹਦਾ ਦਿਲ ਫਟ ਰਿਹਾ ਸੀ। ਉਹਨੇ ਆਪਣੀ ਛਾਤੀ ਉੱਤੇ ਦਬਾਅ ਅਨੁਭਵ ਕੀਤਾ ਤੇ ਉਹਦਾ ਗਲਾ ਗਰਮ ਅਤੇ ਸੁੱਕਾ ਸੀ। ਉਹਦੇ ਧੁਰ ਅੰਦਰ ਮਹਾਨ ਨਵੇਂ ਲਫ਼ਜ਼ ਜਨਮ ਲੈ ਰਹੇ ਸਨ, ਸਭ ਕੁਝ ਨੂੰ ਵਲਗਣ ਵਿੱਚ ਲੈਣ ਵਾਲੇ ਲਫ਼ਜ਼ ਜਿਹੜੇ ਉਹਦੀ ਜੀਭ ਨੂੰ ਲੂੰਹਦੇ ਅਤੇ ਉਹਦੀ ਜ਼ਬਾਨ ਨੂੰ ਰਵਾਨੀ ਅਤੇ ਬਲ ਨਾਲ ਬੋਲਣ ਤੇ ਮਜਬੂਰ ਕਰਦੇ। ਉਹ ਵੇਖ ਰਹੀ ਸੀ ਕਿ ਸਭੇ ਚੁੱਪਚਾਪ ਉਹਨੂੰ ਸੁਣ ਰਹੇ ਸਨ ਅਤੇ ਉਹ ਮਹਿਸੂਸ ਕਰਦੀ ਸੀ ਕਿ ਉਹਦੇ ਦੁਆਲੇ ਸੰਘਣੇ ਜੁੜੇ ਉਹ ਸੋਚ ਰਹੇ ਹਨ। ਉਹਦੇ ਮਨ ਵਿੱਚ ਇੱਛਾ ਪੈਦਾ ਹੋਈ, ਜਿਸ ਨੂੰ ਹੁਣ ਉਹ ਸਾਫ਼ ਤੌਰ ਤੇ ਅਨੁਭਵ ਕਰਦੀ ਸੀ ਕਿ ਉਹ ਉਹਨਾਂ ਉੱਤੇ ਜ਼ੋਰ ਦੇਵੇ ਕਿ ਉਹ ਉਹਦੇ ਪੁੱਤਰ ਅਤੇ ਆਂਦਰੇਈ ਅਤੇ ਉਹਨਾਂ ਸਭਨਾਂ ਦੇ ਪਿੱਛੇ ਚੱਲਣ ਜਿਨ੍ਹਾਂ ਨੂੰ ਉਹਨਾਂ ਸਿਪਾਹੀਆਂ ਦੇ ਹੱਥ ਪੈ ਜਾਣ ਦਿੱਤਾ ਸੀ। ਉਹਨਾਂ ਸਭਨਾਂ ਦੇ ਪਿੱਛੇ ਚੱਲਣ ਜਿਨ੍ਹਾਂ ਨੂੰ ਉਹਨਾਂ ਕਿਸਮਤ ਦੇ ਹਵਾਲੇ ਛੱਡ ਦਿੱਤਾ ਸੀ। ਆਪਣੇ ਦੁਆਲੇ ਖੜੇ ਉਦਾਸ ਅਤੇ ਧਿਆਨ ਭਰੇ ਮੂੰਹਾਂ ਵੱਲ ਵੇਖਦੇ ਹੋਏ ਉਹਨੇ ਕੋਮਲਤਾ ਨਾਲ ਜ਼ੋਰ ਦੇਂਦੀ ਆਵਾਜ਼ ਵਿੱਚ ਕਿਹਾ, ਸਾਡੇ ਬੱਚੇ ਖੁਸ਼ੀ ਦੀ ਭਾਲ ਵਿੱਚ ਚੱਲ ਪਏ ਨੇ ਅਤੇ ਉਹਨਾਂ ਇਹ ਕੰਮ ਸਾਡੇ ਸਭਨਾਂ ਖਾਤਰ ਅਤੇ ਈਸਾ ਦੇ ਸੱਚ ਦੀ ਖਾਤਰ ਕੀਤਾ ਹੈ। ਉਹ ਸਭ ਕੁਝ ਨਾਲ ਜੂਝਣ ਲਈ ਨਿਕਲੇ ਨੇ ਜਿਸ ਨੂੰ ਭੈੜੇ ਲੋਕ, ਧੋਖੇਬਾਜ਼ ਤੇ ਲਾਲਚੀ ਲੋਕ ਸਾਨੂੰ ਬੰਨ੍ਹਣ ਲਈ, ਸਾਡੇ ਮੂੰਹ ਵਿੱਚ ਬੁੱਝਾ ਦੇਣ ਲਈ, ਸਾਨੂੰ ਕੁਚਲਣ ਲਈ ਵਰਤਦੇ ਨੇ। ਪਿਆਰੇ ਲੋਕੋ, ਜਵਾਨ ਲੋਕ ਸਾਡੀ ਖਾਤਰ ਉੱਠ ਖੜੇ ਹੋਏ ਨੇ, ਸਮੁੱਚੇ ਸੰਸਾਰ ਦੀ ਖਾਤਰ, ਜਿੱਥੇ ਕਿਧਰੇ ਵੀ ਉਹ ਹੋਣ। ਕਿਰਤੀ ਲੋਕਾਂ ਦੀ ਖਾਤਰ ਉਹਨਾਂ ਦਾ ਸਾਥ ਨਾ ਛੱਡੋ, ਉਹਨਾਂ ਨੂੰ ਪਿੱਠ ਨਾ ਦਿਓ, ਆਪਣੇ ਬੱਚਿਆਂ ਨੂੰ ਇਕੱਲੇ ਜਾਣ ਤੇ ਮਜਬੂਰ ਨਾ ਕਰੋ। ਆਪਣੇ ਬਾਰੇ ਸੋਚੋ, ਆਪਣੇ ਬੱਚਿਆਂ ਦੇ ਦਿਲਾਂ ਵਿੱਚ ਨਿਸ਼ਚਾ ਰੱਖੋ। ਜਿਨ੍ਹਾਂ ਸੱਚ ਦਾ ਐਲਾਨ ਕੀਤਾ ਵੇ ਅਤੇ ਇਸ ਲਈ ਤਸੀਹੇ ਚੱਲ ਰਹੇ ਨੇ, ਉਹਨਾਂ ਵਿੱਚ ਭਰੋਸਾ ਰੱਖੋ। ਉਹਦੀ ਆਵਾਜ਼ ਕੰਬ ਰਹੀ ਸੀ। ਉਹ ਝੂਲੀ, ਲਗਭਗ ਬੇਹੋਸ਼ ਹੋਈ। ਕਿਸੇ ਨੇ ਉਹਨੂੰ ਫੜ ਲਿਆ। ਉਹ ਰੱਬੀ ਸੱਚ ਬੋਲ ਰਹੀ ਹੈ। ਇੱਕ ਉਤੇਜਿਤ ਅਤੇ ਸਪਾਟ ਆਵਾਜ਼ ਕੂਕੀ, ਰੱਬੀ ਸੱਚ, ਭਲੇ ਲੋਕੋ ਸੁਣੋ। ਉਹ ਆਪਣੇ ਆਪ ਨੂੰ ਕਿਵੇਂ ਤਸੀਹੇ ਦੇ ਰਹੀ ਹੈ, ਇੱਕ ਹੋਰ ਨੇ ਹਮਦਰਦੀ ਨਾਲ ਕਿਹਾ। ਉਹ ਆਪਣੇ ਆਪ ਨੂੰ ਤਸੀਹੇ ਨਹੀਂ ਦੇ ਰਹੀ, ਉਹ ਸਾਡੇ ਮੂਰਖਾਂ ਦੀ ਖੁੰਬ ਠੱਪ ਰਹੀ ਹੈ, ਇੱਕ ਹੋਰ ਨੇ ਉਲਾਂਭੇ ਨਾਲ ਰੋਸ ਪ੍ਰਗਟ ਕੀਤਾ। ਸੱਚੇ ਸ਼ਰਧਾਲੂਓ, ਇੱਕ ਇਸਤਰੀ ਉੱਚੀ ਕੰਬਦੀ ਆਵਾਜ਼ ਵਿੱਚ ਕੂਕੀ, ਮੇਰਾ ਮੀਤੀਆ, ਉਸ ਦੀ ਰੂਹ ਸੱਚੀ ਹੈ। ਉਹਨੇ ਕੀ ਮਾੜਾ ਕੰਮ ਕੀਤਾ ਹੈ? ਉਹ ਆਪਣੇ ਸਾਥੀਆਂ ਪਿੱਛੇ ਚੱਲਿਆ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ। ਉਹ ਜੋ ਕੁਝ ਕਹਿ ਰਹੀ ਹੈ ਸੱਚ ਹੈ। ਅਸੀਂ ਆਪਣੇ ਬੱਚਿਆਂ ਨੂੰ ਕਿਉਂ ਇਕੱਲੇ ਛੱਡ ਦਈਏ? ਉਹਨਾਂ ਕੀ ਮਾੜਾ ਕੰਮ ਕੀਤਾ ਹੈ? ਮਾਂ ਇਹ ਸੁਣ ਕੇ ਕੰਬ ਗਈ ਅਤੇ ਚੁੱਪਚਾਪ ਰੋਣ ਲੱਗ ਪਈ। ਪੈਲਾਂਗੀਆ ਨਿਲੋਵਿਨਾ, ਘਰ ਜਾ, ਸੰਜੋਗ ਨੇ ਉੱਚੀ ਕਿਹਾ। ਇੱਕ ਦਿਨ ਲਈ ਤੂੰ ਬਹੁਤ ਕੁਝ ਸਹਾਰ ਲਿਆ। ਉਹਦਾ ਮੂੰਹ ਪੀਲਾ ਪਿਆ ਹੋਇਆ ਸੀ ਅਤੇ ਦਾੜੀ ਉਲਝੀ ਹੋਈ ਸੀ। ਅਚਾਨਕ ਉਹ ਸਿੱਧਾ ਖੜਾ ਹੋ ਗਿਆ ਤੇ ਆਲੇ ਦੁਆਲੇ ਕਰੜੀ ਨਿਗਾਹ ਨਾਲ ਵੇਖਿਆ। ਤੁਸੀਂ ਸਾਰੇ ਜਾਣਦੇ ਹੋ, ਮੇਰਾ ਪੁੱਤਰ ਮਾਤਵੇਈ ਕਾਰਖਾਨੇ ਵਿੱਚ ਮਾਰਿਆ ਗਿਆ, ਉਹਨੇ ਸਾਫ਼-ਸਾਫ਼ ਕਿਹਾ। ਪਰ ਜੋ ਜਿਉਂਦਾ ਹੁੰਦਾ ਤਾਂ ਮੈਂ ਆਪ ਉਹਨੂੰ ਉਹਨਾਂ ਹੋਰਨਾਂ ਪਿੱਛੇ ਭੇਜਦਾ। ਮੈਂ ਆਪ ਉਹਨੂੰ ਕਹਿੰਦਾ, ਮਾਤਵੇਈ ਤੂੰ ਵੀ ਜਾ, ਇਹ ਇੱਕੋ ਇੱਕ ਸੱਚਾ ਰਾਹ ਹੈ, ਇੱਕੋ ਇੱਕ ਇਮਾਨਦਾਰ ਰਾਹ। ਉਹ ਰੁਕ ਗਿਆ ਤੇ ਚੁੱਪ ਹੋ ਗਿਆ ਤੇ ਹੋਰ ਸਭੇ ਵੀ ਗੁਸੈਲੇ ਚੁੱਪ ਸਨ। ਉਹ ਕਿਸੇ ਨਵੇਂ ਅਤੇ ਧੜਵੈਲ ਜਜ਼ਬੇ ਦੀ ਅਮੋੜ ਪਕੜ ਵਿੱਚ ਸਨ, ਜਿਸ ਤੋਂ ਹੁਣ ਇਹ ਲੋਕ ਡਰਦੇ ਨਹੀਂ ਸਨ। ਸਜੋਵ ਨੇ ਆਪਣਾ ਸਿਰ ਉੱਪਰ ਚੁੱਕਿਆ, ਮੁੱਕਾ ਲਹਿਰਾਇਆ। ਇੱਕ ਬੁੱਢਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ, ਉਸਨੇ ਕਿਹਾ। ਤੁਸੀਂ ਸਾਰੇ ਮੈਨੂੰ ਜਾਣਦੇ ਹੋ। 53 ਵਰ੍ਹਿਆਂ ਤੋਂ ਮੈਂ ਇਸ ਧਰਤੀ ਉੱਤੇ ਜੀ ਰਿਹਾ ਤੇ 39 ਵਰ੍ਹਿਆਂ ਤੋਂ ਮੈਂ ਇੱਥੇ ਕੰਮ ਕਰ ਰਿਹਾ। ਅੱਜ ਉਹਨਾਂ ਮੇਰੇ ਭਣੇਵੇਂ ਨੂੰ ਫਿਰ ਗ੍ਰਿਫਤਾਰ ਕਰ ਲਿਆ, ਇੱਕ ਚੰਗੇ ਸਿਆਣੇ ਮੁੰਡੇ ਨੂੰ। ਉਹ ਮੋਰਲੀ ਸਫ਼ ਵਿੱਚ ਮਾਰਚ ਕਰ ਰਿਹਾ ਸੀ, ਵਲਾਸੋਵ ਦੇ ਨਾਲ, ਐਨ ਝੰਡੇ ਦੇ ਨਾਲ। ਉਹਨੇ ਆਪਣਾ ਹੱਥ ਲਹਿਰਾਇਆ ਤੇ ਉਹਦੇ ਵਿੱਚੋਂ ਕੁਝ ਜ਼ਿੰਦਗੀ ਨਿਕਲ ਗਈ ਜਾਪਦੀ ਸੀ। ਇਸ ਬੀਬੀ ਨੇ ਜੋ ਕੁਝ ਕਿਹਾ ਉਹ ਸੱਚ ਹੈ, ਉਹਨੇ ਮਾਂ ਦੀ ਬਾਂਹ ਫੜਦੇ ਹੋਏ ਕਿਹਾ। ਸਾਡੇ ਬੱਚੇ ਇਮਾਨਦਾਰ, ਸੂਝ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਸਾਥ ਛੱਡ ਦਿੱਤਾ ਹੈ, ਸੱਚਮੁੱਚ ਛੱਡ ਦਿੱਤਾ ਹੈ। ਚੱਲ ਪੈਲਾਗੀਆ ਨਿਲੋਵਨਾ। ਚੰਗੇ ਲੋਕੋ, ਮਾਂ ਨੇ ਲਾਲ ਗਨੀਆਂ ਵਾਲੀਆਂ ਅੱਖਾਂ ਨਾਲ ਆਪਣੇ ਆਲੇ ਦੁਆਲੇ ਵੇਖਦੇ ਹੋਏ ਕਿਹਾ। ਜ਼ਿੰਦਗੀ ਸਾਡੇ ਬੱਚਿਆਂ ਲਈ ਵੇ, ਧਰਤੀ ਉਹਨਾਂ ਲਈ ਵੇ। ਚੱਲ ਪੈਲਾਗੀਆ ਨਿਲੋਵਨਾ, ਇਹ ਲੈ ਆਪਣਾ ਡੰਡਾ। ਸਿਜੋਵ ਨੇ ਮਾਂ ਨੂੰ ਝੰਡੇ ਵਾਲਾ ਟੁੱਟਾ ਡੰਡਾ ਫੜਾਉਂਦੇ ਕਿਹਾ। ਉਹ ਅਫਸੋਸ ਅਤੇ ਸਤਿਕਾਰ ਨਾਲ ਮਾਂ ਵੱਲ ਵੇਖਦੇ ਰਹੇ, ਹਮਦਰਦੀ ਦੀ ਫੁੱਸ-ਫੁੱਸ ਕਰਦੇ ਹੋਏ। ਸਿਜੋਵ ਨੇ ਚੁੱਪਚਾਪ ਉਹਦੇ ਲਈ ਰਾਹ ਬਣਾਇਆ ਤੇ ਲੋਕ ਉਸੇ ਤਰ੍ਹਾਂ ਚੁੱਪਚਾਪ ਪਾਸੇ ਹੁੰਦੇ ਗਏ। ਕਿਸੇ ਸਮਝੋ ਬਾਹਰੀ ਸ਼ਕਤੀ ਦੇ ਖਿੱਚੇ ਹੋਏ ਉਹ ਸੜਕ ਉੱਤੇ ਉਹਦੇ ਪਿੱਛੇ-ਪਿੱਛੇ ਚੱਲਦੇ ਗਏ, ਜਾਂਦੇ-ਜਾਂਦੇ ਨਿੰਮੀ ਆਵਾਜ਼ ਵਿੱਚ ਸੰਖੇਪ ਗੱਲਾਂ ਕਰਦੇ। ਜਦੋਂ ਉਹ ਉਹਦੇ ਮਕਾਨ ਦੇ ਫਾਟਕ ਕੋਲ ਉਪੜੇ ਤਾਂ ਉਹ ਉਹਨਾਂ ਵੱਲ ਮੁੜੀ ਅਤੇ ਡੰਡੇ ਦਾ ਸਹਾਰਾ ਲੈ ਕੇ ਸਿਰ ਨਿਵਾਇਆ। ਸ਼ੁਕਰੀਆ, ਉਹਨੇ ਨਰਮੀ ਅਤੇ ਸ਼ੁਕਰਾਨੇ ਨਾਲ ਕਿਹਾ।
ਅਤੇ ਉਹ ਵਿਚਾਰ ਯਾਦ ਕਰਦੇ ਹੋਏ, ਉਸ ਵਿਚਾਰ ਨੂੰ ਯਾਦ ਕਰਦੇ ਹੋਏ ਜਿਹੜਾ ਉਹਦੇ ਦਿਲ ਦੀ ਡੂੰਘਾਈ ਵਿੱਚ ਜੰਮਿਆ ਸੀ, ਉਹਨੇ ਵਾਅਦਾ ਕੀਤਾ ਜੇ ਉਹਦੀ ਸ਼ਾਨ ਵਧਾਉਣ ਲਈ ਲੋਕਾਂ ਜਾਨਾਂ ਨਾ ਦਿੱਤੀਆਂ ਹੁੰਦੀਆਂ ਤਾਂ ਕੋਈ ਹਿੱਸਾ ਮਸੀਹ ਵੀ ਨਾ ਹੁੰਦਾ। ਭੀੜ ਚੁੱਪਚਾਪ ਉਹਦੇ ਵੱਲ ਵੇਖਦੀ ਰਹੀ। ਇੱਕ ਵਾਰ ਫਿਰ ਉਹਨੇ ਲੋਕਾਂ ਵੱਲ ਸਿਰ ਨਿਵਾਇਆ ਤੇ ਆਪਣੇ ਘਰ ਵਿੱਚ ਚਲੀ ਗਈ। ਸਿਜੋਬ ਨੇ ਸਿਰ ਨਿਵਾਇਆ ਤੇ ਉਹਦੇ ਪਿੱਛੇ ਪਿੱਛੇ ਚਲਾ ਗਿਆ। ਕੁਝ ਦੇਰ ਲੋਕ ਖੜੇ ਰਹੇ ਫਾਟਕ ਕੋਲ ਗੱਲਾਂ ਕਰਦੇ, ਫਿਰ ਉਹ ਹੌਲੀ-ਹੌਲੀ ਉੱਥੋਂ ਚਲੇ ਗਏ। ਅੰਕ 30ਵਾਂ। ਬਾਕੀ ਦਾ ਦਿਨ ਯਾਦਾਂ ਦੀ ਧੁੰਦ ਅਤੇ ਉਸ ਅੱਤ ਦੇ ਥਕੇਵੇਂ ਵਿੱਚ ਬੀਤਿਆ ਜਿਸਨੇ ਉਹਦੀ ਰੂਹ ਅਤੇ ਦੇਹ ਨੂੰ ਜਕੜਿਆ ਹੋਇਆ ਸੀ। ਉਹਦੀਆਂ ਅੱਖਾਂ ਸਾਹਮਣੇ ਨਿੱਕੇ ਅਫਸਰ ਦਾ ਭੂਰਾ ਟਿਮਕਣਾ, ਪਾਵੇਲ ਦਾ ਸੰਵਾਲਿਆ ਮੂੰਹ ਅਤੇ ਆਂਦਰੇ ਦੀਆਂ ਹੱਸਦੀਆਂ ਅੱਖਾਂ ਨੱਚਦੀਆਂ ਰਹੀਆਂ। ਉਹ ਕਮਰੇ ਵਿੱਚ ਘੁੰਮਦੀ ਰਹੀ, ਬਾਰੀ ਕੋਲ ਬਹਿ ਗਈ ਅਤੇ ਬਾਹਰ ਸੜਕ ਉੱਤੇ ਨਿਗਾਹ ਮਾਰੀ, ਫਿਰ ਉੱਠੀ ਅਤੇ ਪਰਵੱਟੇ ਉੱਚੇ ਕਰਕੇ ਇੱਧਰ ਉੱਧਰ ਟੁਰਦੀ ਰਹੀ। ਮਾੜੀ ਤੋਂ ਮਾੜੀ ਆਵਾਜ਼ ਸੁਣ ਕੇ ਵੀ ਤਰਪਕ ਪੈਂਦੀ, ਇੱਧਰ ਉੱਧਰ ਨਿਗਾਹ ਮਾਰਦੀ ਜਾਂ ਸਮਝੇ ਬਿਨਾਂ ਕੁਝ ਢੂੰਡਦੀ ਰਹਿੰਦੀ। ਉਹਨੇ ਪਾਣੀ ਪੀਤਾ ਜਿਸ ਨਾਲ ਨਾ ਤਾਂ ਉਹਦੀ ਪਿਆਸ ਬੁਝੀ ਅਤੇ ਨਾ ਹੀ ਉਹਦੇ ਸੀਨੇ ਵਿਚਲੀ ਧੁਖ ਦੀ ਚੋਟ ਅਤੇ ਲੁਛਣਾ ਹਿੱਸੇ। ਦਿਨ 2 ਹਿੱਸਿਆਂ ਵਿੱਚ ਕੱਟਿਆ ਗਿਆ ਸੀ। ਪਹਿਲੇ ਹਿੱਸੇ ਵਿੱਚ ਅਰਥ ਸਨ, ਪਰ ਦੂਜੇ ਅੱਧ ਵਿੱਚੋਂ ਸਾਰਾ ਅਰਥ ਨਿਚੋੜਿਆ ਗਿਆ ਸੀ ਅਤੇ ਉਹਦੇ ਸਾਹਮਣੇ ਇੱਕ ਉਜਾੜ ਦਰੁੱਗ ਸੀ ਜਿਹੜਾ ਇਸ ਸਵਾਲ ਨੂੰ ਜਨਮ ਦਿੰਦਾ, ਹੁਣ ਮੈਂ ਕੀ ਕਰਾਂ? ਕੋਰਸੂਨੋਵਾ ਉਹਨੂੰ ਮਿਲਣ ਆਈ। ਉਹਨੇ ਆਪਣੇ ਹੱਥ ਹਿਲਾਏ ਅਤੇ ਉੱਚੀ ਉੱਚੀ ਬੋਲੀ, ਕੂਕੀ ਅਤੇ ਵਿਸਮਾਦ ਵਿੱਚ ਚਲੀ ਗਈ। ਪੈਰ ਪਟਕੇ, ਧਮਕੀਆਂ ਦਿੱਤੀਆਂ, ਇਕਰਾਰ ਕੀਤੇ ਅਤੇ ਤਜਵੀਜ਼ਾਂ ਪੇਸ਼ ਕੀਤੀਆਂ, ਪਰ ਮਾਂ ਉੱਤੇ ਕਿਸੇ ਗੱਲ ਦਾ ਅਸਰ ਨਾ ਹੋਇਆ। ਆਹਾ, ਉਹਨਾਂ ਅਖੀਰ ਲੋਕਾਂ ਨੂੰ ਗੁੱਸੇ ਕਰ ਹੀ ਲਿਆ। ਸਾਰਾ ਕਾਰਖਾਨਾ ਜਾਗ ਪਿਆ, ਸਾਰਾ ਕਾਰਖਾਨਾ। ਫੇਰੀ ਵਾਲੀ ਦੀ ਚੀਕਵੀਂ ਆਵਾਜ਼ ਆਈ। ਹਾਂ, ਮਾਂ ਨੇ ਸਿਰ ਹਿਲਾਉਂਦੇ ਹੋਏ ਹੌਲੀ ਹੌਲੀ ਜਿਹੇ ਕਿਹਾ, ਪਰ ਉਹਦੀਆਂ ਅੱਖਾਂ ਬੀਤੇ ਉੱਤੇ ਲੱਗੀਆਂ ਹੋਈਆਂ ਸਨ, ਉਹ ਸਭ ਕੁਝ ਉੱਤੇ ਜਿਹੜਾ ਪਾਵੇਲ ਅਤੇ ਆਂਦਰਾਈ ਨਾਲ ਲੋਪ ਹੋ ਗਿਆ ਸੀ। ਉਹ ਰੋ ਨਹੀਂ ਸੀ ਸਕਦੀ, ਉਹਦਾ ਦਿਲ ਸੁੱਕੜ ਗਿਆ ਸੀ ਅਤੇ ਸੁੱਕ ਗਿਆ ਸੀ। ਉਹਦੇ ਹੋਠ ਵੀ ਸੁੱਕੇ ਸਨ ਅਤੇ ਉਹਦੇ ਮੂੰਹ ਵਿੱਚ ਕੋਈ ਗਿੱਲ ਨਹੀਂ ਸੀ। ਉਹਦੇ ਹੱਥ ਕੰਬ ਰਹੇ ਸਨ ਅਤੇ ਉਹਦੀ ਪਿੱਠ ਉੱਤੇ ਠੰਡੀਆਂ ਝਰਨਾਟਾਂ ਛਿੜਦੀਆਂ ਰਹਿੰਦੀਆਂ। ਉਸੇ ਸ਼ਾਮ ਜੈਨਡਾਰਮ ਆਏ। ਉਹ ਹੈਰਾਨੀ ਜਾਂ ਡਰ ਤੋਂ ਬਿਨਾਂ ਉਹਨਾਂ ਨੂੰ ਮਿਲੀ। ਉਹ ਖੱਪ ਪਾਉਂਦੇ ਅੰਦਰ ਆਏ ਅਤੇ ਬੜੇ ਖੁਸ਼ ਅਤੇ ਆਪਣੇ ਆਪ ਵਿੱਚ ਮਗਨ ਜਾਪਦੇ ਸਨ। ਭੂਸਲੇ ਮੂੰਹ ਵਾਲੇ ਅਫਸਰ ਨੇ ਖਾਖਾਂ ਅੱਡਦੇ ਹੋਏ ਆਪਣੇ ਦੰਦ ਕੱਢੇ। ਕੀ ਹਾਲ ਚਾਲ ਹੈ? ਜੇ ਮੈਂ ਗਲਤੀ ਨਹੀਂ ਕਰਦਾ ਤਾਂ ਅਸੀਂ ਤੀਜੀ ਵਾਰ ਮਿਲੇ ਹਾਂ। ਮਾਂ ਨੇ ਆਪਣੀ ਸੁੱਕੀ ਜੀਭ ਆਪਣੇ ਹੋਠਾਂ ਉੱਤੇ ਫੇਰੀ। ਅਫਸਰ ਬਹੁਤ ਬੋਲਦਾ ਰਿਹਾ, ਸਿੱਖਿਆ ਦੇਣ ਦਾ ਯਤਨ ਕਰਦਾ ਹੋਇਆ। ਉਹ ਜਾਣਦੀ ਸੀ ਕਿ ਅਫਸਰ ਨੂੰ ਗੱਲਾਂ ਕਰਨ ਵਿੱਚ ਸਵਾਦ ਆਉਂਦਾ ਸੀ, ਪਰ ਉਹਦੀਆਂ ਗੱਲਾਂ ਨੇ ਮਾਂ ਨੂੰ ਤੰਗ ਨਾ ਕੀਤਾ। ਉਹ ਤਾਂ ਉਹਦੇ ਤੱਕ ਅਪੜੀਆਂ ਹੀ ਨਹੀਂ। ਪਰ ਜਦੋਂ ਉਹਨੇ ਕਿਹਾ, ਬੀਬੀ ਜੀ, ਜੇ ਤੁਸੀਂ ਆਪਣੇ ਪੁੱਤਰ ਦੇ ਦਿਲ ਵਿੱਚ ਰੱਬ ਅਤੇ ਜ਼ਾਰ ਲਈ ਠੀਕ ਸਤਿਕਾਰ ਨਹੀਂ ਭਰ ਸਕੇ ਤਾਂ ਇਹ ਤੁਹਾਡਾ ਆਪਣਾ ਹੀ ਕਸੂਰ ਹੈ। ਤਾਂ ਦਰਵਾਜ਼ੇ ਵਿੱਚ ਖੜੀ ਅਤੇ ਉਹਦੇ ਵੱਲ ਵੇਖੇ ਬਿਨਾਂ ਉਹ ਬੇਜਾਨ ਆਵਾਜ਼ ਵਿੱਚ ਬੋਲੀ, ਸਾਡੇ ਬੱਚੇ ਸਾਡੇ ਬਾਰੇ ਇਨਸਾਫ ਕਰਨਗੇ। ਉਹਨੇ ਕਿਹਾ, ਉਹ ਸਾਡੀ ਇਸ ਗੱਲ ਲਈ ਪਰਖ ਕਰਨਗੇ ਕਿ ਅਸੀਂ ਉਦੋਂ ਉਹਨਾਂ ਦਾ ਸਾਥ ਛੱਡ ਦਿੱਤਾ ਜਦੋਂ ਔਖੇ ਰਾਹ ਉੱਤੇ ਪਏ। ਕੀ ਕਿਹਾ? ਅਫਸਰ ਚਿল্ਲਾਇਆ। ਖੁੱਲ੍ਹ ਕੇ ਗੱਲ ਕਰ। ਮੈਂ ਕਿਹਾ ਸਾਡੇ ਬੱਚੇ ਸਾਡੇ ਬਾਰੇ ਇਨਸਾਫ ਕਰਨਗੇ, ਮਾਂ ਨੇ ਹੌਂਕਾ ਭਰ ਕੇ ਕਿਹਾ। ਉਹਨੇ ਖਿੱਚ ਕੇ ਕੁਝ ਬੁੜਬੁੜ ਕੀਤੀ, ਪਰ ਉਹਦੀ ਗੱਲ ਉਹਦੇ ਦਿਵਾਲਿਓਂ ਲੰਘਦੀ ਹੋਈ ਮਾਂ ਤੱਕ ਨਾ ਆਪੜੀ। ਤਲਾਸ਼ੀ ਸਮੇਂ ਮਾਰੀਆ ਕੋਰਸੂਨੋਵਾ ਨੂੰ ਗਵਾਹ ਦੇ ਤੌਰ ਤੇ ਲਿਆਇਆ ਗਿਆ ਸੀ। ਉਹ ਪੈਲਾਗੀਆ ਦੇ ਕੋਲ ਖੜੀ ਸੀ, ਪਰ ਉਹਦੇ ਵੱਲ ਵੇਖ ਨਹੀਂ ਸੀ ਰਹੀ। ਜਦੋਂ ਕਦੀ ਅਫਸਰ ਉਹਦੇ ਕੋਲੋਂ ਕੁਝ ਪੁੱਛਦਾ, ਉਹ ਬਹੁਤ ਝੁੱਕ ਕੇ ਸਲਾਮ ਕਰਦੀ ਅਤੇ ਇੱਕੋ ਗੱਲ ਦੁਹਰਾਉਂਦੀ, ਮੈਂ ਕੀ ਜਾਣਾ ਮਹਾਮਹਿਮ, ਮੈਂ ਤਾਂ ਇੱਕ ਮੂੜ ਜਨਾਨੀ ਵਾਂ ਜਿਹੜੀ ਮਾੜਾ ਮੋਟਾ ਕੰਮ ਕਰਕੇ ਡੰਗ ਟਪਾਉਂਦੀ ਹੈ ਤੇ ਇੰਨੀ ਮੂਰਖ ਕਿ ਉਹ ਕੁਝ ਵੀ ਨਹੀਂ ਜਾਣਦੀ। ਬਕਵਾਸ ਬੰਦ ਕਰ, ਅਫਸਰ ਨੇ ਆਪਣੀਆਂ ਮੁੱਛਾਂ ਹਿਲਾਉਂਦੇ ਹੋਏ ਹੁਕਮ ਦਿੱਤਾ। ਕੋਰਸੂਨੋਵਾ ਫਿਰ ਝੁਕੀ, ਪਰ ਜਦੋਂ ਅਫਸਰ ਨੇ ਉਹਦੇ ਵੱਲ ਪਿੱਠ ਕੀਤੀ ਤਾਂ ਉਹਨੇ ਉਹਨੂੰ ਠੁੱਠ ਵਿਖਾਇਆ। ਮੇਰੀ ਜੁੱਤੀ ਤੇ, ਉਹਨੇ ਮਾਂ ਨੂੰ ਘੁਸਰ ਮੁਸਰ ਕਰਦੇ ਹੋਏ ਕਿਹਾ। ਜਦੋਂ ਉਹਨੂੰ ਪੈਲਾਗੀਆ ਦੀ ਤਲਾਸ਼ੀ ਲੈਣ ਲਈ ਕਿਹਾ ਗਿਆ ਤਾਂ ਉਹਨੇ ਅੱਖਾਂ ਝਪਕੀਆਂ ਤੇ ਅਫਸਰ ਵੱਲ ਵੇਖਦੀ ਰਹੀ। ਓਹ, ਪਰ ਮੈਨੂੰ ਤਾਂ ਅਜਿਹਾ ਕੰਮ ਕਰਨਾ ਆਉਂਦਾ ਹੀ ਨਹੀਂ ਮਹਾਮਹਿਮ, ਉਹਨੇ ਡਰੀ ਹੋਈ ਆਵਾਜ਼ ਵਿੱਚ ਕਿਹਾ। ਅਫਸਰ ਨੇ ਆਪਣਾ ਪੈਰ ਪਟਕਿਆ ਅਤੇ ਉਹਨੂੰ ਝਾੜਿਆ। ਮਾਰੀਆ ਨੇ ਅੱਖਾਂ ਨੀਵੀਆਂ ਪਾ ਲਈਆਂ। ਸੋ ਫਿਰ ਪੈਲਾਗੀਆ ਨਿਲੋਵਨਾ, ਤਣੀਆਂ ਛੜੀਆਂ ਖੋਲ, ਉਹਨੇ ਮਾਂ ਨੂੰ ਹੌਲੀ ਜਿਹੇ ਕਿਹਾ। ਜਦੋਂ ਉਹ ਮਾਂ ਦੇ ਕੱਪੜਿਆਂ ਉੱਤੇ ਹੱਥ ਫੇਰ ਰਹੀ ਸੀ ਤਾਂ ਉਹਦਾ ਮੂੰਹ ਲਾਲ ਸੂਹਾ ਹੋ ਗਿਆ ਸੀ। ਸਹੁਰੇ ਕਤੂਰੇ ਕਿੱਧਰੋਂ ਦੇ, ਉਹਨੇ ਹੌਲੀ ਜਿਹੇ ਕਿਹਾ। ਕੀ ਕਹਿ ਰਹੀ ਏ? ਅਫਸਰ ਉਸ ਕੋਨੇ ਵੱਲ ਵੇਖਦੇ ਹੋਏ ਕੂਕਿਆ ਜਿੱਥੇ ਤਲਾਸ਼ੀ ਚੱਲ ਰਹੀ ਸੀ। ਜਨਾਨੀਆਂ ਗੱਲਾਂ ਨੇ ਮਹਾਮਹਿਮ, ਮਾਰੀਆ ਡਰੀ ਹੋਈ ਬੁੜਬੁੜਾਈ। ਅਖੀਰ ਅਫਸਰ ਨੇ ਮਾਂ ਨੂੰ ਕਾਗਜ਼ਾਂ ਉੱਤੇ ਦਸਤਖਤ ਕਰਨ ਲਈ ਕਿਹਾ। ਉਹਨੇ ਨਾ ਤਜਰਬੇਕਾਰ ਥਿੰਦੇ ਨਾਲ ਚਮਕਦੇ ਹੱਥ ਨੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ, ਪੈਲਾਗੀਆ ਵਲਾਸੋਵਾ, ਇੱਕ ਕਿਰਤੀ ਦੀ ਵਿਧਵਾ। ਇਹ ਤੂੰ ਕੀ ਲਿਖਿਆ ਹੈ? ਇਹ ਤੂੰ ਕੀ ਲਿਖਿਆ ਹੈ? ਅਫਸਰ ਨੇ ਮੂੰਹ ਬਣਾ ਕੇ ਕਿਹਾ। ਫਿਰ ਇੱਕ ਨਿੱਕਾ ਜਿਹਾ ਹਾਸਾ ਹੱਸ ਕੇ ਵਾਅਦਾ ਕੀਤਾ, ਜਗਲੀ। ਉਹ ਚਲੇ ਗਏ। ਮਾਂ ਆਪਣੇ ਸੀਨੇ ਉੱਤੇ ਹੱਥ ਜੋੜ ਕੇ
ਅੱਖ ਝਮਕੇ ਬਿਨਾਂ ਵੇਖੇ ਬਿਨਾਂ ਤਾੜੀ ਲਾਈ ਖੜੀ ਰਹੀ। ਉਹਦੇ ਹੋਠ ਤਣੇ ਹੋਏ ਸਨ, ਉਹਦੇ ਜਬਾੜੇ ਇੰਨੇ ਭਿੱਜੇ ਹੋਏ ਸਨ ਕਿ ਉਹਨੂੰ ਛੇਤੀ ਹੀ ਪੀੜ ਹੋਈ। ਲਾਲਟਨ ਵਿੱਚ ਮਿੱਟੀ ਦਾ ਤੇਲ ਮੁੱਕ ਗਿਆ ਸੀ। ਵੱਟੀ ਤਿੜ-ਤਿੜ ਕਰਨ ਲੱਗ ਪਈ ਅਤੇ ਲੌ ਭੜਕਣ ਲੱਗ ਪਈ। ਉਹਨੇ ਇਹਨੂੰ ਬੁਝਾ ਦਿੱਤਾ ਅਤੇ ਹਨੇਰੇ ਵਿੱਚ ਬੈਠੀ ਰਹੀ। ਆਪਣੇ ਦਿਲ ਦੇ ਸੰਤਾਪ ਕਾਰਨ ਔਖੇ ਹੀ ਸਾਹ ਲੈ ਸਕਦੀ ਸੀ। ਉਹ ਖੜੀ ਦੀ ਖੜੀ ਰਹਿ ਗਈ, ਇੱਥੋਂ ਤੱਕ ਕਿ ਉਹਦੀਆਂ ਅੱਖਾਂ ਤੇ ਪੈਰ ਦਰਦ ਕਰਨ ਲੱਗ ਪਏ। ਉਹਨੇ ਮਾਰੀਆਂ ਨੂੰ ਬਾਰੀ ਕੋਲ ਆਉਂਦੇ ਅਤੇ ਸ਼ਰਾਬੀ ਆਵਾਜ਼ ਵਿੱਚ ਕਹਿੰਦੇ ਸੁਣਿਆ, ਸੁੱਤੀ ਹੋਈ ਹੈ ਪੈਲਾਗੀਆ, ਵਿਚਾਰੀ ਕਿਵੇਂ ਦੁੱਖ ਝਾਗ ਰਹੀ ਹੈ, ਸੌਂ ਜਾ। ਮਾਂ ਕੱਪੜੇ ਲਾਹੇ ਬਿਨਾਂ ਲੇਟ ਗਈ ਅਤੇ ਛੇਤੀ ਹੀ ਗੂੜੀ ਨੀਂਦ ਸੌਂ ਗਈ, ਜਿਸ ਨੇ ਉਹਨੂੰ ਕਿਸੇ ਛੱਪੜੀ ਦੇ ਪਾਣੀ ਵਾਂਗ ਵਲੇਟ ਲਿਆ। ਉਹਨੂੰ ਸੁਪਨਾ ਆਇਆ ਕਿ ਉਹ ਸ਼ਹਿਰ ਜਾਂਦੀ ਹੋਈ ਜਲਨ ਤੋਂ ਪਾਰ ਇੱਕ ਰੇਤਲੀ ਪੀਲੀ ਪਹਾੜੀ ਕੋਲੋਂ ਲੰਘ ਰਹੀ ਸੀ। ਪਾਵੇਲ ਇੱਕ ਚੋਟੀ ਦੀ ਦੰਦੀ ਉੱਤੇ ਖੜਾ ਸੀ, ਜਿੱਥੋਂ ਮਜ਼ਦੂਰ ਰੇਤ ਕੱਢ ਰਹੇ ਸਨ, ਅਤੇ ਆਂਦਰੀ ਸ਼ਾਂਤ ਅਤੇ ਸੁਰੀਲੀ ਆਵਾਜ਼ ਵਿੱਚ ਗਾ ਰਿਹਾ ਸੀ, ਕਿਰਤੀਓ ਜਾਗੋ, ਘੋਲ ਕਰਨ ਲਈ ਜਾਗੋ। ਉਹ ਪਹਾੜੀ ਕੋਲੋਂ ਲੰਘ ਗਈ ਅਤੇ ਹੱਥ ਨਾਲ ਆਪਣੀਆਂ ਅੱਖਾਂ ਉੱਤੇ ਛਾਂ ਕਰਕੇ ਆਪਣੇ ਪੁੱਤਰ ਵੱਲ ਵੇਖਦੀ ਹੋਈ ਨੀਲੇ ਅਸਮਾਨ ਦੇ ਸਾਹਮਣੇ ਉਹਦਾ ਆਕਾਰ ਤਿੱਖਾ ਅਤੇ ਸਾਫ਼ ਉੱਭਰਿਆ ਹੋਇਆ ਸੀ। ਉਹਨੂੰ ਆਪਣੇ ਪੁੱਤਰ ਕੋਲ ਜਾਂਦਿਆਂ ਸ਼ਰਮ ਆਉਂਦੀ ਸੀ, ਕਿਉਂਕਿ ਉਹ ਗਰਭਵਤੀ ਸੀ ਅਤੇ ਉਹਦੀਆਂ ਬਾਹਾਂ ਵਿੱਚ ਇੱਕ ਹੋਰ ਬੱਚਾ ਸੀ। ਉਹ ਚਲਦੀ ਗਈ, ਇੱਥੋਂ ਤੱਕ ਕਿ ਉਹ ਇੱਕ ਅਜਿਹੇ ਮੈਦਾਨ ਵਿੱਚ ਅੱਪੜੀ ਜਿਸ ਵਿੱਚ ਬੱਚੇ ਗੇਂਦ ਨਾਲ ਖੇਡ ਰਹੇ ਸਨ। ਬੱਚੇ ਬਹੁਤ ਸਾਰੇ ਸਨ ਅਤੇ ਗੇਂਦ ਦਾ ਰੰਗ ਲਾਲ ਸੀ। ਉਹਦੀਆਂ ਬਾਹਾਂ ਵਿੱਚ ਪਏ ਬਾਲ ਨੇ ਗੇਂਦ ਵੱਲ ਹੱਥ ਵਧਾਇਆ ਅਤੇ ਉੱਚੀ ਉੱਚੀ ਰੋਣ ਲੱਗ ਪਿਆ। ਮਾਂ ਨੇ ਉਹਨੂੰ ਮੰਮਾ ਦਿੱਤਾ ਅਤੇ ਵਾਪਸ ਮੁੜ ਪਈ, ਪਰ ਹੁਣ ਪਹਾੜੀ ਦੇ ਉੱਤੇ ਆਪਣੀਆਂ ਸੰਗੀਨਾਂ ਉਹਦੇ ਵੱਲ ਕਰਕੇ ਸਿਪਾਹੀ ਖੜੇ ਸਨ। ਕਾਲੀ ਕਾਲੀ ਉਹ ਇੱਕ ਮੈਦਾਨ ਦੇ ਵਿਚਕਾਰ ਖੜੇ ਗਿਰਜੇ ਵੱਲ ਨੱਠੀ, ਇੱਕ ਚਿੱਟਾ ਆਕਾਸ਼ੀ ਗਿਰਜਾ ਜਿਹੜਾ ਅਥਾਹ ਉੱਚਾ ਸੀ ਅਤੇ ਬੱਦਲਾਂ ਦਾ ਬਣਿਆ ਜਾਪਦਾ ਸੀ। ਕੋਈ ਦਫਨਾਇਆ ਜਾ ਰਿਹਾ ਸੀ। ਤਾਬੂਤ ਵੱਡਾ ਅਤੇ ਕਾਲਾ ਅਤੇ ਘੁੱਟ ਕੇ ਬੰਦ ਕੀਤਾ ਹੋਇਆ ਸੀ। ਪਾਦਰੀ ਅਤੇ ਛੋਟੀ ਪਾਦਰੀ ਚਿੱਟੇ ਧਾਰਮਿਕ ਵਸਤਰ ਪਹਿਨੇ ਗਿਰਜੇ ਵਿੱਚ ਘੁੰਮ ਰਹੇ ਸਨ ਅਤੇ ਗਾ ਰਹੇ ਸਨ, ਮੁਬਾਰਕਾਂ ਮੁਬਾਰਕਾਂ, ਈਸਾ ਮੁੜ ਸਰਜੀਤ ਹੈ ਹੋਇਆ। ਜੋਤ ਨੂੰ ਹਿਲਾਉਂਦਾ ਹੋਇਆ ਛੋਟਾ ਪਾਦਰੀ ਝੁਕਿਆ ਅਤੇ ਮਾਂ ਵੱਲ ਵੇਖ ਕੇ ਮੁਸਕਰਾਇਆ। ਸਮੋਇਲੋ ਵਾਂਗ ਉਹਦੇ ਵਾਲਾਂ ਦਾ ਰੰਗ ਗੂੜਾ ਲਾਲ ਅਤੇ ਖੁਸ਼ ਰਹਿਣਾ ਮੂੰਹ ਸੀ। ਗੁੰਬਦ ਵਿਚਲੇ ਛੇਕਾਂ ਵਿੱਚੋਂ ਧੁੱਪ ਦੀਆਂ ਚੌੜੀਆਂ ਪੱਟੀਆਂ ਚਿੱਟੇ ਦੁਪੱਟਿਆਂ ਵਾਂਗ ਲਹਿਰਾਉਂਦੀਆਂ ਆਉਂਦੀਆਂ। ਗੀਤ ਮੰਡਲੀਆਂ ਦੀਆਂ ਦੋਹਾਂ ਮਿਆਨੀਆਂ ਵਿੱਚ ਮੁੰਡੇ ਗਾ ਰਹੇ ਸਨ, ਮੁਬਾਰਕਾਂ ਮੁਬਾਰਕਾਂ, ਈਸਾ ਮੁੜ ਸੁਰਜੀਤ ਹੈ ਹੋਇਆ। ਇਹਨਾਂ ਨੂੰ ਗ੍ਰਿਫਤਾਰ ਕਰੋ। ਗਿਰਜੇ ਦੇ ਵਿਚਕਾਰ ਰੁਕਦਾ ਹੋਇਆ ਪਾਦਰੀ ਇੱਕਦਮ ਚਿল্ਲਾਇਆ। ਉਹਦਾ ਧਾਰਮਿਕ ਲਿਬਾਸ ਗਾਇਬ ਹੋ ਗਿਆ ਤੇ ਉਹਦੇ ਉੱਪਰਲੇ ਹੋਠ ਉੱਤੇ ਕਰੜੀ ਚਿੱਟੀ ਮੁੱਛ ਦਿਸਣ ਲੱਗ ਪਈ। ਸਭ ਉੱਥੋਂ ਨੱਠ ਗਏ, ਇੱਥੋਂ ਤੱਕ ਕਿ ਜੋਤ ਨੂੰ ਇੱਕ ਪਾਸੇ ਸੁੱਟਦਾ ਹੋਇਆ ਛੋਟਾ ਪਾਦਰੀ ਵੀ, ਜਿਸਨੇ ਆਪਣਾ ਮੱਥਾ ਖਗੋਲ ਵਾਂਗ ਫੜਿਆ ਹੋਇਆ ਸੀ। ਮਾਂ ਨੇ ਬੱਚੇ ਨੂੰ ਨੱਠਦੇ ਲੋਕਾਂ ਦੇ ਪੈਰਾਂ ਕੋਲ ਸੁੱਟ ਦਿੱਤਾ, ਪਰ ਉਹਦੇ ਨੰਗੇ ਸਰੀਰ ਨੂੰ ਡਰੀਆਂ ਅੱਖਾਂ ਨਾਲ ਵੇਖਦੇ ਪਾਸਾ ਬਚਾ ਕੇ ਲੰਘ ਗਏ। ਮਾਂ ਗੋਡਿਆਂ ਭਰ ਹੋ ਗਈ ਅਤੇ ਉੱਚੀ ਆਵਾਜ਼ ਵਿੱਚ ਉਹਨਾਂ ਨੂੰ ਕਿਹਾ, ਬੱਚੇ ਨੂੰ ਛੱਡ ਕੇ ਨਾ ਜਾਓ, ਉਹਨੂੰ ਆਪਣੇ ਨਾਲ ਲੈ ਜਾਓ। ਮੁਬਾਰਕਾਂ ਮੁਬਾਰਕਾਂ, ਈਸਾ ਮੁੜ ਸੁਰਜੀਤ ਹੈ ਹੋਇਆ ਮੁਸਕਰਾਉਂਦੇ ਹੋਏ ਅਤੇ ਆਪਣੇ ਹੱਥ ਪਿੱਠ ਪਿੱਛੇ ਕਰਕੇ ਖਗੋਲ ਗਾ ਰਿਹਾ ਸੀ। ਉਹ ਝੁਕੀ ਅਤੇ ਬੱਚੇ ਨੂੰ ਚੁੱਕ ਲਿਆ ਤੇ ਉਹਨੂੰ ਫੱਟਿਆਂ ਨਾਲ ਲੱਦੇ ਗੱਡੇ ਉੱਤੇ ਰੱਖ ਦਿੱਤਾ। ਨਿਕੋਲਾਈ ਗੱਡੇ ਦੇ ਨਾਲ ਨਾਲ ਚੱਲ ਰਿਹਾ ਸੀ ਅਤੇ ਹੱਸ ਰਿਹਾ ਸੀ। ਸੋ ਉਹਨਾਂ ਮੈਨੂੰ ਕੋਈ ਗੰਭੀਰ ਕੰਮ ਦੇ ਦਿੱਤਾ, ਉਹ ਬੋਲਿਆ। ਸੜਕਾਂ ਗੰਦੀਆਂ ਸਨ ਅਤੇ ਲੋਕ ਮਕਾਨਾਂ ਦੀਆਂ ਬਾਰੀਆਂ ਵਿੱਚੋਂ ਬਾਹਰ ਉਲਰੇ ਹੋਏ ਸਨ, ਖੱਪ ਪਾਉਂਦੇ, ਸੀਟੀਆਂ ਮਾਰਦੇ ਅਤੇ ਆਪਣੇ ਹੱਥ ਹਿਲਾਉਂਦੇ। ਮੌਸਮ ਖਰਾ ਸੀ, ਸੂਰਜ ਖੁੱਲ੍ਹ ਕੇ ਚਮਕ ਰਿਹਾ ਸੀ ਅਤੇ ਕਿਧਰੇ ਪਰਛਾਵੇਂ ਦਾ ਨਿਸ਼ਾਨ ਤੱਕ ਨਹੀਂ ਸੀ। ਗਾ ਨੈਨਕੋ, ਖਖੋਲ ਉੱਚੀ ਆਵਾਜ਼ ਵਿੱਚ ਬੋਲਿਆ, ਜ਼ਿੰਦਗੀ ਅਜਿਹੀ ਹੈ। ਉਹ ਆਪ ਗਾਉਣ ਲੱਗ ਪਿਆ। ਉਹਦੀ ਆਵਾਜ਼ ਹੋਰਨਾਂ ਸਭਨਾਂ ਆਵਾਜ਼ਾਂ ਉੱਤੇ ਛਾ ਗਈ। ਉਹ ਉੱਥੋਂ ਚਲਾ ਗਿਆ ਤੇ ਮਾਂ ਉਹਦੇ ਪਿੱਛੇ ਪਿੱਛੇ ਗਈ। ਅਚਾਨਕ ਉਹਨੂੰ ਠੇਡਾ ਲੱਗਾ ਅਤੇ ਉਹ ਇੱਕ ਅਥਾਹ ਟੋਏ ਵਿੱਚ ਡਿੱਗ ਪਈ, ਜਿਸ ਦਾ ਖਾਲੀ ਪੁਣਾ ਚੀਕਦਾ ਹੋਇਆ ਉਹਨੂੰ ਮਿਲਣ ਲਈ ਵਧਿਆ। ਉਹ ਜਾਗੀ ਤਾਂ ਉਹਨੂੰ ਠੰਡੀ ਤਰੇਲੀ ਆਈ ਹੋਈ ਸੀ। ਇਉਂ ਜਾਪਦਾ ਸੀ ਕਿ ਇੱਕ ਖਰਵੇਂ ਭਾਰੇ ਹੱਥ ਨੇ ਉਹਦੇ ਦਿਲ ਨੂੰ ਪਕੜ ਲਿਆ ਸੀ, ਇਹਦੇ ਨਾਲ ਖੋਰੀ ਢੰਗ ਨਾਲ ਖੇਡ ਰਿਹਾ ਸੀ ਤੇ ਇਹਨੂੰ ਹੌਲੀ ਹੌਲੀ ਨਪੀੜ ਰਿਹਾ ਸੀ। ਕਾਰਖਾਨੇ ਦੀ ਸੀਟੀ ਲਗਾਤਾਰ ਕਿਰਤੀਆਂ ਨੂੰ ਬੁਲਾਈ ਜਾ ਰਹੀ ਸੀ। ਉਹਨੇ ਪਛਾਣ ਲਿਆ ਕਿ ਇਹ ਦੂਜੀ ਸੀਟੀ ਸੀ। ਕਮਰੇ ਵਿੱਚ ਕਿਤਾਬਾਂ ਖਿਲਰੀਆਂ ਪਈਆਂ ਸਨ। ਸਭ ਕੁਝ ਉੱਗੜ ਦੁੱਗੜ ਸੀ। ਫਰਸ਼ ਉੱਤੇ ਚਿੱਕੜ ਲਿਬੜੇ ਪੈਰਾਂ ਦੇ ਨਿਸ਼ਾਨ ਸਨ। ਉਹ ਉੱਠੀ ਅਤੇ ਸੰਵਰੇ ਜਾਂ ਦੁਆ ਕੀਤੇ ਬਗੈਰ ਕਮਰੇ ਦੀ ਸਫਾਈ ਕਰਨ ਲੱਗ ਪਈ। ਰਸੋਈ ਵਿੱਚ ਉਹਦੀ ਨਿਗਾਹ ਝੰਡੇ ਦੇ ਟੁੱਟੇ ਹੋਏ ਡੰਡੇ ਉੱਤੇ ਪਈ, ਜਿਸ ਨਾਲ ਬਨਾਤ ਦਾ ਇੱਕ ਟੋਟਾ ਹਜੇ ਤੱਕ ਲੱਗਾ ਹੋਇਆ ਸੀ। ਉਹਨੇ ਬੇਧਿਆਨੀ ਨਾਲ ਇਹਨੂੰ ਚੁੱਕਿਆ ਅਤੇ ਅੰਗੀਠੀ ਹੇਠ ਵਾੜਨ ਹੀ ਲੱਗੀ ਸੀ, ਪਰ ਫਿਰ ਕੁਝ ਸੋਚ ਕੇ ਉਹਨੇ ਹੌਂਕਾ ਭਰਿਆ ਲਾਲ ਕੱਪੜਾ ਲਾਹਿਆ, ਇਹਨੂੰ ਧਿਆਨ ਨਾਲ ਤੈਅ ਕੀਤਾ ਤੇ ਆਪਣੀ ਜੇਬ ਵਿੱਚ ਰੱਖ ਲਿਆ। ਫਿਰ ਉਹਨੇ ਗੋਡੇ ਉੱਤੇ ਰੱਖ ਕੇ ਸੋਟੀ ਤੋੜੀ ਅਤੇ ਅੰਗੀਠੀ ਵਿੱਚ ਸੁੱਟ ਦਿੱਤੀ। ਬਾਰੀਆਂ ਤੇ ਫਰਸ਼ ਠੰਡੇ ਪਾਣੀ ਨਾਲ ਧੋਤੇ, ਸਾਮਾਵਰ ਬਾਲਿਆ ਤੇ ਕੱਪੜੇ ਬਦਲੇ। ਫਿਰ ਉਹ ਰਸੋਈ ਦੀ ਬਾਰੀ ਕੋਲ ਬਹਿ ਗਈ ਅਤੇ ਇਹ ਸਵਾਲ ਉਹਦੇ ਸਾਹਮਣੇ ਆ ਗਿਆ, ਹੁਣ ਮੈਂ ਕੀ ਕਰਾਂਗੀ?
ਇਹ ਯਾਦ ਆਉਣ ਤੇ ਕਿ ਉਹਨੇ ਅੱਜ ਸਵੇਰੇ ਦੀ ਦੁਆ ਨਹੀਂ ਸੀ ਕੀਤੀ, ਉਹ ਉੱਠੀ ਅਤੇ ਪਵਿੱਤਰ ਤਸਵੀਰਾਂ ਕੋਲ ਗਈ, ਪਰ ਉਹਨਾਂ ਸਾਹਮਣੇ ਥੋੜੀ ਦੇਰ ਖੜੇ ਹੋਣ ਪਿੱਛੋਂ ਬਹਿ ਗਈ। ਉਹਦਾ ਦਿਲ ਸਖਣਾ ਸੀ। ਸਭ ਪਾਸੇ ਅਜੀਬ ਤਰ੍ਹਾਂ ਚੁੱਪ ਸੀ, ਜਿਵੇਂ ਉਹਨਾਂ ਲੋਕਾਂ ਨੇ ਜਿਨ੍ਹਾਂ ਕੱਲ ਸੜਕ ਉੱਤੇ ਇੰਨੇ ਜ਼ੋਰ ਨਾਲ ਨਾਅਰੇ ਲਾਏ ਸਨ ਆਪਣੇ ਆਪ ਨੂੰ ਘਰਾਂ ਵਿੱਚ ਲੁਕਾ ਲਿਆ ਸੀ ਅਤੇ ਇਨ੍ਹਾਂ ਅਸਾਧਾਰਨ ਘਟਨਾਵਾਂ ਬਾਰੇ ਵਿਚਾਰ ਕਰ ਰਹੇ ਸਨ। ਅਚਾਨਕ ਉਹਨੂੰ ਆਪਣੀ ਜਵਾਨੀ ਦੀ ਘਟਨਾ ਚੇਤੇ ਆਈ। ਜਾਊ ਸਾਈਲੋਵਾ ਦੀ ਮਾਲਕੀ ਵਾਲੀ ਮਾੜੀ ਦੇ ਨਾਲ ਲੱਗਦੇ ਬਾਗ ਵਿੱਚ ਇੱਕ ਵੱਡਾ ਸਾਰਾ ਛੱਪੜ ਸੀ, ਜਿਸ ਉੱਤੇ ਘਣੇ ਨੀਲੋਫਰ ਦੇ ਫੁੱਲ ਖਿੜੇ ਹੋਏ ਸਨ। ਪਤਝੜ ਦੇ ਇੱਕ ਭੂਰੇ ਦਿਨ ਇਸ ਛੱਪੜ ਕੋਲੋਂ ਲੰਘਦੇ ਹੋਏ ਉਹਨੇ ਵੇਖਿਆ ਕਿ ਉਹਦੇ ਵਿਚਕਾਰ ਇੱਕ ਕਿਸ਼ਤੀ ਖੜੀ ਹੈ। ਛੱਪੜ ਕਾਲਾ ਅਤੇ ਚੁੱਪ ਸੀ ਅਤੇ ਇਉਂ ਜਾਪਦਾ ਸੀ ਕਿ ਮੁਰਝਾਏ ਪੱਤਿਆਂ ਦੀਆਂ ਉਦਾਸ ਬੂਟੀਆਂ ਵਾਲੇ ਕਾਲੇ ਪਾਣੀ ਉੱਤੇ ਬੇੜੀ ਚਿਪਕੀ ਹੋਈ ਸੀ। ਮਰੇ ਪੱਤਿਆਂ ਵਿਚਕਾਰ ਬੇਜਾਨ ਪਾਣੀ ਵਿੱਚ ਚੱਪੂਆਂ ਅਤੇ ਮਨੁੱਖਾਂ ਤੋਂ ਬਿਨਾਂ ਇਸ ਕੱਲੀ ਕਾਲੀ ਬੇੜੀ ਦੀ ਦਿੱਖ ਕਿਸੇ ਅਣਜਾਣੇ ਅਨੋਖੇ ਦੁੱਖ ਦਾ ਪ੍ਰਗਟਾ ਕਰਦੀ ਸੀ। ਲੰਮੇ ਸਮੇਂ ਤੱਕ ਉਹ ਕੰਢੇ ਉੱਤੇ ਖੜੀ ਇਹ ਸੋਚਦੀ ਰਹੀ ਕਿ ਬੇੜੀ ਨੂੰ ਪਾਣੀ ਵਿੱਚ ਕਿਸਨੇ ਧੱਕਿਆ ਸੀ ਅਤੇ ਕਿਸ ਕਾਰਨ। ਸ਼ਾਮੀ ਉਹਨੂੰ ਪਤਾ ਲੱਗਾ ਕਿ ਜਾਗੀਰ ਦੇ ਇੱਕ ਨੌਕਰ ਦੀ ਘਰਵਾਲੀ ਨੇ, ਜਿਹੜੀ ਖਿਲਰੇ ਕਾਲੇ ਵਾਲਾਂ ਤੇ ਤਿੱਖੀ ਚਾਲ ਵਾਲੀ ਇਸਤਰੀ ਸੀ, ਆਤਮ ਹੱਤਿਆ ਕਰ ਲਈ ਏ। ਮਾਂ ਨੇ ਆਪਣੇ ਮੱਥੇ ਉੱਤੇ ਹੱਥ ਫੇਰਿਆ ਤਾਂ ਪਿਛਲੇ ਦਿਨ ਦੇ ਪ੍ਰਭਾਵਾਂ ਵਿੱਚ ਉਹਦੇ ਖਿਆਲ ਝੱਕਦੇ ਤੈਰਨ ਲੱਗ ਪਏ। ਕਿੰਨਾ ਚਿਰ ਉਹ ਉਹਨਾਂ ਵਿੱਚ ਮਗਨ ਰਹੀ, ਆਪਣੇ ਸਾਹਮਣੇ ਪਏ ਠੰਡੀ ਚਾਹ ਦੇ ਗਲਾਸ ਵੱਲ ਤਾੜੀ ਲਾ ਕੇ ਘੂਰਦੀ, ਅਤੇ ਉਹਦੀ ਰੂਹ ਵਿੱਚ ਕਿਸੇ ਸਿਆਣੇ ਸਧਾਰਨ ਬੰਦੇ ਨੂੰ ਮਿਲਣ ਦੀ ਇੱਛਾ ਵਧੀ, ਕਿਸੇ ਅਜਿਹੇ ਬੰਦੇ ਨੂੰ ਜਿਹੜਾ ਉਹਦੇ ਸਾਰੇ ਸਵਾਲਾਂ ਦਾ ਜਵਾਬ ਦੇ ਸਕੇ। ਜਾਪਦਾ ਸੀ ਜਿਵੇਂ ਉਹਦੀ ਇਸ ਸਿੱਕ ਦੇ ਜਵਾਬ ਵਿੱਚ ਆਇਆ ਹੋਵੇ। ਦੁਪਹਿਰ ਦੇ ਖਾਣੇ ਤੋਂ ਪਿੱਛੋਂ ਨਿਕੋਲਾਈ ਇਵਾਨੋਵਿਚ ਉਹਨੂੰ ਮਿਲਣ ਆਇਆ, ਪਰ ਜਦੋਂ ਉਹਨੇ ਉਹਨੂੰ ਵੇਖਿਆ ਉਹ ਅਚਾਨਕ ਡਰ ਗਈ ਅਤੇ ਠੰਮੇ ਨਾਲ ਉਹਦੀਆਂ ਸ਼ੁਭ ਇਸ਼ਾਵਾਂ ਦਾ ਜਵਾਬ ਦਿੱਤੇ ਬਗੈਰ ਕਿਹਾ, ਤੂੰ ਕਿਉਂ ਆਇਆ? ਬੜਾ ਮੂਰਖਾ ਵਾਲਾ ਕੰਮ ਕੀਤਾ। ਜੇ ਉਹਨਾਂ ਤੈਨੂੰ ਇੱਥੇ ਵੇਖ ਲਿਆ ਤਾਂ ਉਹ ਤੈਨੂੰ ਵੀ ਫੜ ਲੈਣਗੇ। ਉਹਨੇ ਮਾਂ ਦਾ ਹੱਥ ਜ਼ੋਰ ਨਾਲ ਘੁੱਟਿਆ, ਆਪਣੀ ਐਨਕ ਉੱਪਰ ਕੀਤੀ ਅਤੇ ਉਹਦੇ ਨੇੜੇ ਹੋ ਕੇ ਝੁਕਿਆ। ਪਾਵੇਲ ਅਤੇ ਅੰਦਰਾਈ ਅਤੇ ਮੇਰੇ ਵਿਚਕਾਰ ਫੈਸਲਾ ਹੋਇਆ ਸੀ ਕਿ ਜੇ ਉਹ ਫੜੇ ਗਏ ਤਾਂ ਮੈਂ ਅਗਲੇ ਦਿਨ ਤੈਨੂੰ ਸ਼ਹਿਰ ਲੈ ਜਾਵਾਂਗਾ। ਉਹਨੇ ਕਾਲੀ ਕਾਲੀ ਕਿਹਾ। ਉਹਦੀ ਆਵਾਜ਼ ਨਰਮ ਅਤੇ ਮਾਂ ਲਈ ਫਿਕਰ ਨਾਲ ਭਰੀ ਹੋਈ ਸੀ। ਉਹਨਾਂ ਤਲਾਸ਼ੀ ਲੈ ਲਈਏ? ਹਾਂ, ਉਹਨਾਂ ਹਰ ਸ਼ੈ ਫਰੋਲੀ, ਬਿਨਾਂ ਸ਼ਰਮ ਹਿਆ ਦੇ ਉਹ ਕੂਕੀ। ਉਹਨਾਂ ਨੂੰ ਸ਼ਰਮ ਕਿਉਂ ਆਵੇ? ਨਿਕੋਲਾਈ ਨੇ ਮੋਢੇ ਸੰਗੋੜ ਕੇ ਪੁੱਛਿਆ ਅਤੇ ਉਹਨੂੰ ਸਮਝਾਉਣ ਲੱਗ ਪਿਆ ਕਿ ਉਹਦਾ ਸ਼ਹਿਰ ਵਿੱਚ ਰਹਿਣਾ ਕਿਉਂ ਜ਼ਰੂਰੀ ਹੈ। ਉਹਨੇ ਉਹਦੀ ਮਿੱਤਰ ਫਿਕਰਮੰਦ ਆਵਾਜ਼ ਧਿਆਨ ਨਾਲ ਸੁਣੀ। ਉਹਦੀ ਕੋਈ ਦਲੀਲ ਮਾਂ ਦੇ ਪੱਲੇ ਨਾ ਪਈ, ਪਰ ਉਹ ਉਸ ਭਰੋਸੇ ਅਤੇ ਪਿਆਰ ਉੱਤੇ ਹੈਰਾਨ ਸੀ ਜਿਹੜੀ ਉਹਨੇ ਉਹਦੇ ਦਿਲ ਵਿੱਚ ਜਗਾ ਦਿੱਤੇ ਸਨ। ਜੇ ਪਾਸ਼ਾ ਦੀ ਵੀ ਇਹੋ ਮਨਸ਼ਾ ਏ, ਉਹਨੇ ਕਿਹਾ, ਤੇ ਜੇ ਤੈਨੂੰ ਔਖ ਨਾ ਹੋਵੇ। ਇਹਦੀ ਫਿਕਰ ਨਾ ਕਰ, ਨਿਕੋਲਾਈ ਨੇ ਉਹਦੀ ਗੱਲ ਟੋਕੀ। ਮੈਂ ਇਕੱਲਾ ਰਹਿਣਾ, ਕਦੀ ਕਦੀ ਮੇਰੀ ਭੈਣ ਮੇਰੇ ਕੋਲ ਰਹਿਣ ਆ ਜਾਂਦੀ ਏ, ਪਰ ਮੈਂ ਤੇਰੇ ਉੱਤੇ ਭਾਰ ਨਹੀਂ ਬਣ ਸਕਦੀ, ਮਾਂ ਨੇ ਕਿਹਾ। ਜੇ ਤੂੰ ਚਾਹੇ ਤਾਂ ਅਸੀਂ ਤੇਰੇ ਲਈ ਕੰਮ ਲੱਭ ਲਵਾਂਗੇ, ਨਿਕੋਲਾਈ ਨੇ ਕਿਹਾ। ਮਾਂ ਲਈ ਕੰਮ ਦਾ ਵਿਚਾਰ ਅਟੁੱਟ ਢੰਗ ਨਾਲ ਆਪਣੇ ਪੁੱਤਰ ਅਤੇ ਆਂਦਰੇਈ ਦੇ ਕੰਮ ਨਾਲ ਬੱਝਾ ਹੋਇਆ ਸੀ। ਉਹ ਨਿਕੋਲਾਈ ਦੇ ਨੇੜੇ ਆਈ ਤੇ ਉਹਦੀਆਂ ਅੱਖਾਂ ਵਿੱਚ ਝਾਕਿਆ। ਤੂੰ ਸੱਚਮੁੱਚ ਅਜਿਹਾ ਕਰ ਸਕਣਾ? ਉਹਨੇ ਪੁੱਛਿਆ। ਮੈਂ ਕੁਆਰਾ ਹਾਂ, ਸੋ ਮੇਰੇ ਘਰ ਵਿੱਚ ਬਹੁਤਾ ਕਰਨ ਨੂੰ ਨਹੀਂ। ਮੈਂ ਇਸ ਬਾਰੇ ਨਹੀਂ ਸਾਂ ਸੋਚ ਰਹੀ, ਘਰ ਦੇ ਕੰਮ ਬਾਰੇ ਨਹੀਂ, ਮਾਂ ਨੇ ਪੋਲਾ ਜਿਹਾ ਜਵਾਬ ਦਿੱਤਾ। ਉਹਨੇ ਹੌਂਕਾ ਭਰਿਆ, ਇਸ ਗੱਲ ਤੇ ਦੁਖੀ ਕਿ ਨਿਕੋਲਾਈ ਨੇ ਉਹਦੀ ਗੱਲ ਨਹੀਂ ਸਮਝੀ, ਪਰ ਉਹ ਕਮਜ਼ੋਰ ਨਜ਼ਰ ਵਾਲੇ ਆਪਣੇ ਢੰਗ ਨਾਲ ਮੁਸਕਰਾਇਆ ਤੇ ਫਿਰ ਸੋਚਦੇ ਹੋਏ ਕਿਹਾ, ਜੇ ਤੂੰ ਪਾਵੇਲ ਤੋਂ ਉਹਨਾਂ ਕਿਸਾਨਾਂ ਦਾ ਪਤਾ ਪੁੱਛ ਲਿਆਵੇਂ ਜਿਨ੍ਹਾਂ ਸਾਨੂੰ ਅਖਬਾਰ ਛਾਪਣ ਲਈ ਕਿਹਾ ਸੀ। ਮੈਂ ਉਹਨਾਂ ਨੂੰ ਜਾਣਦੀ ਵਾਂ, ਮਾਂ ਖੁਸ਼ੀ ਨਾਲ ਕੂਕੀ। ਮੈਂ ਉਹਨਾਂ ਨੂੰ ਲੱਭ ਲਵਾਂਗੀ ਜੇ ਤੁਸੀਂ ਕਹੋਗੇ ਕਰਾਂਗੀ, ਤੇ ਤੁਸੀਂ ਜੋ ਕਹੋਗੇ ਕਰਾਂਗੀ। ਕਿਸੇ ਨੂੰ ਮੇਰੇ ਤੇ ਕਾਨੂੰਨ ਦੇ ਖਿਲਾਫ ਕੰਮ ਕਰਨ ਦਾ ਸ਼ੱਕ ਨਹੀਂ ਹੋਣ ਲੱਗਾ। ਰੱਬ ਤੇਰਾ ਭਲਾ ਕਰੇ। ਮੈਂ ਉਹ ਇਸ਼ਤਿਹਾਰ ਕਾਰਖਾਨੇ ਵਿੱਚ ਨਹੀਂ ਸਾਂ ਲੈ ਗਈ। ਅਚਾਨਕ ਮੋਢੇ ਉੱਤੇ ਪਿੱਠੂ ਬੰਨ੍ਹ ਕੇ ਅਤੇ ਹੱਥ ਵਿੱਚ ਡੰਡਾ ਲੈ ਕੇ ਜੰਗਲਾਂ ਤੇ ਪਿੰਡਾਂ ਕੋਲੋਂ ਲੰਘਦੀ ਦੇਸ਼ ਵਿੱਚ ਘੁੰਮਦੇ ਰਹਿਣ ਦੀ ਇੱਛਾ ਉਹਦੇ ਉੱਤੇ ਛਾ ਗਈ। ਹਾੜਾ ਵੇ, ਇਹ ਮੈਨੂੰ ਕਰਨ ਦਿਓ। ਵੇਖ ਲਈ, ਮੈਂ ਸਭ ਥਾਈਂ ਜਾਵਾਂਗੀ। ਮੈਂ ਸਭ ਜ਼ਿਲ੍ਹਿਆਂ ਦੀਆਂ ਸੜਕਾਂ ਉੱਤੇ ਆਪਣਾ ਰਾਹ ਲੱਭ ਲਵਾਂਗੀ। ਹੁਨਾਲ ਅਤੇ ਸਿਆਲ ਐਨ ਕਬਰ ਵਿੱਚ ਪੈਣ ਤੱਕ ਇੱਕ ਰਮਤੀ ਯਾਤਰੀ, ਇਹ ਕੋਈ ਮਾੜੀ ਹੋਣੀ ਤਾਂ ਨਹੀਂ। ਜਦੋਂ ਉਹਨੇ ਮਨ ਹੀ ਮਨ ਵਿੱਚ ਆਪਣੇ ਆਪ ਨੂੰ ਇੱਕ ਬੇਘਰ ਰਮਤੇ ਦੇ ਰੂਪ ਵਿੱਚ ਪਿੰਡਾਂ ਦੇ ਘਰਾਂ ਦੀਆਂ ਬਾਰੀਆਂ ਕੋਲੋਂ ਈਸਾ ਦੇ ਨਾਂ ਤੇ ਭੀਖ ਮੰਗਦੀ ਵੇਖਿਆ ਤਾਂ ਉਹ ਸੌਗੀ ਹੋ ਗਈ। ਨਿਕੋਲਾਈ ਨੇ ਪਿਆਰ ਨਾਲ ਉਹਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਤੇ ਆਪਣੀ ਨਿੱਘੀ ਤਲੀ ਨਾਲ ਉਹਨੂੰ ਪਲੋਸਿਆ। ਫਿਰ ਉਹਨੇ ਕਲੌਕ ਵੱਲ ਵੇਖਿਆ ਤੇ ਕਿਹਾ, ਇਸ ਬਾਰੇ ਅਸੀਂ ਕਦੀ ਫਿਰ ਗੱਲ ਕਰਾਂਗੇ। ਜੇ ਸਾਡੇ ਬੱਚੇ ਸਾਡੇ ਦਿਲਾਂ ਦੇ ਹੱਥ ਪਿਆਰੇ ਟੋਟੇ ਆਪਣੀਆਂ ਜਾਨਾਂ ਤੇ ਆਪਣੀ ਆਜ਼ਾਦੀ ਦੇ ਸਕਦੇ ਨੇ, ਆਪਣੇ ਬਾਰੇ ਸੋਚੇ ਬਿਨਾਂ ਮਰ ਸਕਦੇ ਨੇ, ਤਾਂ ਮੈਨੂੰ ਮਾਂ ਨੂੰ ਕੀ ਕਰਨਾ ਚਾਹੀਦਾ ਹੈ? ਨਿਕੋਲਾਈ ਦਾ ਰੰਗ ਪੀਲਾ ਪੈ ਗਿਆ। ਮੈਂ ਕਿਸੇ ਨੂੰ ਪਹਿਲਾਂ ਕਦੀ ਇਉਂ ਗੱਲ ਕਰਦੇ ਨਹੀਂ ਸੁਣਿਆ। ਉਹਨੇ ਮਾਂ ਵੱਲ ਪਿਆਰ ਅਤੇ ਧਿਆਨ ਨਾਲ ਵੇਖਦੇ ਹੋਏ ਨਰਮੀ ਨਾਲ ਕਿਹਾ, ਮੈਂ ਕੀ ਕਹਿ ਸਕਦੀ ਮਾਂ?
ਮਾਂ ਨੇ ਆਪਣਾ ਸਿਰ ਅਫਸੋਸ ਨਾਲ ਹਿਲਾ ਕੇ ਅਤੇ ਹੱਥਾਂ ਨਾਲ ਵਿਅਰਥ ਜਿਹਾ ਇਸ਼ਾਰਾ ਕਰਕੇ ਕਿਹਾ, ਜੇ ਕਿਤੇ ਮੈਂ ਆਪਣੇ ਅੰਦਰ ਧੜਕਦੇ ਮਾਂ ਦੇ ਦਿਲ ਦੀ ਵਿਥਿਆ ਦੱਸ ਸਕਦੀ। ਉੱਠ ਖੜੀ ਹੋਈ ਇੱਕ ਮਹਾਨ ਸ਼ਕਤੀ ਦਾ ਉਬਾਰ ਜਿਸਨੇ ਗੁਸੈਲੇ ਲਫ਼ਜ਼ਾਂ ਦਾ ਹੜ੍ਹ ਲਿਆ ਦਿੱਤਾ ਸੀ। ਤਾਂ ਅਨੇਕਾਂ ਲੋਕ ਰੋਂਦੇ, ਉਹਨਾਂ ਵਿੱਚੋਂ ਸਭ ਤੋਂ ਨੀਵਾਂ, ਸਭ ਤੋਂ ਵੱਧ ਬੇਸ਼ਰਮ ਵੀ। ਨਿਕੋਲਾਈ ਵੀ ਖੜਾ ਹੋ ਗਿਆ ਤੇ ਫਿਰ ਕਲੌਕ ਵੱਲ ਵੇਖਿਆ। ਸੋ ਗੱਲ ਪੱਕੀ ਹੋਈ, ਤੂੰ ਸ਼ਹਿਰ ਆ ਕੇ ਮੇਰੇ ਕੋਲ ਰਹੇਂਗੀ। ਮਾਂ ਨੇ ਸਿਰ ਹਿਲਾਇਆ। ਕਦੋਂ? ਜਿੰਨੀ ਛੇਤੀ ਹੋ ਸਕੇ, ਉਹਨੇ ਕਿਹਾ ਤੇ ਪਿਆਰ ਨਾਲ ਵਾਅਦਾ ਕੀਤਾ। ਤੇਰੇ ਆਉਣ ਤੱਕ ਮੈਨੂੰ ਤੇਰੇ ਬਾਰੇ ਚਿੰਤਾ ਲੱਗੀ ਰਹੇਗੀ। ਮਾਂ ਨੇ ਹੈਰਾਨੀ ਨਾਲ ਉਹਦੇ ਵੱਲ ਵੇਖਿਆ। ਉਹ ਉਹਦੀ ਕੀ ਲੱਗਦੀ ਸੀ? ਉੱਥੇ ਖੜਾ ਸੀ ਉਹ, ਸਿਰ ਇੱਕ ਪਾਸੇ ਸੁੱਟੀ, ਸ਼ਰਮਾਕਲ ਢੰਗ ਨਾਲ ਮੁਸਕਰਾਉਂਦਾ, ਝੁਕਿਆ, ਕਮਜ਼ੋਰ ਨਜ਼ਰ ਵਾਲਾ ਬੰਦਾ ਜਿਸਨੇ ਸਾਦਾ ਕਾਲਾ ਕੋਟ ਪਹਿਨਿਆ ਹੋਇਆ ਸੀ। ਉਹਦੀ ਦਿੱਖ ਉਹਦੇ ਸੁਭਾਅ ਤੋਂ ਉਲਟੀ ਸੀ। ਤੇਰੇ ਕੋਲ ਪੈਸੇ ਤਾਂ ਹੈਗੇ ਨੇ ਨਾ? ਉਹਨੇ ਅੱਖਾਂ ਨੀਵੀਆਂ ਕਰਦੇ ਹੋਏ ਕਿਹਾ। ਨਹੀਂ। ਨਿਕੋਲਾਈ ਨੇ ਕਾਹਲੀ ਨਾਲ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਆਪਣਾ ਬਟੂਆ ਕੱਢਿਆ, ਫਿਰ ਖੋਲ੍ਹਿਆ ਅਤੇ ਪੈਸੇ ਉਸ ਵੱਲ ਵਧਾਏ। ਲੈ, ਇਹ ਜ਼ਰੂਰ ਲੈ ਲੈ, ਉਹਨੇ ਕਿਹਾ। ਮਾਂ ਆਪ ਮੁਹਾਰੇ ਮੁਸਕਰਾਈ। ਤੇਰੀ ਤਾਂ ਹਰ ਗੱਲ ਅਨੋਖੀ ਏ, ਮਾਂ ਨੇ ਸਿਰ ਹਿਲਾ ਕੇ ਕਿਹਾ। ਤੇਰੇ ਲਈ ਤਾਂ ਪੈਸੇ ਦਾ ਵੀ ਕੋਈ ਮੁੱਲ ਨਹੀਂ। ਕੁਝ ਲੋਕ ਇਹਦੇ ਲਈ ਆਪਣੀ ਰੂਹ ਵੇਚ ਦਿੰਦੇ ਨੇ, ਤੇਰੇ ਲਈ ਇਹ ਕੌਡੀ ਦੇ ਮੁੱਲ ਤਾਂ ਨਹੀਂ। ਜਾਪਦਾ ਤੂੰ ਤਾਂ ਬਸ ਇਸ ਲਈ ਹੀ ਰੱਖਦਾ ਕਿ ਲੋਕਾਂ ਦਾ ਕੰਮ ਸਾਰ ਸਕੇ। ਨਿਕੋਲਾਈ ਖਿੜ ਕੇ ਹੱਸਿਆ। ਬੜੀ ਚੰਦਰੀ ਸ਼ੈ ਹੈ ਪੈਸਾ, ਲੈਂਦਿਆਂ ਵੀ ਇੰਨੀ ਸ਼ਰਮ ਆਉਂਦੀ ਹੈ ਤੇ ਦਿੰਦਿਆਂ ਵੀ। ਉਹਨੇ ਮਾਂ ਦਾ ਹੱਥ ਫੜਿਆ ਤੇ ਜ਼ੋਰ ਨਾਲ ਘੁੱਟਿਆ। ਜਿੰਨੀ ਛੇਤੀ ਹੋ ਸਕੇ ਆ ਜਾਵੀਂ, ਉਹਨੇ ਫਿਰ ਕਿਹਾ। ਫਿਰ ਉਹ ਆਪਣੇ ਚੁੱਪਚਾਪ ਢੰਗ ਨਾਲ ਬਾਹਰ ਚਲਾ ਗਿਆ। ਮਾਂ ਉਹਨੂੰ ਬੂਹੇ ਤੱਕ ਛੱਡਣ ਗਈ, ਸੋਚਦੀ ਰਹੀ, ਕਿੰਨੀ ਦਿਆਲ ਰੂਹ ਵੇ, ਪਰ ਉਹਨੂੰ ਮੇਰੇ ਤੇ ਤਰਸ ਨਹੀਂ ਆਉਂਦਾ। ਅਤੇ ਉਹ ਕਹਿ ਨਹੀਂ ਸੀ ਸਕਦੀ ਕਿ ਉਹ ਇਸ ਗੱਲ ਤੇ ਨਾਰਾਜ਼ ਸੀ ਜਾਂ ਬਸ ਹੈਰਾਨ ਹੀ ਸੀ। ਧੰਨਵਾਦ।